प्यार भरी सत श्री अकाल। जस्ट ट्यूटर चैनल ते तुहाडा सारिਆਂ ਦਾ स्वागत है। ਅੱਜ ਦੀ ਵੀਡੀਓ ਵਿੱਚ ਡਿਸਕਸ ਕਰਾਂਗੇ ਪਲੱਸ 1 ਦੀ ਐਡਮਿਸ਼ਨ ਦੇ ਲਈ ਨਵੋਦਿਆ ਦੇ ਵਿੱਚ ਹੋਣ ਵਾਲੇ ਐਗਜ਼ਾਮ ਬਾਰੇ, ਉਹਦੇ ਸਿਲੇਬਸ ਬਾਰੇ ਐਂਡ ਮੈਂਟਲ ਐਬਿਲਿਟੀ ਦੇ ਸੋਲਵ ਕੁਐਸਚਨ ਬਾਰੇ। ਜਿਨ੍ਹਾਂ ਸਟੂਡੈਂਟ ਨੇ ਨਵੋਦਿਆ ਦਾ ਐਗਜ਼ਾਮ ਫਿਲ ਕੀਤਾ ਉਹਨਾਂ ਨੂੰ ਪਤਾ ਹੀ ਹੈ ਕਿ ਜਿਹੜੇ ਉਹਨਾਂ ਦੇ ਪੇਪਰ ਦੀ ਡੇਟ ਹੈ ਉਹ ਸੈਚਰਡੇ 22 ਜੁਲਾਈ 2023 ਨੂੰ ਹੈ ਸਵੇਰੇ 11 ਵਜੇ। 5 ਸਬਜੈਕਟ ਦਾ ਜਿਹੜਾ ਐਗਜ਼ਾਮ ਹੋਊਗਾ ਜਿਸ ਦੇ ਵਿੱਚ ਮੈਂਟਲ ਐਬਿਲਿਟੀ, ਇੰਗਲਿਸ਼, ਸਾਇੰਸ, ਸੋਸ਼ਲ ਸਾਇੰਸ ਐਂਡ मैथमेटिक्स, ये 5 सब्जेक्ट का जो एग्जाम होगा। सब तो ज्यादा कंफ्यूज करने वाला स्टूडेंट लिए जो टॉपिक होगा वो होगा मैंटल एबिलिटी। मैंटल एबिलिटी पैटर्न कंप्लीशन, फिगर सीरीज कंप्लीशन, जियोमेट्रिकल फिगर कंप्लीशन, मिरर इमेजिंग, पंच्ड होल्ड पैटर्न, कैलेंडर टाइम एंड क्लॉक, एम्बेडेड फिगर, कोडिंग डिकोडिंग, ओरिएंटेशन डायरेक्शन, स्पेस विजुलाइजेशन, ये सारे जो टॉपिक के उपर क्वेश्चन आउणगे। इन्हां सारे टॉपिक के उपर जो क्वेश्चन ने मैं इस वीडियो के विच तुहानूं सॉल्व करके दिखाए हुए ने। ये सारे सब्जैक्ट के विच तुहानूं 20 मार्क्स के जो क्वेश्चन आउणगे। अद्धा घंटा जो तुहानूं इहदे विच मिलूगा टाइम टू टाइम। फिर मैं इत्थे तुहानूं इंग्लिश दी, साइंस दे, SST, मैथमेटिक्स दे इस दे रिलेटेड भी तुहानूं मैं वीडियो जिहड़ी प्रोवाइड करवाता रहांगा। सो जिन्हां स्टूडेंट ने भी मेरा चैनल अजे तक सबसक्राइब नहीं किया वो जल्दी सबसक्राइब कर लो ਤਾਂ ਜੋ ਆਉਣ ਵਾਲੇ ਉਹਨਾਂ ਦੀ ਜਿਹੜੀ ਐਗਜ਼ਾਮ ਦੀ ਜਿਹੜੀ ਵੀਡੀਓ ਹੈ ਉਹਨਾਂ ਤੱਕ ਜਲਦੀ ਪਹੁੰਚ ਜਾਵੇ ਔਰ ਆਪਣੇ ਜਿਹੜੇ ਐਗਜ਼ਾਮ ਦੀ ਤਿਆਰੀ ਉਹ ਚੰਗੀ ਤਰ੍ਹਾਂ ਕਰ ਸਕਣ। ਰੀਸੈਂਟਲੀ ਅਸੀਂ ਮੈਰੀਟੋਰੀਅਸ ਦੇ ਐਗਜ਼ਾਮ ਦੀ ਜਿਹੜੀ ਪ੍ਰੀਪਰੇਸ਼ਨ ਕਰਾ ਕੇ ਹਟੇ ਆ। ਮੈਰੀਟੋਰੀਅਸ ਨਾਲ ਰਿਲੇਟਡ ਅਸੀਂ YouTube ਤੇ ਲਾਈਵ ਕਲਾਸਾਂ ਵੀ ਪ੍ਰੋਵਾਈਡ ਕਰਵਾਈਆਂ ਸੀ। ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਕੋਈ ਲਾਈਵ ਕਲਾਸ ਜਿਹੜੀ ਹੈ ਪ੍ਰੋਵਾਈਡ ਕਰਾਈ ਜਾਵੇ ਤਾਂ ਤੁਸੀਂ ਮੈਨੂੰ ਕਮੈਂਟ ਰੂਪ ਦੇ ਵਿੱਚ ਜ਼ਰੂਰ ਦੱਸ ਦਿਓ। ਐਂਡ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਕੁਐਸਚਨ ਆਨਸਰ ਤੁਹਾਨੂੰ ਕਿਵੇਂ ਸਮਝ ਆਏ ਜਾਂ ਨਹੀਂ ਆਏ, ਤੁਹਾਨੂੰ ਕੋਈ ਵੀ ਕੁਐਸਚਨ ਹੈ ਇਸ ਰਿਗਾਰਡਿੰਗ डिस्क्रिप्शन ਦੇ ਵਿੱਚ ਮੈਂ ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਹੋਇਆ, ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ। ਐਂਡ ਤੁਸੀਂ ਮੈਨੂੰ ਇਸ ਦੇ ਰਿਗਾਰਡਿੰਗ ਕੋਈ ਵੀ ਕੁਐਸਚਨ ਜਿਹੜਾ ਪੁੱਟ ਕਰ ਸਕਦੇ ਹੋ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਮੈਂਟਲ ਐਬਿਲਿਟੀ ਦੇਖੋ, ਤੁਹਾਨੂੰ ਪਤਾ ਹੀ ਹੈ ਜਿਵੇਂ ਸਭ ਤੋਂ ਪਹਿਲਾਂ ਤੁਹਾਨੂੰ ਪੇਪਰ ਹੋਏਗਾ ਮੈਂਟਲ ਐਬਿਲਿਟੀ ਦਾ, ਮਾਨਸਿਕ ਯੋਗਤਾ। ਇਸ ਦੇ ਵਿੱਚ ਤੁਹਾਡੇ ਕੋਲ ਇੱਕ ਸੀਰੀਜ਼ ਦਿੱਤੀ ਹੋਏਗੀ, ਤੁਸੀਂ ਉਸ ਦੇ ਵਿੱਚੋਂ ਇੱਕ ਜਿਹੜਾ ਮਿਸਿੰਗ ਨੰਬਰ ਹੈ ਉਹ ਤੁਸੀਂ ਫਾਈਂਡ ਆਊਟ ਕਰਨਾ। ਦੇਖੋ ਸਟੂਡੈਂਟ, ਇਹ ਕੁਐਸਚਨ ਜਿਹੜੇ ਨੇ ਬਹੁਤ ਈਜ਼ੀ ਵੀ ਹੁੰਦੇ ਆ ਤੇ ਥੋੜੇ ਜਿਹਾ ਟਫ ਵੀ ਹੁੰਦੇ ਆ। ਜੇ ਤੁਸੀਂ ਥੋੜਾ ਜਿਹਾ ਇਸ ਦੇ ਵਿੱਚ ਮਿਹਨਤ ਕਰੋਗੇ ਤਾਂ ਤੁਹਾਨੂੰ ਇਹ ਕੁਐਸਚਨ ਜਿਹੜੇ ਨੇ ਈਜ਼ੀ ਤਰੀਕੇ ਨਾਲ ਸਮਝ ਆ ਜਾਣਗੇ। ਜਿਵੇਂ ਮੈਂ ਤੁਹਾਨੂੰ ਇੱਥੇ ਕਰਨਾ ਸਿਖਾਉਣਾ। ਫਸਟ ਕੁਐਸਚਨ ਆ ਤੁਹਾਡੇ ਕੋਲ, ਦੇਖੋ ਇੱਥੇ 3 ਦਿੱਤਾ ਹੈ, ਉਸ ਤੋਂ ਬਾਅਦ 6 ਹੈ, ਫਿਰ 18 ਹੈ, 72 ਆ। ਇਹਦੇ ਵਿੱਚ ਅਸੀਂ ਮੇਨ ਦੇਖਣਾ ਕੀ ਹੁੰਦਾ, ਜਿਹੜਾ 3 ਐਂਡ 6 ਦੇ ਵਿੱਚ ਜਿਹੜਾ ਗੈਪ ਹੈ ਇਸ ਦੇ ਵਿੱਚ ਇੱਕ ਸੀਰੀਜ਼ ਚੱਲਦੀ ਹੁੰਦੀ ਆ ਜਿਹੜੀ ਕਿ ਤੁਸੀਂ ਲੱਭਣੀ ਹੁੰਦੀ ਆ। ਜਿਵੇਂ 3 ਤੋਂ 6 ਐਂਡ 6 ਤੋਂ 18 ਦੇ ਵਿੱਚ, ਫਿਰ 18 ਤੋਂ 70 ਦੇ ਵਿੱਚ ਐਸੀ ਕਿਹੜੀ ਸੀਰੀਜ਼ ਹੈ ਜਿਹੜੀ ਤੁਸੀਂ ਸੋਲਵ ਕਰਨੀ ਹੈ। ਸੋ ਦੇਖਦੇ ਹਾਂ ਇੱਥੇ, ਦੇਖੋ ਇਸ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਚੱਲ ਕੀ ਰਿਹਾ ਇਹਦੇ ਵਿੱਚ। 3 2 ਦਾ 6, देखो 2 आ रहा है ऊपर, फिर 6 3 ਦਾ 18, ऊपर 3 आ गया, 18 4 ਦਾ 72। ਹੁਣ ਅਸੀਂ ਲੱਭਿਆ ਕਿ ਦੇਖੋ ਇੱਥੇ ਜਿਹੜੀ ਉੱਪਰ ਸੀਰੀਜ਼ ਚੱਲ ਰਹੀ ਹੈ 2 3 4, ਇੱਕ ਨੰਬਰਾਂ ਦੀ ਇੱਕ ਸੀਰੀਜ਼ ਚੱਲ ਰਹੀ ਹੈ ਕੰਟੀਨਿਊਸਲੀ। ਹੁਣ ਯਾਨੀ ਇਸ ਤੋਂ ਨੰਬਰ ਜਿਹੜਾ ਅੱਗੇ ਆਏਗਾ ਉਹ ਆਏਗਾ 5। ਇਟ ਮੀਨਸ ਕੀ ਹੋਇਆ 72 ਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆਨਸਰ ਕੀ ਆਏਗਾ, ऑप्शन नंबर 2 360। नेक्स्ट देखते हैं सेकंड नंबर ते 3 4 8 17। ਇਹਦੇ ਵਿੱਚ ਅਸੀਂ ਡਿਜਿਟ ਫਾਈਂਡ ਕਰਨਾ ਹੈ। ਦੇਖੋ ਸਟੂਡੈਂਟ, ਇਹਨਾਂ ਹਰੇਕ ਕੁਐਸਚਨ ਦੇ ਵਿੱਚ ਇੱਕ ਅਲੱਗ-ਅਲੱਗ ਜਿਹੜਾ ਮੈਥਡ ਯੂਜ਼ ਕੀਤਾ ਹੋਇਆ। ਤੁਸੀਂ ਇਹ ਮੈਥਡ ਨੂੰ ਥੋੜੀ ਜਿਹੀ ਅਸੀਂ ਪ੍ਰੈਕਟਿਸ ਕਰ ਲਿਓ ਤਾਂ ਥੋੜਾ ਜਿਹਾ ਤੁਹਾਨੂੰ याद भी रखना पएगा कि ਉਹ ਹਰੇਕ ਕੁਐਸਚਨ ਦੇ ਵਿੱਚ ਜਦ ਤੁਹਾਨੂੰ ਉੱਥੇ ਐਗਜ਼ਾਮ 'ਚ ਬੈਠੋਗੇ ਤੁਹਾਨੂੰ ਉਹ 3-4 ਜਿਹੜੇ ਮੈਥਡ ਆ ਯੂਜ਼ ਕਰਨੇ ਪੈਣਗੇ, ਫਿਰ ਤੁਹਾਡਾ ਕੁਐਸਚਨ ਜਿਹੜਾ ਇਹ ਸੋਲਵ ਹੋ ਜਾਣਾ। ਦੇਖੋ ਸੈਕਿੰਡ ਕੁਐਸਚਨ ਦੇ ਵਿੱਚ ਕੀ ਮੈਥਡ ਲੱਗਿਆ, ਇਸ ਨੂੰ ਸੋਲਵ ਕੀਤਾ ਜਾ ਰਿਹਾ 3 + 1 ਦਾ ਸਕੁਅਰ = 4। ਹੁਣ 3 + 1 ਦਾ ਸਕੁਅਰ ਮੀਨਸ ਕੀ ਹੋਇਆ, 3 + 1 ਦਾ ਸਕੁਅਰ 1 = 4। ਇਹ ਕੀ ਹੋ ਗਿਆ, ਦੇਖੋ ਇੱਥੇ 3 ਤੋਂ ਬਾਅਦ ਫਿਰ 4 ਆ ਰਿਹਾ ਹੈ ਔਰ ਕੀਤਾ ਕੀ ਵਿੱਚ ਇਹਦੇ ਵਿੱਚ 1 ਦਾ ਸਕੁਅਰ ਲਗਾਇਆ। ਨੈਕਸਟ ਅਸੀਂ ਦੇਖਦੇ ਹਾਂ 4 + 2 ਦਾ ਸਕੁਅਰ = ਹੁਣ 4 + 2 ਦਾ ਸਕੁਅਰ ਮੀਨਸ ਕੀ ਹੁੰਦਾ ਹੈ 4 = 8। ਦੇਖੋ ਇੱਥੇ 8 ਆ ਗਿਆ ਨਾ, 4 ਤੋਂ ਬਾਅਦ ਕੀ ਆ ਰਿਹਾ 8, ਯਾਨੀ ਇੱਥੇ ਕੀ ਆ ਗਿਆ ਫਿਰ 2 ਦਾ ਸਕੁਅਰ। ਨੈਕਸਟ ਅਸੀਂ ਦੇਖਦੇ ਹਾਂ 8 ਡਿਜਿਟ ਹੈ, 8 + 3 ਦਾ ਸਕੁਅਰ। ਹੁਣ ਕੀ ਆਨਸਰ ਹੋਏਗਾ, 8 + 3 ਦਾ ਸਕੁਅਰ ਕਿੰਨਾ ਹੁੰਦਾ ਹੈ 9 = 17। ਪਲੱਸ ਕਰਕੇ ਆਨਸਰ ਆ ਗਿਆ ਸਾਡੇ ਕੋਲ 17। ਦੇਖੋ 17 ਆ ਗਿਆ ਇੱਥੇ, ਇਹਦਾ ਮਤਲਬ ਕੀ ਹੋਇਆ ਇੱਥੇ 3 ਦਾ ਸਕੁਅਰ ਲੱਗ ਗਿਆ। ਹੁਣ ਦੇਖੋ ਇੱਕ ਸੀਰੀਜ਼ ਚੱਲ ਰਹੀ ਹੈ 1 ਦਾ ਸਕੁਅਰ, 2 ਦਾ ਸਕੁਅਰ, 3 ਦਾ ਸਕੁਅਰ। ਇਹ ਡਿਜਿਟ ਜਿਹੜੇ ਨੇ ਐਜ਼ ਇਟ ਇਜ਼ ਨਾਲ ਰੱਖੇ ਜਾ ਰਹੇ ਨੇ ਤੇ ਇਹਨਾਂ ਵਿੱਚ ਇੱਕ ਪਲੱਸ ਪਾਇਆ ਜਾ ਰਿਹਾ। ਫਿਰ ਨੈਕਸਟ ਅਸੀਂ ਫਾਈਂਡ ਕਰਾਂਗੇ 17 ਦਾ 17 + 4 ਦਾ ਸਕੁਅਰ। ਹੁਣ 17 + 4 ਦਾ 16 ਪਲੱਸ ਕਰੋਗੇ ਕਿੰਨਾ ਆਨਸਰ ਆਏਗਾ 33। ਇਹਦਾ ਮਤਲਬ ਆਪਸ਼ਨ ਕੀ ਹੋ ਗਿਆ ਸਾਡੇ ਕੋਲ 4, ਆਨਸਰ ਹੋ ਗਿਆ ਇੱਥੇ 33। ਨੈਕਸਟ ਕੁਐਸਚਨ ਆ ਸਾਡੇ ਕੋਲ 14 19 116 125 136। ਹੁਣ ਇਸ ਨੂੰ ਕਰਨ ਦਾ ਤਰੀਕਾ ਕੀ ਆ, ਦੇਖੋ ਕਈ ਸਟੂਡੈਂਟ ਕੀ ਕਰਨਗੇ ਇਹਦੇ ਵਿੱਚ ਦੇਖੋ ਪਲੱਸ ਕਰਨ ਲੱਗ ਜਾਂਦੇ ਨੇ। 14 ਐਂਡ 5 ਦੇਖੋ ਜੀ ਪਲੱਸ ਕਰਕੇ 5 ਆ ਗਿਆ, 5 ਪਲੱਸ ਕੀਤੇ ਤਾਂ 19 ਆਨਸਰ ਆ ਗਿਆ। ਹੁਣ 90 ਦੇ ਵਿੱਚ ਐਸਾ ਕੀ ਪਲੱਸ ਕਰ ਦਾਂਗੇ ਤਾਂ ਡੀਜੀਟ ਹੀ ਬਹੁਤ ਵੱਡਾ।
फिर अगे 1 2 5 ये भी डिजिट बहुत बड़ा है, ठीक है ना। हुण इहदे विच एक अलग तुहानूं तरीका जिहड़ा सोचना पेगा। हुण तरीका की है, तुसीं ये देखो जिहड़ा 4 है, सिंपल 4 देखना तुसीं, किसदा स्केयर है ये, 2 दा स्केयर है, ठीक है जी। 9 किसदा स्केयर है, अगे देखो 3 दा स्केयर है। फिर अगे 16 आ गया, ये किसदा स्केयर है, 4 दा स्केयर है। 25 ये किसदा स्केयर है, 5 दा स्केयर है। 36 ये किसदा स्केयर है, 6 दा स्केयर है। देखो 1 1 जिहड़ा तुहानूं कंफ्यूज करन दे लगाया गया। सीरीज की चल रही सी ऊपर 2 दा स्केयर, 3 दा स्केयर, 4 दा स्केयर, 5 दा स्केयर, 6 दा स्केयर। हुण अगे की आएगा तुहानूं पता ही है। फिर अगे 7 दा स्केयर। तुसीं 49 इत्थे आंसर लगाओगे, 1 तुसीं नाल जिहड़ा चल रहा वो एज इट इज लगा दोगे, तो आंसर की बन गया साडे कोल 149 ऑप्शन नंबर 1। देखो सुनो, जिहड़ा दा दूजा एग्जाम है वो तो तुसीं याद करके भी उत्थे कर सकते हो, पर जिहड़े ये एग्जाम है इसनूं करन दे लई तुहानूं थोड़ा जिहा अपना हार्डवर्क करना पएगा और थोड़ा जिहा टाइम देना पएगा। इस करके तुसीं इस वीडियो नूं थोड़ा जिहा ध्यान नाल वॉच आउट करियो और एक दो बारी तुसीं इस वीडियो नूं चलाओगे, क्वेश्चन नूं देखोगे, दोबारा थोड़ी जी प्रैक्टिस करोगे तो फिर तुहानूं क्वेश्चन जिहड़े ने ईजिली समझ आने शुरू हो जाण। हुण नैक्सट असीं देखदे हां, देखो 420। देखो इच की हो रहा है, एक छोटा एक बड़ा डिजिट। फिर 642, 872। हुण तुसीं इच की लभना, देखो 4 5 दा 20, 6 7 दा 48, 9 दा 72। हुण सीरीज की फाइंड कीती, तुसीं देखो ऊपर ओड नंबर निकल के आ रहे हैं, पहला 5, फिर एक छड़ के 7, फिर एक छड़ के 9, यानी एक छड़ के इत्थे की होएगा 11। तुसीं 10 नूं 11 नाल मल्टीप्लाई करोगे, आंसर की आ जाएगा तुहाडे कोल 110। नैक्सट फिफ्थ क्वेश्चन आई साडे कोल 5 28 17 126। इस दे विच भी देखो एक स्केयर वाला मैथड चल रहा, 2 दा स्केयर प्लस 1 इज इक्वल टू 5। देखो बन गया 5, 2 दा स्केयर प्लस 1 5। नैक्सट की है 3 दा क्यूब प्लस 1 इज इक्वल टू 3 दा क्यूब मीनस 3 नूं 3 नाल ही 3 बारी मल्टीप्लाई करना। आंसर की आएगा 27 प्लस 1 कर दिता ताकि हो गया साडे कोल 28। देखो अगे नेक्स्ट की 28 है। नेक्स्ट अगे 4 दा स्केयर प्लस 1 इज इक्वल टू 4 4 दा 16 एक 17। फिर नेक्स्ट 5 दा क्यूब प्लस 1 इज इक्वल टू 5 दा क्यूब मींस 5 नू 5 नाल ही 3 बारी मल्टीप्लाई करना, तो आंसर क्या आएगा साडे कोल 125। ते विच 1 प्लस कितना की हो गया 126। देखो हुण सीरीज की चल रही है साडे कोल, एक 2 दा स्केयर, फिर 3 दा क्यूब, फिर 4 दा स्केयर, फिर 5 दा क्यूब। देखो सीरीज की चल रही है साडे कोल, एक स्केयर दा चल रहा, फिर एक क्यू दा चल रहा, फिर स्केयर दा चल रहा, फिर क्यू दा चल रहा। हुण नेक्स्ट क्या आएगा साडे कोल, ऑब्वियसली स्केयर दा आएगा। किसदा आएगा 6 दा। 6 दा स्केयर कितना होता है 36 प्लस 1 कर दांगे, कितना आंसर आ जाएगा 37। तो आंसर की हो गया फिफ्थ दा फिर इत्थे 37 ऑप्शन नंबर 3। नेक्स्ट क्वेश्चन है साडे कोल 6 नंबर दे 23 29 31 37 41 43। देखो इस विच जे ਅਸੀਂ प्लस करके देखते हैं तो इत्थे 6 आ जाएगा, फिर इत्थे 2 आ रहा है, इत्थे 6 आ रहा है, इत्थे 4 आ रहा है, इत्थे 2 आ रहा है। इत्थे कोई भी जिहड़ी सीरीज जिहड़ी आ ਉਹ प्लस वाली ਤਾਂ ਚੱਲ नहीं रही। फिर ਅਸੀਂ ਕੀ ਕਰਾਂਗੇ, ਇੱਥੇ ਇੱਕ ਹੋਰ ਤਰੀਕੇ ਨਾਲ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਤਰੀਕਾ ਕੀ ਹੈ, ਦੇਖੋ ਹੁਣ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਡਿਜਿਟਸ ਨੂੰ। ਇਹ 23 ਹੈ, 29 31 37 41 43। ਇਹ ਕਿਹੜੇ ਡਿਜਿਟ ਨੇ ਜਿਹੜੇ ਆਪਣੇ ਹੀ ਟੇਬਲ ਤੇ ਆਉਂਦੇ ਨੇ, ਯਾਨੀ ਕੀ ਹੋਏ ਫਿਰ ਇਹ ਪ੍ਰਾਈਮ ਨੰਬਰ। ਤੇ ਇਸ ਦੇ ਵਿੱਚੋਂ ਕਿਹੜਾ ਐਸਾ ਡਿਜਿਟ ਹੈ ਜਿਹੜਾ ਆਪਣੇ ਟੇਬਲ ਤੇ ਆਉਂਦਾ ਹੈ, ਉਹ ਕੀ ਹੈ 47। ਆਨਸਰ ਕੀ ਬਣ ਗਿਆ ਸਾਡੇ ਕੋਲ 47, ਕਿਉਂਕਿ 51 ਵੀ ਦੇਖੋ 17 ਦੇ ਟੇਬਲ ਤੇ ਆਉਂਦਾ ਹੈ, 49 ਵੀ ਆਉਂਦਾ ਹੈ, 45 ਵੀ ਕਿਸੇ ਦੇ ਟੇਬਲ ਤੇ ਆਉਂਦਾ ਹੈ। तो बचेगी साडे कोल 47। बस इस तरीके नाल ही तुसीं इस नूं सॉल्व करते जाना। नेक्स्ट है साडे कोल 7 3 9 21 45 93। इस दे विच की हो रहा, देखो 3 दे विच 6 प्लस किते 9, फिर 9 दे विच 12 प्लस किते 21, 21 दे विच 24 प्लस किते एंड 45 दे विच 48 प्लस होया। कि इत्थे पर देखो ऊपर एक साडे कोल सीरीज निकल के आई 6 दा टेबल, 6 2 दा 12, फिर 12 नूं 2 नाल कीता 24, फिर 24 नूं 2 नाल कीता 48। ਹੁਣ 48 ਨੂੰ 2 ਨਾਲ ਕਰਾਂਗੇ ਤਾਂ ਕੀ ਆਏਗਾ 96। ਹੁਣ 96 और 93 ਨੂੰ ਪਲੱਸ ਕਰ ਦਾਂਗੇ ਤਾਂ ਆਨਸਰ ਕੀ ਬਣ ਜਾਏਗਾ ਸਾਡੇ ਕੋਲ 189। ਇਹ ਇਜ਼ ਦਾ ਆਨਸਰ ਹੋ। ਨੈਕਸਟ 8 ਨੰਬਰ ਦਾ ਸਾਡੇ ਕੋਲ 2 9 28 65 126। ਇਹਦੇ ਵਿੱਚ ਕੀ ਚੱਲ ਰਿਹਾ ਸਾਡੇ ਕੋਲ 1 ਦਾ ਕਿਊਬ प्लस 1 इज इक्वल टू 1 ਦਾ ਕੀ ਹੋਇਆ ਸਾਡੇ ਕੋਲ 1, 1 ਦਾ ਕਿਊਬ ਕੀ ਹੋਇਆ ਸਾਡੇ ਕੋਲ 1 और प्लस 1 करते आंसर ਕੀ ਹੋ ਗਿਆ ਸਾਡੇ ਕੋਲ 2। ਇਸ ਤਰ੍ਹਾਂ ਫਿਰ ਨੈਕਸਟ 2 ਦਾ ਕਿਊਬ प्लस 1 इज इक्वल टू 2 ਦਾ ਕਿਊਬ मींस 2 2 ਦਾ 4 4 2 ਦਾ 8 और 8 और प्लस 1 9। देखो 9 आ रहा है। फिर इस तरह 3 ਦਾ ਕਿਊਬ प्लस 1 इज इक्वल टू ਕੀ आंसर होएगा 3 3 ਦਾ 9 9 3 ਦਾ 27 27 और 1 प्लस किते 28। देखो नेक्स्ट ਕੀ ਆ ਰਿਹਾ ਸਾਡੇ ਕੋਲ 28। ਜਦੋਂ ਇਸ ਤਰ੍ਹਾਂ ਤੁਹਾਡੇ ਜਿਹੜੇ ਸੋਲਵ ਹੋਣ ਲੱਗ ਜਾਣ ਡਿਜਿਟ ਅੱਗੇ ਆਉਣ ਲੱਗ ਜਾਣ ਤਾਂ ਇਟ ਮੀਨਸ ਕੀ ਆ ਕਿ ਇਹੀ ਸੀਰੀਜ਼ ਜਿਹੜੀ ਉੱਥੇ ਚੱਲ ਰਹੀ ਆ, ਤੁਸੀਂ ਇਸੇ ਤਰੀਕੇ ਨਾਲ ਫਿਰ ਉੱਤੇ ਸੋਲਵ ਕਰ ਦੇਣਾ।
ਹੁਣ ਕਈ ਸਟੂਡੈਂਟ ਕਹਿਣਗੇ ਦੇਖੋ ਵੀ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਜਿਹੜੀ ਇਹ ਸੀਰੀਜ਼ ਜਿਹੜੀ ਆ ਉਹ ਇਹਦੇ ਵਿੱਚ ਚੱਲੇਗੀ। ਦੇਖੋ ਸਟੂਡੈਂਟ ਦੋ ਚਾਰ ਤਰੀਕੇ ਜਿਹੜੇ ਨੇ ਨਾ ਤੁਹਾਨੂੰ ਉਹ ਯਾਦ ਰੱਖਣੇ ਪੈਣਗੇ। ਉਹ ਤੁਹਾਨੂੰ ਹਰੇਕ ਕੁਐਸਚਨ ਦੇ ਵਿੱਚੋਂ ਲਗਾ ਕੇ ਦੇਖਣਾ ਪਊਗਾ ਵੀ ਇਹ ਚੱਲ ਰਿਹਾ ਜਾਂ ਇਹ ਚੱਲ ਰਿਹਾ। ਜਿਹੜਾ ਤੁਹਾਨੂੰ ਉੱਥੇ ਤਰੀਕਾ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਚੱਲ ਰਿਹਾ, ਉਹੀ ਤੁਸੀਂ ਉੱਥੇ ਯੂਜ਼ ਕਰਕੇ ਉਹਦਾ ਆਨਸਰ ਕੱਢ ਦੇਣਾ। ਨੈਕਸਟ ਦੇਖੋ ਕੀ ਹੈ, 4 ਦਾ ਕਿਊਬ ਪਲੱਸ 1, 4 4 ਦਾ 16, 16 4 ਦਾ 64 ਪਲੱਸ 1 ਕੀਤੇ 65। ਦੇਖੋ ਆਨਸਰ ਆ ਗਿਆ ਤੇ 65। ਫਿਰ ਅੱਗੇ ਨੈਕਸਟ 5 ਦਾ ਕਿਊਬ ਪਲੱਸ 1, 5 5 ਦਾ 25, 25 5 ਦਾ 125 ਔਰ ਜੇ 1 ਪਲੱਸ ਕੀਤੇ 125 ਸੌਰੀ 126 ਆਨਸਰ ਆ ਗਿਆ ਇੱਥੇ 126। ਇਸ ਤਰ੍ਹਾਂ ਨੈਕਸਟ ਕੀ ਚੱਲੂਗਾ ਇੱਥੇ 6 ਦਾ ਕਿਊਬ ਪਲੱਸ 1, 6 6 ਦਾ 36, 36 ਦਾ 216 ਪਲੱਸ 1 ਕੀਤੇ ਕੀ ਆਇਆ ਸਾਡੇ ਕੋਲ 217। ਆਨਸਰ ਕੀ ਹੈ ਦੇਖੋ ਇੱਥੇ ਆਪਸ਼ਨ ਨੰਬਰ 3 217। ਨੈਕਸਟ 9 ਕੁਐਸਚਨ ਆ ਸਾਡੇ ਕੋਲ 840 168 42 14 7। ਦੇਖੋ ਇਸ ਕੁਐਸਚਨ ਨੂੰ ਦੇਖ ਕੇ ਇਹ ਤਾਂ ਪਤਾ ਲੱਗ ਰਿਹਾ ਤੁਹਾਨੂੰ, ਦੇਖੋ ਵੀ ਇੱਕ ਵੱਡਾ ਫਿਰ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਛੋਟਾ, ਠੀਕ ਹੈ। ਇਸ ਤਰ੍ਹਾਂ ਇੱਕ ਸੀਰੀਜ਼ ਚੱਲ ਰਹੀ ਆ। ਹੁਣ ਇਹਦੇ ਵਿੱਚ ਲੁਕੀ ਹੋਈ ਸੀਰੀਜ਼ ਕੀ ਆ ਆਪਾਂ ਉਹ ਫਾਈਂਡ ਆਊਟ ਕਰ। ਦੇਖੋ ਇਹਦੇ ਵਿੱਚ ਕੀ ਚੱਲ ਰਿਹਾ ਹੁਣ ਧਿਆਨ ਨਾਲ ਦੇਖਣਾ ਇਸ ਨੂੰ। 840 ਡਿਵਾਈਡ 5, ਫਿਰ 168 ਡਿਵਾਈਡ 4, 42 ਡਿਵਾਈਡ 3। 840 ਨੂੰ 5 ਨਾਲ ਡਿਵਾਈਡ ਕੀਤਾ ਤਾਂ ਆਨਸਰ ਕੀ ਆਇਆ ਸਾਡੇ ਕੋਲ 168। ਦੇਖੋ ਇਹ ਨੈਕਸਟ ਸਾਡੇ ਕੋਲ 168 ਆ ਗਿਆ। ਫਿਰ ਇਸ ਨੂੰ ਤੁਸੀਂ ਡਿਵਾਈਡ ਕੀਤਾ ਤਾਂ ਕੀ ਆਨਸਰ ਆਇਆ ਸਾਡੇ ਕੋਲ 42। ਦੇਖੋ ਨੈਕਸਟ ਸਾਡੇ ਕੋਲ 42 ਆ ਰਿਹਾ। ਫਿਰ 3 ਨਾਲ ਡਿਵਾਈਡ ਕਰੋਗੇ ਇਸ ਨੂੰ ਤਾਂ ਕੀ ਆਇਆ ਸਾਡੇ ਕੋਲ 14। ਦੇਖੋ ਨੈਕਸਟ ਤੇ 14 ਆ ਰਿਹਾ। ਹੁਣ ਇਸੇ ਤਰੀਕੇ ਨਾਲ ਤੁਸੀਂ 14 ਨੂੰ ਕਰੋਗੇ ਅੱਗੇ 2 ਨਾਲ ਡਿਵਾਈਡ, ਆਨਸਰ ਕੀ ਆਇਆ ਸਾਡੇ ਕੋਲ 7। ਦੇਖੋ ਇੱਥੇ 7 ਆ ਗਿਆ। ਹੁਣ 7 ਨਾਲ ਕੀ ਕਰੋਗੇ ਤੁਸੀਂ, ਦੇਖੋ ਪਹਿਲਾਂ ਇੱਥੇ 5 ਨਾਲ ਕੀਤਾ ਸੀ, ਫਿਰ 4 ਨਾਲ, ਫਿਰ 3 ਨਾਲ, ਫਿਰ 2 ਨਾਲ। ਹੁਣ ਕਿਹਦੇ ਨਾਲ ਕਰੋਗੇ 1 ਨਾਲ। ਤੇ 1 ਦੇ ਟੇਬਲ ਦੇ ਵਿੱਚ 7 ਕਿੱਥੇ ਆ ਗਿਆ 7 ਤੇ, ਤਾਂ ਆਨਸਰ ਕੀ ਆਇਆ ਸਾਡੇ ਕੋਲ 7। ਨੈਕਸਟ ਹੈ 10th ਨੰਬਰ ਤੇ ਸਾਡੇ ਕੋਲ KM5 IP8 GS11 EV14। ਦੇਖੋ ਸਟੂਡੈਂਟ ਇਹਦੇ ਵਿੱਚ ਨਾ ਦੋਨੋਂ ਚੀਜ਼ਾਂ ਦੀ ਵੈਲਿਊ ਹੈ। ਇਸ KM ਜਿਹੜੀ ਆ ABC ਵਗੈਰਾ ਲਿਖੀ ਹੋਈ ਆ ਇਹਦੀ ਵੈਲਿਊ ਆ, ਔਰ ਨਾਲ ਜਿਹੜੇ ਡਿਜਿਟ ਲਿਖੇ ਹੋਏ ਨੇ ਇਹਦੀ ਵੀ ਵੈਲਿਊ ਹੈ। ਇਹ ਦੋਨਾਂ ਦਾ ਇੱਕ ਕੰਬੀਨੇਸ਼ਨ ਹੈ, ਉਹਦੇ ਨਾਲ ਹੀ ਜਿਹੜਾ ਇਹਦੇ ਵਿੱਚੋਂ ਕੋਈ ਵੀ ਆਨਸਰ ਜਿਹੜਾ ਨਿਕਲ ਕੇ ਆਉਣਾ। ਦੇਖੋ ਇਸ ਦੇ ਵਿੱਚ ਧਿਆਨ ਨਾਲ ਦੇਖੋ ਤਾਂ ਕੀ ਹੋ ਰਿਹਾ। ਪਹਿਲਾਂ ਨੂਮੈਰੀਕਲ ਨੂੰ ਦੇਖ ਲੈਂਦੇ ਆ। 5 ਤੋਂ ਬਾਅਦ 8 ਆ ਰਿਹਾ, ਕਿੰਨੇ ਪਲੱਸ ਹੋ ਰਹੇ ਉੱਪਰ 3, ਫਿਰ 8 ਤੋਂ ਬਾਅਦ 11, ਫਿਰ 3 ਪਲੱਸ ਹੋ ਗਏ, ਫਿਰ 3 ਪਲੱਸ ਕੀਤੇ ਤਾਂ ਕੀ ਆਇਆ 14। ਫਿਰ 14 ਦੇ ਵਿੱਚ ਅੱਗੇ ਪਤਾ ਹੀ ਆ, ਫਿਰ 3 ਪਲੱਸ ਕਰਾਂਗੇ ਆਨਸਰ ਕੀ ਆਏਗਾ ਸਾਡੇ ਕੋਲ 17। ਪਰ ਹੁਣ ਦੇਖਣਾ ਕੀ ਆ ਸੀ, ਦੇਖੋ ਇੱਥੇ ਆਪਸ਼ਨ ਕੀ ਦਿੱਤਾ ਹੋਇਆ CY17 ਐਂਡ CX17, ਦੋਨਾਂ ਚੋਂ ਕਿਹੜਾ ਆਪਸ਼ਨ ਠੀਕ ਆ। ਹੁਣ ਅਸੀਂ ਇਹ ਫਾਈਂਡ ਆਊਟ ਕਰਨਾ ਹੈ। ਉਹਦੇ ਲਈ ਸਾਨੂੰ ਦੇਖਣਾ ਪਊਗਾ ਇਸ ਦੇ ਨਾਲ ਵਾਲਾ ਕੀ ਲਿਖਿਆ। ਦੇਖੋ M ਤੋਂ ਬਾਅਦ P ਕਦੋਂ ਆਉਂਦਾ ਹੈ N ਐਂਡ Q ਨੂੰ ਛੱਡ ਕੇ, ਫਿਰ ਆ ਜਾਂਦਾ P ਤੋਂ ਬਾਅਦ Q R ਨੂੰ ਛੱਡ ਕੇ ਕੀ ਆਉਂਦਾ S ਤੋਂ ਬਾਅਦ T ਐਂਡ W ਛੱਡ ਕੇ ਕੀ ਆਉਂਦਾ V ਤੋਂ ਬਾਅਦ ਫਿਰ ਕੀ ਕਰਾਂਗੇ ਆਪਾਂ ਉਸ ਤਰ੍ਹਾਂ ਹੀ 2 ਛੱਡਾਂਗੇ W ਐਂਡ X। ਉਸ ਤੋਂ ਬਾਅਦ ਕੀ ਆਉਂਦਾ ਸਾਡੇ ਕੋਲ Y। ਦੇਖੋ ਤੁਹਾਨੂੰ ਪਤਾ ਲੱਗ ਗਿਆ ਇਹ Y ਜਿਹੜਾ ਇੱਥੇ ਨਾਲ ਆਏ, ਠੀਕ ਹੈ। ਇਹ X ਤਾਂ ਹੁਣ ਆਪਾਂ ਪਤਾ ਖਤਮ ਹੋ ਗਿਆ। ਹੁਣ ਸਾਡੇ ਕੋਲ ਕੀ ਬਚਿਆ Y। ਹੁਣ ਤੁਹਾਨੂੰ ਇਹ ਨਾ C ਦੇਖੋ ਜਾਂ ਨਾ ਦੇਖੋ, ਤੁਹਾਨੂੰ ਪਤਾ ਆਪਸ਼ਨ ਜਿਹੜਾ ਇਹੀ ਹੋਏਗਾ। ਹੁਣ ਨੈਕਸਟ ਕੁਐਸਚਨ ਹੈ ਜੀ 11। ਉਹਦੇ ਚ ਪਹਿਲਾਂ ਆਪਾਂ ਉੱਪਰ ਡਾਇਰੈਕਸ਼ਨ ਪੜ੍ਹ ਲੈਂਦੇ ਉਹਨਾਂ ਦੀ ਵੀ ਕੀ ਕਹਿੰਦੇ ਨੇ ਇਹ। ਫਾਈਂਡ ਦਾ ਰੋਂਗ ਓਡ ਨੰਬਰ ਔਰ ਆਈਟਮ ਫॉर ਦਾ ਗਿਵਨ ਸੀਰੀਜ਼। ਕਹਿੰਦੇ ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਗਲਤ ਵੱਖਰਾ ਅੰਕ ਜਾਂ ਪਦ ਚੁਣੋ। ਤੁਸੀਂ ਕੋਈ ਰੋਂਗ ਦੇਖਣਾ ਹੈ, ਕੁਝ ਗਲਤ ਲਿਖਿਆ ਹੋਵੇ ਜਾਂ ਕੁਝ ਓਡ ਲਿਖਿਆ ਹੋਵੇ, ਇਸ ਤਰੀਕੇ ਦਾ ਨੰਬਰ ਤੁਸੀਂ ਫਾਈਂਡ ਆਊਟ ਕਰਨਾ ਹੈ। ਫਸਟ ਕੁਐਸਚਨ ਦੇਖਦੇ ਹਾਂ। ਦੇਖੋ ਸਾਡੇ ਕੋਲ ਕੀ ਆ 2 5 11 24 27 47 95। ਦੇਖੋ ਨੇ ਜੇ ਅਸੀਂ ਓਡ ਨੰਬਰ ਦੇਖੀਏ ਤਾਂ ਕਿਹੜੇ ਓਡ ਨੰਬਰ ਨੇ ਸਾਡੇ ਕੋਲ 95 ਵੀ ਓਡ ਹੈ, 47 ਓਡ ਹੈ, 27 ਓਡ ਹੈ, 24 ਕੀ ਲੱਭ ਗਿਆ ਸਾਡੇ ਕੋਲ ਈਵਨ। ਇਹ ਕੀ ਹੈ ਈਵਨ। ਫਿਰ ਤੁਸੀਂ ਕਹੋਗੇ ਦੇਖੋ ਇਹਦੇ ਵਿੱਚ 2 ਵੀ ਈਵਨ ਹੈ। ਹੁਣ ਬਾਕੀ ਸਾਰੇ ਤਾਂ ਦੇਖੋ ਇਹ ਚ ਆਪਸ਼ਨ ਕੀ ਬਣ ਕੇ ਸਾਡੇ ਕੋਲ ਇੱਕ 2 ਐਂਡ 24, ਇਹ ਦੋਨੋਂ ਸਾਡੇ ਕੋਲ ਯਾਨੀ ਇੱਕ ਵੱਖਰੇ ਓਡ ਨੰਬਰ ਨਿਕਲ ਕੇ ਆ ਗਏ। ਪਰ ਅਸੀਂ ਹੁਣ ਇੱਥੇ ਚੂਜ਼ ਕਿਹੜਾ ਕਰਾਂਗੇ 24 ਕਰਾਂਗੇ ਜਾਂ 2 ਚੂਜ਼ ਕਰੀਏ। ਹੁਣ ਤੁਸੀਂ ਦੇਖੋਗੇ ਇਹਦੇ ਵਿੱਚ ਆਪਸ਼ਨ, ਫਿਰ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਕਿਹੜਾ ਨੰਬਰ ਦਿੱਤਾ। ਦੇਖੋ ਇਹਨਾਂ ਵਿੱਚ ਆਪਸ਼ਨ 'ਚ ਤੁਹਾਨੂੰ ਦਿੱਤਾ ਸਿਰਫ ਉਹਨਾਂ ਨੇ 24, ਤੇ ਇਸ ਕਰਕੇ ਆਨਸਰ ਕੀ ਮੰਨਾਂਗੇ ਇਹਦਾ 24। ਇਸ ਗੱਲ ਦਾ ਤੁਸੀਂ ਬੇਹੱਦ ਧਿਆਨ ਰੱਖਣਾ ਹੈ ਕਿ ਉਹਨਾਂ ਨੇ ਕਨਫਿਊਜ਼ ਕਰਨ ਲਈ ਵੀ ਇਸ ਤਰ੍ਹਾਂ ਦਾ ਤੁਹਾਨੂੰ ਇੱਕ ਨੰਬਰ ਆਇਆ ਹੋਊਗਾ ਕਿ ਤੁਸੀਂ ਕਨਫਿਊਜ਼ ਹੋ ਕੇ ਬੈਠੇ ਰਹੋਗੇ। 2 ਵੀ ਈਵਨ ਹੈ, 24 ਵੀ ਈਵਨ ਹੈ, ਹੁਣ ਅਸੀਂ ਕਿਹੜਾ ਲਗਾਈਏ। ਪਰ ਤੁਸੀਂ ਆਪਸ਼ਨ ਦੇਖਣੇ ਆ ਫਿਰ ਵੀ ਆਪਸ਼ਨ ਦੇ ਵਿੱਚ ਕਿਹੜਾ ਨੰਬਰ ਦਿੱਤਾ ਤੁਹਾਨੂੰ। ਨੈਕਸਟ ਹੈ ਸਾਡੇ ਕੋਲ 12 ਨੰਬਰ ਤੇ 13 15 19 23 29 31। ਹੁਣ ਇਹਦੇ ਚ ਕੀ ਹੋ ਰਿਹਾ ਦੇਖੋ ਕੀ ਓਡ ਹੈ, ਕਿਹੜਾ ਇੱਕ ਵੱਖਰਾ ਡਿਜਿਟ ਹੈ। ਦੇਖੋ 13 ਹੈ, ਇਹ ਵੀ ਆਪਣੇ ਟੇਬਲ ਤੇ ਆਉਂਦਾ ਹੈ। 19 ਵੀ, 23 ਵੀ, 29 ਵੀ, 31 ਵੀ ਆਪਣੇ ਟੇਬਲ ਤੇ ਆਉਂਦਾ ਹੈ। ਬਚੇਗੀ ਸਾਡੇ ਕੋਲ 15। ਇਹ ਕਿਹਦੇ ਟੇਬਲ ਤੇ ਆ ਰਿਹਾ 3 ਤੇ, ਤਾਂ ਆਨਸਰ ਕੀ ਹੋਗਾ ਸਾਡੇ ਕੋਲ 15, ਆਪਸ਼ਨ ਨੰਬਰ 4। ਨੈਕਸਟ ਕੁਐਸਚਨ ਆਪਣੇ ਕੋਲ M14 P17 D5 W25 G8। ਹੁਣ ਇਹਦੇ ਵਿੱਚ ਦੇਖਣਾ ਆਪਾਂ ਇਹਨਾਂ ਵਿੱਚੋਂ ਰੋਂਗ ਜਿਹੜਾ ਡਿਜਿਟ ਹੈ ਉਹ ਕਿਹੜਾ ਹੈ। ਇਸ ਕੁਐਸਚਨ ਨੂੰ ਸੋਲਵ ਕਰਨ ਲਈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਅਲਫਾਬੈਟਿਕ ਦੀ ਨੰਬਰਿੰਗ। ਤੁਸੀਂ ਜਿਵੇਂ ਐਗਜ਼ਾਮ ਦੇ ਵਿੱਚ ਜਾ ਕੇ ਬੈਠਣਾ ਤੁਸੀਂ ਪਹਿਲਾਂ ਇਹ ਜਿਹੜੀ ABC ਦੀ ਨੰਬਰਿੰਗ ਹੈ
ਇਹ ਜ਼ਰੂਰ ਇਸ ਤਰੀਕੇ ਦੇ ਨਾਲ ਉੱਥੇ ਲਿਖ ਲੈਣੀ ਹੈ, ਕਿਉਂਕਿ ਇਸ ਦੇ ਨਾਲ ਦੇ ਜਿਹੜੇ ਕੁਐਸਚਨ ਤੁਹਾਨੂੰ ਆਉਣੇ ਹੀ ਆਉਣੇ ਆ ABC ਵਾਲੇ। ਹੁਣ ਇੱਥੇ ਦੇਖੋ ਤੁਹਾਨੂੰ ਕਨਫਿਊਜ਼ ਕਰਨ ਲਈ ਇੱਥੇ ਲਿਖਿਆ MPD, ਤੁਸੀਂ ਇੱਥੇ ਲੱਭੀ ਜਾਓਗੇ ਵੀ M ਹੈ, MA ਪਿਆ, M ਤੋਂ ਬਾਅਦ 2 ਛੱਡ ਕੇ P ਆ ਗਿਆ, P ਤੋਂ ਬਾਅਦ ਫਿਰ D ਚਲੇ ਗਿਆ, ਫਿਰ ਤੁਸੀਂ ਕਨਫਿਊਜ਼ ਹੋ ਜਾਣਾ ਵੀ ਇਹ ਸਿਸਟਮ ਕਿਵੇਂ ਚੱਲਦਾ। ਪਰ ਦੇਖਣਾ ਕੀ ਸੀ ਇਹਦੇ ਵਿੱਚ, ਦੇਖਣਾ ਇਹਦੇ ਵਿੱਚ ਇਹ ਆ, ਦੇਖੋ ਇੱਥੇ ਕੀ ਲਿਖਿਆ 14। ਹੁਣ ਤੁਸੀਂ 14 ਨੰਬਰ ਤੇ ਜਾਣਾ ਹੈ ਕਿ 14 ਨੰਬਰ ਤੇ ਕੀ ਲਿਖਿਆ, ਉੱਥੇ ਦੇਖੋ ਕੀ ਲਿਖਿਆ N, ਤੇ ਇਸ ਤੋਂ ਪਹਿਲਾਂ ਕੀ ਆਉਂਦਾ, ਪਹਿਲਾਂ ਆਉਂਦਾ ਸਾਡੇ ਕੋਲ M ਜਿਹੜਾ 13 ਨੰਬਰ ਤੇ ਆ। ਆਪਾਂ ਨੰਬਰ ਦਾ ਕੋਈ ਇੱਥੇ ਇਸ਼ੂ ਨਹੀਂ, ਬਸ ਇਹ ਦੇਖਣਾ ਵੀ ਇਸ ਤੋਂ ਪਹਿਲਾਂ ਕੀ ਆ ਰਿਹਾ ਆਪਣੇ ਕੋਲ M। ਹੁਣ ਨੈਕਸਟ ਆਪਣੇ ਕੋਲ 17 ਨੰਬਰ ਤੇ ਦੇਖੋ ਕੀ ਲਿਖਿਆ Q, ਤਾਂ Q ਤੋਂ ਪਹਿਲਾਂ ਕੀ ਆ ਆਪਣੇ ਕੋਲ P, ਯਾਨੀ ਇੱਥੇ ਨੰਬਰਿੰਗ ਇਸ ਤਰ੍ਹਾਂ ਹੀ ਚੱਲ ਰਹੀ ਹੈ ਕਿ ਜਿਹੜਾ 14 ਤੇ ਲਿਖਿਆ ਹੋਊਗਾ ਉਹ N ਲਿਖਿਆ ਹੋਇਆ, ਤੇ N ਤੋਂ ਪਹਿਲਾਂ ਕੀ ਆ ਰਿਹਾ M, ਉਹ ਲਿਖਣਾ ਸੀ। ਫਿਰ ਨੈਕਸਟ ਦੇਖੋ ਕੀ ਆ 5 ਤੇ ਕੀ ਲਿਖਿਆ ਆਪਣੇ ਕੋਲ ਇੱਥੇ E ਤੋਂ ਪਹਿਲਾਂ ਕੀ ਹੁੰਦਾ D, ਇਹ ਵੀ ਠੀਕ ਹੈ। ਯਾਨੀ ਹੁਣ ਹੋਇਆ ਕਿ ਸਾਨੂੰ ਇਹ 3 ਤੋਂ ਇਹ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਸੀਰੀਜ਼ ਜਿਹੜੀ ਆ ਉਹ ਚੱਲ ਕਿਵੇਂ ਰਹੀ ਹੈ, ਕਿ ਜੋ ਨੰਬਰ ਤੁਸੀਂ ਤੁਹਾਨੂੰ ਉੱਥੇ ਉਹਨਾਂ ਨੇ ਹਿੱਸਾ ਦਿੱਤਾ 14 ਦਿੱਤਾ, ਤੁਸੀਂ 14 ਤੋਂ ਪਹਿਲਾਂ ਕੀ ਆਉਂਦਾ MO ਇੱਥੇ ਨਾਲ ਲਿਖਿਆ ਹੋਊਗਾ। ਜੇ 17 ਹੈ 17 ਨੰਬਰ ਤੇ ਆਪਣੇ ਕੋਲ ਹੈਗਾ Q, ਤੇ Q ਤੋਂ ਪਹਿਲਾਂ ਕੀ ਹੁੰਦਾ ਆਪਣੇ ਕੋਲ P, ਉਹ ਨਾਲ ਲਿਖਿਆ ਹੋਊਗਾ। ਇਸੇ ਤਰੀਕੇ ਨਾਲ 5 ਹੋ ਗਿਆ, 5 ਨੰਬਰ ਤੇ ਕੀ ਹੈ ਆਪਣੇ ਕੋਲ E ਤੋਂ ਪਹਿਲਾਂ ਕੀ ਹੁੰਦਾ D। ਹੁਣ ਨੈਕਸਟ ਕੀ ਕਹਿੰਦਾ ਉਹ 25 ਨੰਬਰ ਤੇ ਦੇਖ ਲਓ ਕੀ ਹੈ ਆਪਣੇ ਕੋਲ W, ਯਾਨੀ ਇਸ ਤੋਂ ਪਹਿਲਾਂ ਨਾਲ ਕੀ ਲਿਖਿਆ ਹੋਣਾ ਸੀਗਾ X, ਪਰ ਉਹਨੇ ਕੀ ਲਿਖਿਆ ਇੱਥੇ W, so that is the wrong answer, ਇਹ ਆਪਣੇ ਕੋਲ wrong ਹੋ ਗਿਆ। ਨੈਕਸਟ ਆਪਾਂ ਨੈਕਸਟ ਵੀ ਚੈੱਕ ਕਰ ਲੈਂਦੇ ਆ 8 ਨੰਬਰ ਤੇ ਕੀ ਆ ਆਪਣੇ ਕੋਲ H ਤੋਂ ਪਹਿਲਾਂ ਕੀ ਆਉਂਦਾ G, ਉਹੀ ਇਹਨਾਂ ਨੇ ਲਿਖਿਆ ਇੱਥੇ। ਸੋ ਇਸ ਤਰੀਕੇ ਨਾਲ ਆਪਣੇ ਕੋਲ ਸਹੀ ਆਨਸਰ ਹੋ ਗਿਆ ਆਪਸ਼ਨ ਨੰਬਰ 2 W25। ਨੈਕਸਟ ਆਪਣੇ ਕੋਲ E G P R F H M N D F, ਇਹ ਵੀ ਇਸ ਤਰੀਕੇ ਨਾਲ ਹੀ ਦੇਖਣਾ ਤੁਸੀਂ। ਇੱਥੇ E ਤੋਂ ਬਾਅਦ ਕੀ ਲਿਖਿਆ ਇੱਥੇ G, ਹੁਣ ਅਸੀਂ ਦੇਖਣਾ ਇੱਥੋਂ E and G, ਯਾਨੀ ਇੱਕ F ਛੱਡ ਕੇ E ਤੋਂ ਬਾਅਦ F ਛੱਡ ਕੇ ਅੱਗੇ ਲਿਖਿਆ ਉਹਨੇ G, ਫਿਰ ਅੱਗੇ ਲਿਖਿਆ P, ਯਾਨੀ P ਤੋਂ ਬਾਅਦ Q ਛੱਡ ਕੇ ਉਹਨਾਂ ਨੇ ਲਿਖਿਆ R, ਫਿਰ ਲੱਗਿਆ ਕਿ F H, ਯਾਨੀ F ਤੋਂ ਬਾਅਦ G ਛੱਡ ਕੇ ਫਿਰ ਲਿਖਿਆ H, ਯਾਨੀ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਸੀਰੀਜ਼ ਕੀ ਚੱਲ ਰਹੀ ਹੈ ਕਿ ਇੱਕ ਜਿਹੜਾ ਵਿੱਚ ਵਾਲਾ ਸੈਂਟਰ ਵਾਲਾ ਜਿਹੜਾ ਆਪਣੇ ਕੋਲ ਡਿਜਿਟ ਹੈ ਉਹ ਛੱਡਦੇ ਜਾ ਰਹੇ ਨੇ। ਨੈਕਸਟ ਆ ਗਿਆ ਆਪਣੇ ਕੋਲ M and N। ਹੁਣ M ਤੋਂ ਬਾਅਦ ਇਹਨਾਂ ਨੇ ਡਾਇਰੈਕਟਲੀ ਨਾਲ N ਲਿਖਦਾ, ਪਰ ਹੋਣਾ ਕੀ ਚਾਹੀਦਾ ਸੀ ਸੀਰੀਜ਼ ਦੇ ਅਕੋਰਡਿੰਗ N ਜਿਹੜਾ ਛੱਡਣਾ ਚਾਹੀਦਾ ਸੀ ਇੱਥੇ ਉਹ ਲਿਖਣਾ ਚਾਹੀਦਾ ਸੀ। ਸੋ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ MN ਇਸ ਦਾ ਰਾਈਟ ਆਨਸਰ ਹੋਊਗਾ, ਕਿ ਜਿਹੜਾ ਕਿ ਇੱਥੇ ਰੋਂਗ ਆ। DF ਵੀ ਚੈੱਕ ਕਰ ਲੈਂਦੇ ਅਸੀਂ। D ਤੋਂ ਬਾਅਦ ਕੀ ਆਉਂਦਾ ਪਹਿਲਾਂ E, ਸੈਂਟਰ ਛੱਡ ਕੇ ਫਿਰ ਲਿਖਿਆ F। ਸੋ ਫਾਈਨਲ ਆਨਸਰ ਸਾਡਾ ਹੋ ਗਿਆ ਆਪਸ਼ਨ ਨੰਬਰ 3। ABC ਦੇ ਇਸ ਤਰੀਕੇ ਦੇ ਜਿਹੜੇ ਵੀ ਕੁਐਸਚਨ ਆਉਂਦੇ ਨੇ ਤੁਹਾਨੂੰ ਤੁਸੀਂ ਇਸੇ ਅਲਫਾਬੈਟਿਕ ਦੇ ਨੰਬਰਿੰਗ ਦੀ ਸੀਰੀਜ਼ ਦੇ ਹਿਸਾਬ ਨਾਲ ਹੀ ਤੁਸੀਂ ਉਹਨੂੰ ਸੋਲਵ ਕਰਨੇ ਆ। ਬਹੁਤ ਹੀ ਈਜ਼ੀ ਕੁਐਸਚਨ ਹੁੰਦੇ ਆ, ਕੋਈ ਜ਼ਿਆਦਾ ਡਿਫਿਕਲਟ ਨਹੀਂ ਹੁੰਦੇ। ਥੋੜੀ ਜਿਹੀ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਈਜ਼ੀਲੀ ਜਿਹੜੇ ਇਹ ਸਮਝ ਆ ਜਾਣਗੇ। ਨੈਕਸਟ 50 ਨੰਬਰ ਤੇ ਕੁਐਸਚਨ ਆਪਣੇ ਕੋਲ 53 59 61 69 71 79। ਇਹਦੇ ਵਿੱਚ ਸੇਮ ਉਦਾਂ ਹੀ ਦੇਖੋ 53 ਵੀ ਆਪਣੇ ਟੇਬਲ ਤੇ ਆਉਂਦਾ ਹੈ, 59 ਵੀ, 61 ਵੀ, 71 ਵੀ, 79 ਵੀ। ਤਾਂ ਬਚਿਆ ਕੀ ਸਾਡੇ ਕੋਲ 69 ਜਿਹੜਾ ਕਿਹੜੇ ਟੇਬਲ ਤੇ ਆਉਂਦਾ ਹੈ 23 ਦੇ ਟੇਬਲ ਤੇ। ਠੀਕ ਹੈ ਜੀ, ਆਨਸਰ ਕੀ ਬਣ ਗਿਆ ਸਾਡੇ ਕੋਲ 69। ਨੈਕਸਟ 60 ਨੰਬਰ ਤੇ ਆ ਸਾਡੇ ਕੋਲ ਦੇਖੋ ਕੁਐਸਚਨ ਕੀ ਆ, ਅਕੋਰਡਿੰਗ ਟੂ ਦਾ ਸਪੈਸੀਫਿਕ ਪੈਟਰਨ ਫਿਲਿੰਗ ਦਾ ਬਲੈਂਕ। ਕਹਿੰਦੇ ਇੱਕ ਪੈਟਰਨ ਚੱਲ ਰਿਹਾ, ਤੁਸੀਂ ਉਸ ਮੁਤਾਬਕ ਇਹਦੇ ਵਿੱਚੋਂ ਚੂਜ਼ ਕਰਨਾ। ਹੇਠ ਦਿੱਤੇ ਪ੍ਰਸ਼ਨਾਂ ਵਿੱਚ ਅੰਕ ਅੱਖਰ ਲੜੀਆਂ ਕਿਸੇ ਤਰਤੀਬ ਅਨੁਸਾਰ ਹਨ। ਇੱਕ ਤਰਤੀਬ ਦਿੱਤੀ ਹੋਈ ਹੈ ਤੁਹਾਨੂੰ, ਤੁਸੀਂ ਉਹਦੇ ਮੁਤਾਬਿਕ ਜਿਹੜਾ ਇਹ ਕੁਐਸਚਨ ਸੋਲਵ ਕਰਨਾ। ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੈਟਰਨ ਕੀ ਬਣੇਗਾ। ਇਹਦੇ ਵਿੱਚ ਜੇ ਅਸੀਂ ਇੱਥੇ B ਲਗਾ ਦਈਏ, ਇੱਥੇ C ਲਗਾ ਦਈਏ ਔਰ ਇੱਥੇ ਵੀ C ਲਗਾ ਦਈਏ, ਤਾਂ ਪੈਟਰਨ ਕੀ ਬਣ ਕੇ ਆਇਆ ਸਾਡੇ ਕੋਲ A B C C A B। ਇਹ ਜ਼ਰੂਰੀ ਨਹੀਂ ਸਟੂਡੈਂਟ ਕਿ ਜਿਹੜਾ ਪੈਟਰਨ ਹੋਏਗਾ ਉਹ 3 ਇੱਥੇ 3 ਦਿੱਤੇ ਨੇ ਤਾਂ 3 ਦਾ ਹੀ ਦੇਖਣਾ ਹੈ। ਤੁਸੀਂ 4 ਦਾ ਵੀ ਦੇਖ ਸਕਦੇ ਹੋ, 5 ਦਾ ਵੀ ਦੇਖ ਸਕਦੇ ਹੋ। ਜਿਸ ਤਰ੍ਹਾਂ ਮੈਂ ਇੱਥੇ ਬਣਾਇਆ A B C C A B, ਦੇਖੋ A B ਆ ਰਿਹਾ, ਵਿੱਚ C C ਆ ਗਿਆ, ਫਿਰ A B ਆ ਗਿਆ। ਫਿਰ ਨੈਕਸਟ ਪੈਟਰਨ ਕੀ ਬਣਿਆ ਇੱਥੇ B C A A B C, ਦੇਖੋ B C ਇੱਥੇ ਲਾਸਟ ਵਿੱਚ ਲੱਗ ਗਿਆ, ਇੱਥੇ ਵੀ ਲੱਗ ਗਿਆ, ਔਰ ਸੈਂਟਰ 'ਚ ਕੀ ਆ ਗਿਆ ਸਾਡੇ ਕੋਲ A A। ਇਹ ਇੱਕ ਤਰੀਕੇ ਦਾ ਪੈਟਰਨ ਬਣਦਾ ਜਾ ਰਿਹਾ, ਔਰ ਇਹੀ ਇਸ ਦਾ ਫਿਰ ਆਨਸਰ ਹੋਏਗਾ ਨੰਬਰ 1 B C C। 17 ਨੰਬਰ ਤੇ ਆ। ਹੁਣ ਇਹਦੇ ਵਿੱਚ ਦੇਖਣਾ ਅਸੀਂ ਕਿਹੜਾ ਲਗਾ ਕੇ ਇਸ ਨੂੰ ਪੈਟਰਨ ਬਣਾਉਂਦੇ ਆ। ਇੱਥੇ ਲਗਾਵਾਂਗੇ ਅਸੀਂ 2 1 0, ਤੇ ਪੈਟਰਨ ਕੀ ਬਣ ਗਿਆ ਸਾਡੇ ਕੋਲ ਫਿਰ 10 21 10 21 10 21। ਦੇਖੋ ਇਸ ਤਰੀਕੇ ਦਾ ਇੱਕ ਪੈਟਰਨ ਬਣਦਾ ਜਾ ਰਿਹਾ। ਤੇ ਕੀ ਫਿਲ ਕੀਤਾ ਸੀ ਅਸੀਂ 2 1 0। ਆਨਸਰ ਕੀ ਆ, ਆਪਸ਼ਨ ਨੰਬਰ ਕੀ ਆ 2। 18 ਨੰਬਰ ਤੇ ਕੁਐਸਚਨ ਆ ਸਾਡੇ ਕੋਲ। ਇੱਥੇ ਫਿਲ ਕਰਦੇ ਆ ਅਸੀਂ B A B B B K। ਕਿਹੜਾ ਆਪਸ਼ਨ ਯੂਜ਼ ਕੀਤਾ ਮੈਂ ਇੱਥੇ, ਆਪਸ਼ਨ ਨੰਬਰ 1। ਤਾਂ ਪੈਟਰਨ ਕੀ ਬਣ ਗਿਆ ਸਾਡੇ ਕੋਲ K A B B A K, ਫਿਰ ਉਸ ਤਰ੍ਹਾਂ K A B B A K। ਦੇਖੋ ਉਸ ਤਰ੍ਹਾਂ ਹੀ ਬਣਦਾ ਜਾ ਰਿਹਾ K A B B A K K A B
BAK इस तरह का तुसी पैटर्न फाइंड आउट करना ਹੁੰਦਾ ਇਹਦੇ ਵਿੱਚ ਇਸ ਤਰ੍ਹਾਂ ਹੀ ਕਰਕੇ ਸੀਰੀਜ਼ ਚੱਲਦੀ ਜਾਏਗੀ ਠੀਕ ਹੈ ਜੀ ਨੈਕਸਟ 19 ਨੰਬਰ ਤੇ ਆ ਸਾਡੇ ਕੋਲ ਇੱਥੇ ਫਿਲ ਕਰਾਂਗੇ ਅਸੀਂ ਪਹਿਲਾਂ ABBA ਕਿਹੜਾ ਆਪਸ਼ਨ ਇਨਪੁਟ ਕੀਤਾ ਮੈਂ ਨੰਬਰ 1 पैटर्न की बन गया फिर इतने A B B A B A A B फिर A B B A B A A B तो वैसे नहीं बन गया A B B A B A फिर A B A B देखो पहला B A विच दो बारी आ गया फिर A B दो बारी आ गया फिर B A दो बारी आ गया इस तरीके का एक पैटर्न बनता जा रहा है नेक्स्ट 20 नंबर पे देखते हैं असं की लिखा How many twos are there in the following number sequence which are immediately preceded by 7 and followed by 4 ਅਸੀਂ ਕੀ ਦੇਖਣਾ ਹੈ ਕਿ ਜਿਹੜਾ ਦੋ ਨੰਬਰ ਹੈ ਉਹ ਕਿੰਨੀ ਵਾਰ ਆਉਂਦਾ ਹੈ ਜਦੋਂ ਉਸ ਤੋਂ ਪਹਿਲਾਂ 7 ਲਿਖਿਆ ਹੋਵੇ ਤੇ ਬਾਅਦ ਵਿੱਚ 4 ਨਾ ਆਉਂਦਾ ਹੋਵੇ ਦੇਖੋ ਇਹ ਪੰਜਾਬੀ ਵਿੱਚ ਇਹਨਾਂ ਨੇ ਨਾ ਲਿਖਤਾ ਪਰ ਇੰਗਲਿਸ਼ ਦੇ ਵਿੱਚ ਇਹਨਾਂ ਨੇ ਕਿਤੇ ਵੀ ਨੋਟ ਜਿਹੜਾ ਯੂਜ਼ ਨਹੀਂ ਕੀਤਾ ਇਹ ਵੀ ਤੁਸੀਂ ਉੱਥੇ ਕਈ ਵਾਰ ਧਿਆਨ ਰੱਖ ਲੈਣਾ ਅਸੀਂ ਦੋਨੋਂ ਤਰੀਕੇ ਨਾਲ ਹੀ ਕਰਕੇ ਦੇਖ ਲੈਂਦੇ ਆ ਕਿ 4 ਆਂਦਾ ਹੋਵੇ ਬਾਅਦ ਵਿੱਚ ਤੇ 4 ਨਾ ਆਂਦਾ ਹੋਵੇ ਪਹਿਲਾਂ ਆਪਾਂ 4 ਆਂਦਾ ਹੋਵੇ ਉਹ ਦੇਖ ਲੈਂਦੇ ਆ ਕਿੰਨੇ ਡਿਜਿਟ ਆਉਂਦੇ ਨੇ ਇੱਕ ਦੇਖੋ ਕੀ ਹੈ ਸਾਡੇ ਕੋਲ ਇੱਥੇ ਹੀ ਕਿਹਾ 2 ਤੋਂ ਪਹਿਲਾਂ 7 ਆ ਰਿਹਾ ਤੇ 2 ਤੋਂ ਆਫਟਰ ਜਿਹੜਾ 4 ਆ ਰਿਹਾ ਇਹ ਸਾਡੇ ਕੋਲ ਬਣ ਗਿਆ ਇੱਕ ਫਿਰ ਨੈਕਸਟ ਦੇਖੋ ਇੱਥੇ 2 ਤੋਂ ਪਹਿਲਾਂ 7 ਐਂਡ 7 ਤੋਂ ਬਾਅਦ ਫਿਰ 4 ਇਹ ਬਣ ਗਿਆ ਸਾਡੇ ਕੋਲ ਸੈਕਿੰਡ ਨੰਬਰ ਤੇ ਫਿਰ ਨੈਕਸਟ ਆ ਰਿਹਾ ਦੇਖੋ 2 ਤੋਂ ਪਹਿਲਾਂ 7 ਐਂਡ ਉਸ ਤੋਂ ਬਾਅਦ 4 ਇਹ ਕਿੰਨੇ ਬਣ ਗਏ ਸਾਡੇ ਕੋਲ 3 ਯਾਨੀ ਆਨਸਰ ਹੋਗਾ ਸਾਡੇ ਕੋਲ ਇੱਥੇ ਆਪਸ਼ਨ ਨੰਬਰ 3 ਹੁਣ ਜੇ ਅਸੀਂ ਦੇਖੀਏ ਕਿ 4 ਨਾ ਆਉਂਦਾ ਹੋਵੇ ਪਿੱਛੇ ਤਾਂ ਫਿਰ ਉਹ ਅਸੀਂ ਫਾਈਂਡ ਆਊਟ ਕਰਦੇ ਹਾਂ ਤਾਂ ਦੇਖੋ 2 ਤੋਂ ਪਹਿਲਾਂ ਇੱਥੇ 7 ਆ ਗਿਆ ਤੇ 2 ਤੋਂ ਬਾਅਦ ਫਿਰ 7 ਆ ਗਿਆ ਯਾਨੀ 4 ਨਹੀਂ ਆਇਆ ਇਸ ਵਿੱਚ ਕੀ ਬਣ ਗਿਆ ਇੱਥੇ ਨੰਬਰ 1 ਨੈਕਸਟ ਆ ਸਾਡੇ ਕੋਲ ਇਹ ਵਾਲਾ 2 ਤੋਂ ਪਹਿਲਾਂ ਇੱਥੇ 7 ਆ ਗਿਆ ਇੱਥੇ ਉਸ ਤੋਂ ਬਾਅਦ 2 ਹੈ ਪਰ 4 ਨਹੀਂ ਆਇਆ ਇਹ ਬਣ ਗਿਆ ਸਾਡੇ ਕੋਲ 2 ਨਾਲ ਹੀ ਇਸਦੇ ਫਿਰ 2 ਤੋਂ ਪਹਿਲਾਂ 7 पर इतने उस बाद 4 7 है एक ही बन गया साढ़े को नंबर 3 फिर इतने देखो 2 तो पहला 7 है 2 तो बाद भी 7 है तो की बन गया साढ़े को 4 यानी फिर इस मुताबिक जो ऑप्शन होगा वो 4 होए 21 नंबर ते हाउ मैनी 5s are there in the following number sequence which are immediately preceded by 4 and followed by 6 कहते ਅਸੀਂ 5 ਦੇਖਣਾ ਹੈ ਕਿ ਕਿੰਨੀ ਵਾਰ ਆਉਂਦਾ ਹੈ ਤੇ ਉਸ ਤੋਂ ਪਹਿਲਾਂ 4 ਅੰਕ ਹੋਵੇ ਤੇ ਬਾਅਦ ਵਿੱਚ 6 ਆਂਦਾ ਹੋਵੇ ਐਸੇ ਡਿਜਿਟ ਦੇਖਣੇ ਆ ਯਾਨੀ ਸਿੰਪਲ ਗੱਲ ਆ ਜੇ ਤੁਸੀਂ ਦੇਖੋ ਪਹਿਲਾਂ 4 ਲਿਖਿਆ ਹੋਊਗਾ ਤੇ ਸੈਂਟਰ 'ਚ 5 ਤਾਂ ਹੋਏਗਾ ਹੀ ਤੇ ਉਸ ਤੋਂ ਬਾਅਦ ਕੀ ਹੈ 6 ਯਾਨੀ ਅਸੀਂ 4 5 6 ਇਸ ਤਰ੍ਹਾਂ ਦੇ ਜਿਹੜੇ ਇਕੱਠੇ ਡਿਜਿਟ ਨੇ ਉਹ ਦੇਖਣੇ ਨੇ ਕਿ ਕਿੰਨੇ ਨੇ ਦੇਖੋ ਪਹਿਲਾਂ ਦੇਖ ਲੈਣਾ ਇੱਥੇ ਲੱਭ ਗਿਆ ਸਾਡੇ ਕੋਲ 4 5 6 ਇਹ 1 ਹੋ ਗਿਆ ਫਿਰ ਦੇਖੋ ਇੱਕ ਇਹ ਪਿਆ 2 ਹੋ ਗਏ और ये एक 3 हो गए यानी ऑप्शन की हो गया साढ़े को नंबर 1 ते आंसर हो गया 3 22 नंबर ते है which word from the following words is at third place when arranged in dictionary order कहते हेठ लिखे शब्दां ਨੂੰ ਸ਼ਬਦਕੋਸ਼ ਕ੍ਰਮ ਅਨੁਸਾਰ ਕਰੋ ਤੇ ਦੱਸੋ ਤੀਸਰਾ ਸ਼ਬਦ ਕਿਹੜਾ ਆਉਂਦਾ ਤਾਂ ਆਪਸ਼ਨ ਹੋ ਗਿਆ ਇਸ ਦਾ ਨੰਬਰ 1 ਸ਼ਰਬ 23 ਨੰਬਰ ਤੇ ਆ which word from the following words is at second place when arranged in dictionary order ਕਹਿੰਦੇ ਸ਼ਬਦਾਂ ਨੂੰ ਸ਼ਬਦਕੋਸ਼ ਕ੍ਰਮ ਅਨੁਸਾਰ ਕਰੋ ਤੇ ਦੱਸੋ ਕਿਹੜਾ ਸ਼ਬਦ ਦੂਸਰੇ ਸਥਾਨ ਤੇ ਆਉਂਦਾ ਹੈ ਤਾਂ ਇਹਦੇ ਵਿੱਚ ਹੋ ਜਾਏਗਾ ਆਪਸ਼ਨ ਨੰਬਰ 1 10 ਡਨ ਨੈਕਸਟ 24 ਨੰਬਰ ਤੇ ਆ which of the following word can not be formed from the letter for the word construction ਕਹਿੰਦੇ ਜਿਹੜਾ ਕੰਸਟਰਕਸ਼ਨ ਵਰਡ ਲਿਖਿਆ ਇਹਨਾਂ ਚਾਰ ਆਪਸ਼ਨ ਦੇ ਵਿੱਚੋਂ ਤੁਸੀਂ ਐਸਾ ਆਪਸ਼ਨ ਲੱਭਣਾ ਹੈ ਜਿਹਦੇ ਵਿੱਚ ਕਿਹੜਾ ਵਰਡ ਆ ਜਿਹੜਾ ਇਹਨਾਂ ਕੰਸਟਰਕਸ਼ਨ ਦੇ ਡਿਜਿਟ ਨੂੰ ਯੂਜ਼ ਕਰਕੇ ਨਾ ਬਣਿਆ ਹੋਵੇ ਤਾਂ ਦੇਖੋ ਤੁਸੀਂ ਸਿੰਪਲ ਧਿਆਨ ਰੱਖ ਲੈਣਾ ਜੇ ਅਸੀਂ ਪਹਿਲੇ ਆਪਸ਼ਨ ਦੇਖੀਏ ਸਾਰੇ ਵਰਡ ਜਿਹੜੇ ਨੇ ਉਹ ਕੰਸਟਰਕਸ਼ਨ ਦੇ ਵਿੱਚ ਆ ਰਹੇ ਨੇ ਦੇਖੋ S ਵੀ ਆ ਰਿਹਾ U ਵੀ ਆ ਰਿਹਾ C ਵੀ ਹੈਗਾ ਇਸ ਦੇ ਵਿੱਚ ਵੀ ਸਾਰੇ ਡਿਜਿਟ ਹੈਗੇ ਨੇ ਇਸ ਦੇ ਵਿੱਚ ਵੀ ਹੈਗੇ ਨੇ ਪਰ ਇੱਕ ਕੁਐਸਚਨ ਦੇ ਵਿੱਚ ਦੇਖੋ ਜਿਹੜਾ A ਹੈ ਉਹ ਕੰਸਟਰਕਸ਼ਨ ਦੇ ਵਿੱਚ ਕਿਤੇ ਨਹੀਂ ਦਿਖ ਰਿਹਾ तो इस करके साढ़े को ऑप्शन की होगा ऑप्शन नंबर 3 25 नंबर ते which of the following word can be formed from the letter of the word environment कहते ਕਿਹੜਾ ਐਸਾ ਸ਼ਬਦ ਹੈ ਜਿਹੜਾ environment ਨੂੰ ਡਿਜਿਟ ਜਿਹੜੇ ਲਿਖੇ ਹੋਏ ਨੇ ਇਹਦੇ ਵਿੱਚ ਉਸ ਨੂੰ ਯੂਜ਼ ਕਰਕੇ ਜਿਹੜੇ environment ਦੇ ਵਰਡ ਲਿਖੇ ਹੋਏ ਨੇ alphabetical ਇਸ ਨੂੰ ਯੂਜ਼ ਕਰਕੇ ਜਿਹੜਾ ਵਰਡ ਬਣਿਆ ਹੋਵੇ ਉਹ ਕਿਹੜਾ ਵਰਡ ਹੈ ਤਾਂ ਦੇਖੋ ਇਸ ਨੂੰ ਯੂਜ਼ ਕਰਨ ਲਈ ਤੁਸੀਂ ਕੀ ਕਰਨਾ ਹੈ ਅਸੀਂ ਪਹਿਲਾਂ ਉਹ ਡਿਜਿਟ ਲੱਭ ਲੈਣੇ ਜਿਹੜੇ environment ਦੇ ਵਿੱਚ ਨਹੀਂ ਨੇ ਜਿਵੇਂ ਇੱਥੇ C ਹੈ ਉਹ C ਕਿਤੇ ਵੀ environment ਤੇ ਯੂਜ਼ ਨਹੀਂ ਕੀਤਾ ਗਿਆ ਫਿਰ ਨੈਕਸਟ ਦੇਖ ਲੈਂਦੇ ਆ A है A भी किते इत्थे यूज नहीं किया गया नैक्सट विच भी फोर्थ विच भी देखो A है A भी किते एनवायरनमेंट दे विच यूज नहीं किया गया ते साडे कोल की बचिया फिर 3 ये सारे जेडे डिजिट ने वर्ड ने ये सारे एनवायरनमेंट दे विचों ही यूज किए गए ने 26 नंबर ते देयर आर 56 स्टूडेंट इन क्लास 8th मोहित इज ऑन 28th प्लेस फ्रॉम द फ्रंट साइड कहंदे 8वीं श्रेणी दे विच कुल जेडे ने 56 स्टूडेंट ने मोहित जेड़ा हैगा ओह फ्रंट साइड तो 28 नंबर ਤੇ ਬੈਠਾ ਹੈ ਪਿਛਲੇ ਪਾਸੇ ਤੋਂ ਕਿਹੜੇ ਸਥਾਨ ਤੇ ਆ ਯਾਨੀ ਬੈਕ ਸਾਈਡ ਤੋਂ ਅਸੀਂ ਦੇਖਣਾ ਕਿਹੜੇ ਨੰਬਰ ਤੇ ਬੈਠਾ ਤੇ ਤੁਸੀਂ ਕੀ ਕਰੋਗੇ ਦੇਖੋ ਤੁਸੀਂ ਇੱਥੇ ਗਲਤੀ ਕੀ ਕਰੋਗੇ 56 ਦੇ ਵਿੱਚੋਂ 28 ਮਾਈਨਸ ਕਰ ਦੋਗੇ ਤੁਸੀਂ ਕਹੋਗੇ ਆਨਸਰ ਕੀ ਆ ਗਿਆ 28 ਪਰ ਜੇ ਤੁਸੀਂ ਹੁਣ ਇਹਦੇ ਇਸ ਗਿਣਤੀ ਦੇ ਹਿਸਾਬ ਨਾਲ ਦੇਖੋ ਤਾਂ ਅਸੀਂ ਇੱਥੇ ਇੱਕ ਵਾਰ ਕਾਊਂਟ ਕਰਕੇ ਦੇਖ ਲੈਂਦੇ ਆ 1 2 3 4 ਹੁਣ ਮੈਂ ਕਿੱਥੋਂ ਦੇਖੋ ਗਿਣਤੀ ਸਟਾਰਟ ਕਰੀ 56 ਨੂੰ ਕੀ ਬਣਿਆ 1
यही तुसी बस ध्यान रखना है। 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 28 कितने आया फिर 29 नंबर। यही तुसी बस इत्थे ध्यान रखना। आंसर क्या आएगा साढ़े कोल 29। 27 नंबर ते आ इन अ साइंस एग्जीबिशन संतोख सिंह इज ऑन 15 प्लेस। देखो उस तरीके का क्वेश्चन फिर आ गया फ्रॉम राइट साइड। कहते विज्ञान प्रदर्शनी 42 ਜਿਹੜੇ ਟੀਚਰ ਨੇ ਉਹਨਾਂ ਦੀ ਕਤਾਰ ਦੇ ਵਿੱਚ ਜਿਹੜਾ ਸੰਤੋਖ ਸਿੰਘ ਹੈ ਉਹ ਸੱਜੇ ਪਾਸੇ ਤੋਂ 50 ਨੰਬਰ ਤੇ ਹੈ। ਔਨ ਵਿਚ ਪਲੇਸ ਹੀ ਇਜ਼ ਫਰੋਮ ਲੈਫਟ ਸਾਈਡ। ਕਹਿੰਦਾ ਲੈਫਟ ਸਾਈਡ ਤੋਂ ਫਿਰ ਕਿਹੜੇ ਨੰਬਰ ਤੇ ਹੋਇਆ। ਸਿੰਪਲ ਉਸ ਤਰ੍ਹਾਂ ਹੀ ਤੁਸੀਂ ਪਤਾ ਕੀ ਕਰਨਾ ਇਹਦੇ ਵਿੱਚੋਂ ਤੁਸੀਂ 42 ਦੇ ਵਿੱਚੋਂ 50 ਨੂੰ ਮਾਈਨਸ ਕਰੋ। ਆਨਸਰ ਆਏਗਾ ਸਾਡੇ ਕੋਲ 27। ਉਹਦੇ ਵਿੱਚ ਇੱਕ ਪਲੱਸ ਜ਼ਰੂਰ ਕਰ ਦਿਓ ਬਸ। ਆਨਸਰ ਕੀ ਬਣ ਗਿਆ ਸਾਡੇ ਕੋਲ 28। ਨੈਕਸਟ ਦੇਖੋ ਜਿਹੜੇ 28 ਤੋਂ 31 ਤੱਕ ਜਿਹੜੇ ਕੁਐਸਚਨ ਨੇ ਉਹ ਇਸ ਇਨਫੋਰਮੇਸ਼ਨ ਨੂੰ ਦੇ ਕੇ ਸਟੇਟਮੈਂਟ ਨੂੰ ਦੇ ਕੇ ਤੁਸੀਂ ਇਹਦੇ ਆਨਸਰ ਜਿਹੜੇ ਨੇ ਦੇਣੇ ਨੇ। ਤਾਂ ਫਸਟ ਅਸੀਂ ਪਹਿਲਾਂ ਇਹਨਾਂ ਨੂੰ ਦੇਖ ਲੈਣੇ ਕੀ ਆ। A ਤੇ B ਘੋੜਸਵਾਰ, ਜਿਮਨਾਸਟਿਕ ਅਤੇ ਫੁੱਟਬਾਲ ਖਿਡਾਰੀ ਹਨ। ਇਸ ਤਰ੍ਹਾਂ ਤੁਹਾਨੂੰ ਇੱਕ ਸਟੇਟਮੈਂਟ ਦਿੱਤੀਆਂ ਹੋਈਆਂ। और 28 ਦਾ ਅਸੀਂ ਕੁਐਸਚਨ ਦੇਖਦੇ ਹਾਂ ਕੀ ਆ। ਕਹਿੰਦੇ ਕੌਣ ਘੋੜਸਵਾਰ, ਤੈਰਾਕ, ਬਾਕਸਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹੈ। ਅਸੀਂ ਇਹ ਦੇਖਣਾ A B C ਤੇ D ਦੇ ਵਿੱਚੋਂ ਜਿਹੜਾ ਘੋੜਸਵਾਰ ਵੀ ਹੋਵੇ, ਤੈਰਾਕ ਵੀ ਹੋਵੇ, ਬਾਕਸਰ ਵੀ ਹੋਵੇ, ਜਿਮਨਾਸਟਿਕ ਵੀ ਹੋਵੇ ਤੇ ਫੁੱਟਬਾਲ ਪਲੇਅਰ ਵੀ ਹੋਵੇ। ਉਹ ਅਸੀਂ ਦੇਖਣਾ ਇਹਨਾਂ ਸਟੇਟਮੈਂਟ ਨੂੰ। ਦੇਖੋ ਇਹਦੇ ਚ ਅਸੀਂ ਧਿਆਨ ਨਾਲ ਦੇਖਾਂਗੇ ਜਿਹੜਾ D ਹੈ। ਦੇਖੋ ਚੀਜ਼ਾਂ ਤੁਸੀਂ ਦੇਖਣੀਆਂ। डी देख लिया सी तो की आ गया घोड़सवार भी है, बॉक्सर भी है, तैराक भी है। डी फिर यूज हो रहा है। एच की है जिमनास्टिक भी आ गया, फुटबॉल खिडारी भी आ गया। यानी जो ये कह रहा है सारे जिहड़े ने डी दे विच आ गए। तो आंसर की हो गया साडे कोल डी। नैक्सट आ साडे कोल किहड़ा जिहड़ा घोड़सवार, तैराक, बॉक्सर, फुटबॉल खिडारी है पर जिमनास्टिक नहीं है। तो देखते हैं ਅਸੀਂ ਇੱਥੇ देखो सी देखो एक घोड़सवार भी है, बॉक्सर भी है, फुटबॉल खिडारी भी है। फिर सी आ गया ਇਹਦੇ ਚ ਕੀ है बॉक्सर भी है, तैराक भी है पर की नहीं आया सी जिमनास्टिक। तो इसका आंसर की हो गया ऑप्शन नंबर 3 सी। नैक्सट आ साडे कोल किहड़ा ਜਿਹੜਾ ਘੋੜਸਵਾਰ, ਜਿਮਨਾਸਟਿਕ, ਫੁੱਟਬਾਲ ਖਿਡਾਰੀ ਹੈ ਪਰ ਤੈਰਾਕ ਨਹੀਂ ਹੈ ਤੇ ਨਾ ਹੀ ਬਾਕਸਰ ਹੈ। ਅਸੀਂ ਦੇਖਦੇ ਹਾਂ A ਨੂੰ ਇਹ ਘੋੜਸਵਾਰ ਵੀ ਹੈ, ਜਿਮਨਾਸਟਿਕ ਵੀ ਹੈ, ਫੁੱਟਬਾਲ ਖਿਡਾਰੀ ਵੀ ਹੈ ਪਰ ਬਾਕਸਰ नहीं है। तो आंसर की हो गया साडे कोल नंबर 1 A। 31 ਤੇ ਕੌਣ ਜਿਹੜਾ ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹੈ ਪਰ ਘੋੜਸਵਾਰ ਨਹੀਂ ਹੈ। ਤਾਂ E ਨੂੰ ਦੇਖਦੇ ਹਾਂ ਅਸੀਂ ਤੈਰਾਕ ਵੀ ਹੈ, ਜਿਮਨਾਸਟਿਕ ਵੀ ਹੈ, ਫੁੱਟਬਾਲ ਖਿਡਾਰੀ ਵੀ ਹੈ ਪਰ ਘੋੜਸਵਾਰ नहीं है। ऑप्शन की होया साडे कोल ਇਹਦੇ ਵਿੱਚ E। 32 ਤੇ ਹੈ 1 ਤੋਂ 100 ਤੱਕ ਗਿਣਤੀ ਲਿਖਦੇ ਸਮੇਂ 2 ਦਾ ਅੰਕ ਕਿੰਨੀ ਵਾਰ ਆਉਂਦਾ ਹੈ। ਤਾਂ ਅੰਕ ਜਿਹੜਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 20 ਵਾਰ ਆਉਂਦਾ। ਨੈਕਸਟ ਕੁਐਸਚਨ ਹੈ ਸਾਡੇ ਕੋਲ 33 ਤੋਂ 37 ਤੱਕ। ਤੁਸੀਂ ਇਸ ਪਿਕਚਰ ਦੇ ਮੁਤਾਬਿਕ ਜਿਹੜੇ ਆ ਕੁਐਸਚਨਾਂ ਦੇ ਆਨਸਰ ਜਿਹੜੇ ਨੇ ਉਹ ਲੱਭ ਕੇ ਤੁਸੀਂ ਦੇਣੇ ਆ। ਫਸਟ ਅਸੀਂ ਕੁਐਸਚਨ ਦੇਖਦੇ ਹਾਂ 33 ਨੰਬਰ ਤੇ ਆ ਕਿੰਨੇ ਖਿਡਾਰੀ ਨਾ ਤਾਂ ਕਲਾਕਾਰ ਹਨ ਅਤੇ ਨਾ ਹੀ ਡਾਕਟਰ ਆ। ਤੁਸੀਂ ਪਿਕਚਰ ਨੂੰ ਧਿਆਨ ਨਾਲ ਦੇਖਣਾ। ਦੇਖੋ ਇੱਕ ਡਾਕਟਰ ਦੀ ਆ, ਖਿਡਾਰੀ ਆ ਐਂਡ ਇੱਕ ਕਲਾਕਾਰ ਦਿੱਤੇ ਹੋਏ ਨੇ। ਆਇਤ ਜਿਹੜਾ ਉਹਨਾਂ ਨੇ ਯਾਨੀ ਰੈਕਟੈਂਗਲ ਜਿਹੜਾ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਹੈ ਆਰਟਿਸਟ ਯਾਨੀ ਕਲਾਕਾਰ ਨੂੰ, ਸਰਕਲ ਯਾਨੀ ਚੱਕਰ ਰਿਪਰੈਜ਼ੈਂਟ ਕੀਤਾ ਉਹਨਾਂ ਨੇ ਪਲੇਅਰਸ ਯਾਨੀ ਖਿਡਾਰੀਆਂ ਨੂੰ, ਟ੍ਰਾਇੰਗਲ ਯਾਨੀ ਤ੍ਰਿਕੋਣ ਰਿਪਰੈਜ਼ੈਂਟ ਕੀਤਾ ਉਹਨਾਂ ਨੇ ਡਾਕਟਰਸ ਨੂੰ। ਅਸੀਂ ਇੱਥੇ ਦੇਖਦੇ ਹਾਂ ਕਿ ਕਿੰਨੇ ਖਿਡਾਰੀ ਨਾ ਤਾਂ ਕਲਾਕਾਰ ਹਨ ਤੇ ਨਾ ਹੀ ਡਾਕਟਰ ਹਨ। ਤਾਂ ਤੁਸੀਂ ਦੇਖੋ ਇਸ ਸਰਕਲ ਨੂੰ ਤੁਸੀਂ ਧਿਆਨ ਨਾਲ ਦੇਖੋ। ਇਹਦੇ ਵਿੱਚ ਕੀ ਹੋ ਰਿਹਾ ਹੈ ਜਿਹੜਾ 4 ਹੈ ਇਹ ਕਲਾਕਾਰ ਦੇ ਵਿੱਚ ਵੀ ਆ ਰਿਹਾ ਹੈ ਐਂਡ ਡਾਕਟਰ ਦੇ ਵਿੱਚ ਵੀ ਆ ਰਿਹਾ ਹੈ। ਠੀਕ ਹੈ ਪਰ ਸਾਡੇ ਕੋਲ ਜਿਹੜਾ ਦੇਖੋ ਇਹ 25 ਜਿਹੜਾ ਪਿਆ ਇਹ ਬਾਹਰ ਪਿਆ। ਠੀਕ ਹੈ ਤ੍ਰਿਕੋਣ ਤੋਂ ਵੀ ਬਾਹਰ ਪਿਆ ਔਰ ਐਂਡ ਰੈਕਟੈਂਗਲ ਤੋਂ ਵੀ ਬਾਹਰ ਪਿਆ। ਤਾਂ ਇਹਦਾ ਆਨਸਰ ਕੀ ਹੋਇਆ ਸਾਡੇ ਕੋਲ ਫਿਰ ਇਹ 25। ਨਾ ਤਾਂ ਇਹ ਖਿਡਾਰੀ ਹੈ, ਨਾ ਕਲਾਕਾਰ ਹੈ ਤੇ ਨਾ ਹੀ ਡਾਕਟਰ ਹੈ, ਇਹ ਬਾਹਰ ਹੀ ਹੈ। ਨੈਕਸਟ 34 ਨੰਬਰ ਤੇ ਕੁਐਸਚਨ ਆਪਣੇ ਕੋਲ ਕਿੰਨੇ ਕਲਾਕਾਰ ਜਿਹੜੇ ਖਿਡਾਰੀ ਹਨ। ਆਪਸ਼ਨ ਹੋਏਗਾ ਇਸਦਾ ਦੇਖੋ ਜਿਹੜੇ ਚੱਕਰ 'ਚ ਕੀ ਆ ਰਿਹਾ 22। 35 ਤੇ ਕਿੰਨੇ ਕਲਾਕਾਰ ਨਾ ਤਾਂ ਡਾਕਟਰ ਹਨ ਤੇ ਨਾ ਹੀ ਖਿਡਾਰੀ ਹਨ। ਕੁਐਸਚਨ ਤੁਸੀਂ ਧਿਆਨ ਨਾਲ ਦੇਖ ਲਓ ਇੱਥੇ ਸਟੂਡੈਂਟ ਕਿੰਨੇ ਕਲਾਕਾਰ ਖਿਡਾਰੀ ਹਨ। ਉਹਦਾ ਮਤਲਬ ਕੀ ਆ ਕਿ ਜਿਹੜੇ ਕਲਾਕਾਰ ਵੀ ਹੋਣੇ ਚਾਹੀਦੇ ਆ ਤੇ ਉਹ ਖਿਡਾਰੀ ਵੀ ਹੋਣੇ ਚਾਹੀਦੇ ਆ। ਤਾਂ ਰੈਕਟੈਂਗਲ ਜਿਹੜਾ ਹੈਗਾ ਉਹਦੇ ਵਿੱਚ ਕਲਾਕਾਰ ਦੀ ਗੱਲ ਕੀਤੀ ਹੋਈ ਆ। ਤਾਂ ਇਹਦੇ ਵਿੱਚ ਚੱਕਰ ਵੀ ਦੇਖੋ ਇਹਦੇ ਚ ਆ ਰਿਹਾ ਤੇ ਇਹਦੇ ਵਿੱਚ ਇੱਕ 22 ਜਿਹੜਾ ਉਹ ਰੈਕਟੈਂਗਲ ਦੇ ਵਿੱਚ ਆ ਰਿਹਾ ਹੈ। ਠੀਕ ਹੈ ਜੀ ਉਹਦੇ ਚੱਕਰ ਦੇ ਵਿੱਚ ਵੀ ਆ ਰਿਹਾ। ਇਟ ਮੀਨਸ ਕੀ ਹੋਇਆ ਆਂਸਰ ਸਾਡੇ ਕੋਲ 22। 35 ਨੰਬਰ ਤੇ ਆ ਕਿੰਨੇ ਕਲਾਕਾਰ ਨਾ ਤਾਂ ਡਾਕਟਰ ਹਨ ਤੇ ਨਾ ਹੀ ਖਿਡਾਰੀ ਹਨ। ਨਾ ਤਾਂ ਦੇਖੋ ਉਹ ਡਾਕਟਰ ਹੋਣੇ ਚਾਹੀਦੇ ਆ ਤੇ ਨਾ ਹੀ ਖਿਡਾਰੀ ਹੋਣੇ ਚਾਹੀਦੇ ਆ। ਤਾਂ ਸਿਰਫ ਹੋਣ ਕੀ ਚਾਹੀਦੇ ਆ ਕਲਾਕਾਰ। ਤਾਂ ਰੈਕਟੈਂਗਲ ਦੇ ਵਿੱਚ ਕੀ ਆ ਰਿਹਾ ਸਿਰਫ ਇੱਕ 30। ਆਂਸਰ ਕੀ ਹੋ ਜਾਏਗਾ ਸਾਡੇ ਕੋਲ 30। 36 ਨੰਬਰ ਤੇ ਆ ਕਿੰਨੇ ਡਾਕਟਰ ਨਾ ਤਾਂ ਖਿਡਾਰੀ ਹਨ ਤੇ ਨਾ ਹੀ ਕਲਾਕਾਰ ਹਨ। ਯਾਨੀ ਸਿਰਫ ਉਹ ਡਾਕਟਰ ਹੋਣੇ ਚਾਹੀਦੇ ਆ, ਖਿਡਾਰੀ ਨਹੀਂ ਹੋਣੇ ਚਾਹੀਦੇ ਤੇ ਕਲਾਕਾਰ ਵੀ ਨਹੀਂ ਹੋਣੇ ਚਾਹੀਦੇ। ਤਾਂ ਦੇਖੋ ਇੱਥੇ ਡਾਕਟਰ ਦਾ ਸਾਨੂੰ ਰਿਪਰੈਜ਼ੈਂਟ ਕੀ ਕੀਤਾ ਹੋਇਆ ਟ੍ਰਾਇੰਗਲ ਨੂੰ। ਤਾਂ ਟ੍ਰਾਇੰਗਲ ਦੇ ਵਿੱਚ ਸਿਰਫ ਇੱਥੇ ਕੀ ਆ ਰਿਹਾ ਇੱਕ 17। ਠੀਕ ਹੈ ਜਿਹੜਾ ਸਿਰਫ ਟ੍ਰਾਇੰਗਲ ਦੇ ਵਿੱਚ ਹੀ ਤੁਹਾਨੂੰ ਦਿਖ ਰਿਹਾ। ਆਨਸਰ ਕੀ ਹੋ ਜਾਏਗਾ ਸਾਡੇ ਕੋਲ 17। ਨੈਕਸਟ ਕੁਐਸਚਨ ਆ ਸਾਡੇ ਕੋਲ ਕਿੰਨੇ ਡਾਕਟਰ, ਖਿਡਾਰੀ ਅਤੇ ਕਲਾਕਾਰ ਦੋਵੇਂ ਹਨ। ਦੇਖੋ ਅਸੀਂ ਦੇਖਣਾ ਹੈ ਡਾਕਟਰ ਖਿਡਾਰੀ ਵੀ ਹੋਵੇ। ਦੇਖੋ ਸਟੂਡੈਂਟ ਜੇ ਤੁਸੀਂ ਇਸ 3 ਨੂੰ ਦੇਖੋ ਧਿਆਨ ਨਾਲ ਤਾਂ ਇਹ ਸਰਕਲ ਦੇ ਵਿੱਚ ਵੀ ਆ ਰਿਹਾ ਹੈ, ਰੈਕਟੈਂਗਲ ਵਿੱਚ ਵੀ ਆ ਰਿਹਾ ਹੈ ਪਰ ਇਹ ਟ੍ਰਾਇੰਗਲ ਦੇ ਵਿੱਚ ਨਹੀਂ ਆ ਰਿਹਾ। ਇਟ ਮੀਨਸ ਕੀ ਹੋਇਆ ਤਾਂ ਆਨਸਰ ਇਸ ਦਾ
3 हो गया। 38 नंबर ते आ जेकर हरे नूं लाल, लाल नूं नीला, नीले नूं चिट्टा, चिट्टे नूं पीला, पीले नूं बैंगनी किहा जावे तां घाह दा रंग की होवेगा? घाह दा रंग ओए होएगा हरा हुंदा है घाह दा रंग, तां हरे नूं सब तो पहला ਅਸੀਂ ਕੀ ਕਿਹਾ ਸੀਗਾ ਲਾਲ। आंसर ਕੀ ਹੋ ਗਿਆ ਸਾਡੇ ਕੋਲ ਲਾਲ ਹੀ ਹੋਏਗਾ। 39 ਨੰਬਰ ਤੇ ਆ ਇਨਸਰਟਨ ਕੋਡ ਦਿੱਤਾ ਹੋਇਆ ਤੁਹਾਨੂੰ ਇੱਕ ਲੈਂਗੁਏਜ ਦੇ ਵਿੱਚ 125 ਗੋ ਟੂ ਸਕੂਲ ਲਈ ਆ, 146 ਸਟੱਡੀ ਇਨ ਸਕੂਲ ਲਈ ਆ, 135 ਰਨ ਟੂ ਸਕੂਲ ਲਈ ਆ। ਤਾਂ ਕੁਐਸਚਨ ਕੀ ਆ ਸਾਡੇ ਕੋਲ ਜਿਹੜਾ ਰਨ ਹੈ ਤਾਂ ਇਸ ਦੇ ਲਈ ਕਿਹੜਾ ਜਿਹੜਾ ਡਿਜਿਟ ਆ ਯੂਜ਼ ਕੀਤਾ ਗਿਆ? ਤਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ। ਇਹਦੇ ਵਿੱਚ ਰੈਪੀਟੇਸ਼ਨ ਕੀ ਹੋ ਰਹੀ ਆ? ਸਕੂਲ ਸਕੂਲ ਸਕੂਲ। ਤੇ ਨੂਮੈਰੀਕਲ ਦੇ ਵਿੱਚ ਕੀ ਹੋ ਰਿਹਾ? 1 1 1 यानी 1 ਜਿਹੜਾ ਹੈਗਾ ਰਿਪਰੈਜ਼ੈਂਟ ਕੀਤਾ ਗਿਆ ਉਹ ਸਕੂਲ ਨੂੰ। ਐਂਡ ਨੈਕਸਟ ਦੇਖੋ ਕਿਹੜੀ ਚੀਜ਼ ਰੈਪੀਟੇਸ਼ਨ ਹੋ ਰਹੀ ਹੈ? 2 and 2। ਔਰ ਇਹਦੇ ਵਿੱਚ ਕੀ ਹੈ? ਦੋ ਵਾਰੀ ਕੀ ਆਇਆ ਫਿਰ? 5 and 5 यानी 5 ਜਿਹੜਾ ਫਿਰ ਉਹ 2 ਨੂੰ ਰਿਪਰੈਜ਼ੈਂਟ ਕੀਤਾ ਗਿਆ। ਤਾਂ ਬਚਿਆ ਕੀ ਸਾਡੇ ਕੋਲ? ਦੇਖੋ 1 ਵੀ ਹੋ ਗਿਆ ਸਕੂਲ ਦੇ ਲਈ, 5 ਹੋ ਗਿਆ 2 ਦੇ ਲਈ, ਤੇ ਬਚਿਆ ਕੀ ਸਾਡੇ ਕੋਲ 3 ਇਹ ਰਨ ਦੇ ਲਈ ਹੀ ਬਚਿਆ। ਇਹਦੇ ਵਿੱਚ ਤੁਸੀਂ ਇਹ ਉੱਪਰ ਵਾਲੇ ਨਹੀਂ ਦੇਖਣੇ, ਤੁਸੀਂ ਸਿਰਫ ਹੁਣ ਇੱਥੇ ਹੀ ਧਿਆਨ ਰੱਖਣਾ। ਆਨਸਰ ਕੀ ਹੋ ਗਿਆ ਸਾਡੇ ਕੋਲ? 3। 40 ਨੰਬਰ ਤੇ ਆ ਮਦਰਾਸ ਨੂੰ ਦਮਸਾਰ ਕਰਕੇ ਲਿਖਿਆ ਗਿਆ ਤਾਂ ਉਸੇ ਕੋਡ ਦੇ ਵਿੱਚ ਜੇ ਮੁੰਬਈ ਨੂੰ ਅਸੀਂ ਕਿਵੇਂ ਲਿਖਾਂਗੇ? ਹੁਣ ਤੁਸੀਂ ਇਸ ਮਦਰਾਸ ਨੂੰ ਧਿਆਨ ਨਾਲ ਦੇਖਣਾ ਹੈ। ਦੇਖੋ ਇਹਦੇ ਵਿੱਚ ਕੀ ਕੀਤਾ ਗਿਆ? MAD ਔਰ ਇਹਦੇ ਵਿੱਚ ਕੀ ਕੀਤਾ? DAM यानी ਇਹਨੂੰ ਪੁੱਠਾ ਲਿਖਤਾ। ਫਿਰ ਅੱਗੇ RAS ਔਰ ਇੱਥੇ ਕੀ ਲਿਖਤਾ? SAR। ਇਸੇ ਤਰੀਕੇ ਨਾਲ ਤੁਸੀਂ ਮੁੰਬਈ ਨੂੰ ਕਿਵੇਂ ਲਿਖੋਗੇ? ਪਿੱਛੋਂ MUM। ਦੇਖੋ ਇਹਦੇ ਵਿੱਚ MUM ਕਿਹੜਾ? ਦੇਖੋ ਦੋ ਆਪਸ਼ਨ ਨੇ MUM ਵਾਲੇ, A B ਔਰ A B। ਪਰ ਅਸੀਂ ਨੈਕਸਟ ਜਦੋਂ ਦੇਖਾਂਗੇ ਤਾਂ ਫਿਰ ਤੁਹਾਨੂੰ ਆਨਸਰ ਲੱਭ ਜਾਏਗਾ। ਫਰਜ਼ ਕਰੋ ਅਸੀਂ ਇਹਨੂੰ ਚੂਜ਼ ਕਰ ਲੈਂਦੇ ਆ MUM ਔਰ ਪਿੱਛੇ ਕੀ ਬਣ ਗਿਆ ਸਾਡੇ ਕੋਲ? IAB। IAB ਕਿਹਦੇ ਵਿੱਚ ਆ? ਇਸ ਦੇ ਵਿੱਚ ਆਪਸ਼ਨ ਵਿੱਚ ਹੀ ਆ 2 ਨੰਬਰ ਦੇ ਵਿੱਚ। 41 ਨੰਬਰ ਤੇ ਆ ਕਿਸੇ ਕੋਡ ਭਾਸ਼ਾ ਵਿੱਚ ਸਪਾਰਕ ਨੂੰ TQBSL ਲਿਖਿਆ ਜਾਂਦਾ ਹੈ ਤਾਂ ਉਸੇ ਕੋਡ ਦੇ ਵਿੱਚ ਫਲੇਮ ਨੂੰ ਕਿਵੇਂ ਲਿਖਿਆ ਜਾਂਦਾ ਹੈ? ਤਾਂ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਤਾਂ S ਤੋਂ ਬਾਅਦ ਕੀ ਆ ਰਿਹਾ? ABC ਦੇ ਵਿੱਚ T ਤੋਂ ਬਾਅਦ ਕੀ ਆ ਗਿਆ? ਫਿਰ Q, A ਤੋਂ ਬਾਅਦ ਕੀ ਆ ਰਿਹਾ? B, R ਤੋਂ ਬਾਅਦ ਕੀ ਆਉਂਦਾ ਹੈ? S, K ਤੋਂ ਬਾਅਦ ਕੀ ਆਉਂਦਾ ਹੈ? L। ਤਾਂ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਫਲੇਮ ਨੂੰ ਫਾਈਂਡ ਆਊਟ ਕਰਨਾ ਹੈ। ਦੇਖੋ F ਤੋਂ ਬਾਅਦ ਕੀ ਆਉਂਦਾ ਹੈ? G, L ਤੋਂ ਬਾਅਦ ਕੀ ਆਉਂਦਾ ਹੈ? M, A ਤੋਂ ਬਾਅਦ ਕੀ ਆਉਂਦਾ ਹੈ? B, M ਤੋਂ ਬਾਅਦ ਕੀ ਆਉਂਦਾ ਹੈ? N, E ਤੋਂ ਬਾਅਦ ਕੀ ਹੁੰਦਾ? F। ਯਾਨੀ ਆਨਸਰ ਬਣ ਗਿਆ ਸਾਡੇ ਕੋਲ GMBNF ਆਪਸ਼ਨ ਨੰਬਰ 1। ਨੈਕਸਟ ਆ ਸਾਡੇ ਕੋਲ ਬੇਸਡ ਅਪਨ ਲੈਟਰ ਕੋਡ ਐਂਡ ਡਿਜਿਟ ਕੋਡ ਆਨਸਰ ਕੁਐਸਚਨ। ਇਹ ਤੁਹਾਡੇ ਕੋਲ ਇੱਕ ਲੈਟਰ ਕੋਡ ਐਂਡ ਡਿਜਿਟ ਕੋਡ ਦਿੱਤੇ ਗਏ ਆ, ਤੁਸੀਂ ਇਸ ਦੇ ਮੁਤਾਬਿਕ ਇਸ ਦਾ ਆਨਸਰ ਚੂਜ਼ ਕਰਨਾ ਹੈ। ਦੇਖੋ ਇਹ ਬਹੁਤ ਹੀ ਸਿੰਪਲ ਹੈ। ਸਪੋਰਟਸ ਜਿਹੜਾ ਦੇਖਣਾ ਸੀ ਕਿਹੜੇ ਕਿਹੜੇ ਡਿਜਿਟ ਲਈ ਚੂਜ਼ ਕੀਤਾ ਗਿਆ। ਦੇਖੋ S ਕਿੱਥੇ ਲਿਖਿਆ? ਇਹ S ਪਿਆ, ਇਹਦੇ ਨੀਚੇ ਕੀ ਹੈ? 8। ਫਿਰ ਅੱਗੇ P ਦੇ ਨੀਚੇ ਕੀ ਹੈ? 2 8 2। ਫਿਰ ਨੈਕਸਟ O ਦੇ ਨੀਚੇ ਕੀ ਹੈ? 4। ਇੱਥੇ ਲਿਖ ਲਓ 4। ਫਿਰ R ਦੇ ਨੀਚੇ ਕੀ ਹੈ? 7। ਇੱਥੇ 7 ਆ ਜਾਏ। ਫਿਰ ਨੈਕਸਟ ਕੀ ਆਪਣੇ ਕੋਲ? T ਦੇ ਨੀਚੇ ਕੀ ਹੈ? 5। ਇੱਥੇ 5 ਲਿਖ ਲਓ। ਨੈਕਸਟ ਫਿਰ S ਬਚ ਗਿਆ ਸਾਡੇ ਕੋਲ। S ਦੇ ਨੀਚੇ ਕੀ ਹੈ? 8। ਫਿਰ ਇੱਥੇ 8। ਹੁਣ ਇਹ ਤੁਸੀਂ ਡਿਜਿਟ ਤੁਹਾਡੇ ਕੋਲ ਬਣ ਕੇ ਆ ਗਿਆ। ਤੁਸੀਂ ਇਸ ਨੂੰ ਆਪਸ਼ਨ ਦੇ ਵਿੱਚ ਦੇਖ ਲਓ ਕਿੱਥੇ ਆ ਇਹ? 824758 ਆਪਸ਼ਨ ਨੰਬਰ 4। ਇਸੇ ਤਰੀਕੇ ਨਾਲ ਤੁਸੀਂ ਦੇਖਣਾ ਹੈ ਅਰੈਸਟ, ਇਸ ਦਾ ਬਣ ਜਾਏਗਾ ਆਪਸ਼ਨ ਨੰਬਰ 3। ਫਿਰ ਤੁਸੀਂ ਦੇਖਣਾ ਡ੍ਰੌਪਰ, ਇਸ ਦਾ ਬਣ ਜਾਏਗਾ ਆਪਸ਼ਨ ਨੰਬਰ 2। ਨੈਕਸਟ ਆ 45 ਨੰਬਰ ਤੇ ਸਾਡੇ ਕੋਲ ਕਿ ਕਿਸੇ ਕੋਡ ਲੈਂਗੁਏਜ ਦੇ ਵਿੱਚ ਚੈਟ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਤੇ ਉਸ ਕੋਡ ਦੇ ਵਿੱਚ APT ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ? ਇਸ ਨੂੰ ਸੋਲਵ ਲਈ ਤੁਸੀਂ ਕੀ ਕਰਨਾ ਹੈ? ਤੁਸੀਂ ਪਿੱਛੋਂ ਸਟਾਰਟ ਕਰਨਾ ਇਸ ਦਾ BD। ਇੱਥੇ ਲਿਖੋਗੇ ਤੁਸੀਂ C, GI ਦੇ ਨੀਚੇ ਲਿਖੋਗੇ H, ZB ਦੇ ਨੀਚੇ ਲਿਖੋਗੇ A ਐਂਡ SU ਦੇ ਨੀਚੇ ਲਿਖੋਗੇ T। ਇਹ ਕੀ ਬਣ ਗਿਆ ਸਾਡੇ ਕੋਲ? ਚੈਟ। ਔਰ ਇਸੇ ਤਰੀਕੇ ਨਾਲ ਤੁਸੀਂ ਇੱਥੇ ਫਾਈਂਡ ਆਊਟ ਕਰਨਾ ਹੈ। ਹੁਣ ZB ਦੇ ਨੀਚੇ ਕੀ ਬਣਿਆ ਸੀਗਾ ਸਾਡੇ ਕੋਲ? A। ਤਾਂ ਇੱਥੇ ਅਸੀਂ ZB ਦੇ ਨੀਚੇ ਲਗਾਵਾਂਗੇ ਦੇਖੋ A। SQ ਦਾ ਕੀ ਬਣਿਆ ਸਾਡੇ ਕੋਲ? T। ਇੱਥੇ ਲਗਾਵਾਂਗੇ T। ਦੇਖੋ A ਔਰ T ਲੱਭ ਗਿਆ ਸਾਡੇ ਕੋਲ ਔਰ OQ ਜਿਹੜਾ ਹੈਗਾ ਉਹ ਆਬਵੀਅਸਲੀ ਜਿਹੜਾ ਫਿਰ P ਹੀ ਹੋਏਗਾ। ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ? APT ਆਪਸ਼ਨ ਨੰਬਰ 4। ਨੈਕਸਟ ਆ ਸਾਡੇ ਕੋਲ 46 ਤੇ ਕਹਿੰਦੇ ਉਸ ਡਾਇਗਰਾਮ ਦੀ ਤੁਸੀਂ ਚੋਣ ਕਰਨੀ ਆ ਜਿਹੜੀ ਪਲੇਅਰਸ, ਕ੍ਰਿਕਟਰਸ ਐਂਡ ਬੈਟਸਮੈਨ ਨੂੰ ਰਿਪਰੈਜ਼ੈਂਟ ਕਰਦੀ ਹੋ। ਯਾਨੀ ਜਿਹੜੇ ਉਹ ਪਲੇਅਰਸ, ਕ੍ਰਿਕਟਰ ਤੇ ਬੈਟਸਮੈਨ ਜਿਹੜੇ ਨੇ ਉਹ ਇੱਕ ਹੀ ਡਾਇਗਰਾਮ ਦੇ ਵਿੱਚ ਫਿੱਟ ਹੁੰਦੇ ਹੋਣ। ਤਾਂ ਕਿਹੜੀ ਡਾਇਗਰਾਮ ਹੈ ਜਿਹਦੇ ਵਿੱਚ ਤਿੰਨੋਂ ਫਿੱਟ ਹੋ ਰਹੇ ਆ? ਆਬਵੀਅਸਲੀ ਦੇਖੋ ਇਹ ਸਰਕਲ ਬਣਿਆ ਹੋਇਆ, ਇਸ ਦੇ ਵਿੱਚ ਫੇਰ ਇੱਕ ਸਰਕਲ ਆ, ਫੇਰ ਇੱਕ ਸਰਕਲ ਆ, ਯਾਨੀ ਇਹ ਸਾਰੇ ਇੱਕੋ ਡਾਇਗਰਾਮ ਫਿੱਟ ਹੋ ਰਹੇ। ਤਾਂ ਆਨਸਰ ਕੀ ਆ ਸਾਡੇ ਕੋਲ? 3। 47 ਤੇ ਕੀ ਦੇਖਣਾ ਸੀ? ਤੁਸੀਂ ਉਸ ਡਾਇਗਰਾਮ ਨੂੰ ਚੂਜ਼ ਕਰਨਾ ਹੈ ਜਿਹੜੀ ਅਰਥ, ਸਮੁੰਦਰ ਐਂਡ ਸੂਰਜ ਨੂੰ ਸਹੀ ਰਿਲੇਸ਼ਨਸ਼ਿਪ ਦੇ ਵਿੱਚ ਰਿਪਰੈਜ਼ੈਂਟ ਕਰਦੀ। ਦੇਖੋ ਇਹਨਾਂ ਤਿੰਨਾਂ ਡਾਇਗਰਾਮ ਦੇ ਵਿੱਚ ਕੀ ਹੈ? ਅਰਥ ਦੇ ਔਰ ਸਮੁੰਦਰ, ਅਰਥ ਦੇ ਵਿੱਚ ਹੀ ਸਮੁੰਦਰ ਹੈ, ਸਨ ਜਿਹੜਾ ਹੈਗਾ ਉਹ ਬਾਹਰੋਂ ਰਿਪਰੈਜ਼ੈਂਟ ਹੋ ਰਿਹਾ ਹੈ। ਆਪਸ਼ਨ ਬਣ ਜਾਏਗਾ ਸਾਡੇ ਕੋਲ 1। 48 ਨੰਬਰ ਤੇ ਆ ਕਹਿੰਦੇ ਜੇਕਰ ਬੀਤੇ ਕੱਲ ਤੋਂ ਪਹਿਲਾਂ ਦਿਨ ਵੀਰਵਾਰ ਸੀ ਤਾਂ ਆਉਣ ਵਾਲੇ ਕੱਲ ਤੋਂ ਬਾਅਦ ਕਿਹੜਾ ਦਿਨ ਹੋਵੇਗਾ? ਹੁਣ ਇਸ ਕੁਐਸਚਨ ਨੂੰ ਥੋੜਾ ਜਿਹਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਘੁਮਾ ਲੈਣਾ। ਬੀਤੇ ਕੱਲ ਤੋਂ ਪਹਿਲਾਂ ਦਿਨ ਵੀਰਵਾਰ ਸੀ, ਯਾਨੀ ਕੱਲ ਜਿਹੜਾ ਦਿਨ ਸੀਗਾ ਉਹ ਫਰਾਈਡੇ ਸੀਗਾ ਤੇ ਉਸ ਤੋਂ ਪਹਿਲਾਂ ਕੀ ਸੀਗਾ? ਥਰਸਡੇ। ਆਉਣ ਵਾਲੇ ਕੱਲ ਤੋਂ ਬਾਅਦ
ਕਿਹੜਾ ਦਿਨ ਹੋਵੇਗਾ। यानी ਅੱਜ ਕੀ ਬਣ ਗਿਆ ਫਿਰ ਸੈਚਰਡੇ ਐਂਡ ਕੱਲ ਕੀ ਹੋਇਆ ਸੰਡੇ, ਫਿਰ ਉਸ ਤੋਂ ਬਾਅਦ ਕਿਹੜਾ ਦਿਨ ਆਏਗਾ ਮੰਡੇ। ਤਾਂ ਆਪਸ਼ਨ ਹੋ ਜਾਏਗਾ ਸਾਡੇ ਕੋਲ ਆਪਸ਼ਨ ਨੰਬਰ 3 ਮੰਡੇ। 49 ਨੰਬਰ ਤੇ ਆ ਇੱਕ ਹਸਬੈਂਡ ਐਂਡ ਵਾਈਫ ਜਿਹੜੇ ਨੇ ਮੈਰਿਡ ਨੇ ਤੇ ਉਹਨਾਂ ਦੇ 6 ਜਿਹੜੇ ਵਿਆਹੇ ਹੋਏ ਪੁੱਤਰ ਨੇ ਤੇ ਪਰਿਵਾਰ ਚ ਕੁੱਲ ਕਿੰਨੇ ਮੈਂਬਰ ਹੋ ਗਏ। ਸਿੰਪਲ ਆ ਦੇਖੋ ਪਤੀ ਪਤਨੀ ਹਸਬੈਂਡ ਵਾਈਫ ਦੋ ਤਾਂ ਇਹੀ ਹੋ ਗਏ, 6 ਵਿਆਹੇ ਹੋਏ ਪੁੱਤਰ ਯਾਨੀ 6 ਤਾਂ ਉਹਦੇ ਪੁੱਤਰ ਹੋ ਗਏ ਐਂਡ 6 ਜਿਹੜੀ ਉਹਨਾਂ ਦੀਆਂ ਵਾਈਫ ਹੋ ਗਈਆਂ। ਠੀਕ ਹੈ ਜੀ, ਤਾਂ ਟੋਟਲ ਕਿੰਨੇ ਹੋ ਗਏ ਸਾਡੇ ਕੋਲ 14। ਆਪਸ਼ਨ ਨੰबर 1। 50 ਨੰबर ਤੇ ਕੁਐਸਚਨ ਹੈ ਡਾਇਗਰਾਮ ਵਿੱਚ ਤੁਸੀਂ ਦੇਖਣਾ ਹੈ ਸਕੁਅਰ ਯਾਨੀ ਵਰਗ ਕਿੰਨੇ ਆ, ਤਾਂ ਵਰਗ ਹੋਣਗੇ ਜੀ ਇਹਦੇ ਵਿੱਚ 12। 51 ਤੇ ਟ੍ਰਾਇੰਗਲਸ ਕਿੰਨੇ ਨੇ, ਟ੍ਰਾਇੰਗਲ ਹੈਗੇ ਇਹਦੇ ਵਿੱਚ 36। 52 ਨੰਬਰ ਤੇ ਆ a watch shows 8:30 if minute hand points to west then in which direction are hand B points। ਕਹਿੰਦੇ ਇੱਕ ਘੜੀ ਤੇ 8:30 ਵਜੇ ਦਾ ਸਮਾਂ, ਮਿੰਟਾਂ ਵਾਲੀ ਸੂਈ ਜਿਹੜੀ ਆ ਪੱਛਮ ਦਿਸ਼ਾ 'ਚ ਹੈ ਤਾਂ ਘੰਟਿਆਂ ਵਾਲੀ ਸੂਈ ਫਿਰ ਕਿਸ ਦਿਸ਼ਾ 'ਚ ਹੋਵੇਗੀ। ਇਸ ਕੁਐਸਚਨ ਲਈ ਤੁਹਾਨੂੰ ਦੇਖੋ ਡਾਇਰੈਕਸ਼ਨ ਦਾ ਪਤਾ ਹੋਣਾ ਚਾਹੀਦਾ। ਇਹ ਹੋ ਜਾਂਦੀ ਸਾਡੇ ਕੋਲ ਵੈਸਟ, ਈਸਟ, ਉੱਪਰ ਨਾਰਥ, ਨੀਚੇ ਸਾਊਥ। ਤਾਂ ਦੇਖੋ ਜਦੋਂ 8:30 ਵੱਜਦੇ ਆ ਤਾਂ ਤਕਰੀਬਨ ਜਿਹੜੀ ਆ ਉਹ 8 ਇੱਥੇ ਹੁੰਦਾ ਐਂਡ ਜਿਹੜੀ 30 ਜਿਹੜੀ ਆ ਉਹ ਇੱਥੇ ਹੁੰਦੀ ਆ। ਤਾਂ ਅਸੀਂ ਕੀ ਦੇਖਣੀ ਆ ਘੰਟਿਆਂ ਵਾਲੀ ਸੂਈ, ਇਹ ਸੂਈ ਦਾ ਅਸੀਂ ਦੇਖਣਾ। ਇਹ ਸੂਈ ਜਿਹੜੀ ਹੈ ਤਕਰੀਬਨ ਜਿਹੜੀ ਆ ਉਹ ਇਸ 8 ਦੇ ਤਕਰੀਬਨ ਇੱਥੇ ਪਹੁੰਚੀ ਹੁੰਦੀ ਆ, 8 ਤੋਂ ਥੋੜਾ ਜਿਹਾ ਉੱਪਰ। ਤਾਂ ਇਹ ਕੀ ਆ ਰਿਹਾ, ਕਿਹੜਾ ਕਾਲਮ ਬਣ ਗਿਆ ਸਾਡੇ ਕੋਲ ਇਹ ਵੈਸਟ ਐਂਡ ਨਾਰਥ। ਤਾਂ ਤੇ ਆਪਸ਼ਨ ਨੰਬਰ ਕੀ ਆ ਨਾਰਥ ਵੈਸਟ, ਆਪਸ਼ਨ ਨੰबर 3। 53 ਨੰਬਰ ਤੇ ਆਪਣੇ ਕੋਲ ਰੀਪਲੇਸ ਦਾ ਕੁਐਸਚਨ ਮਾਰਕ ਵਿਦ ਸੁਟੇਬਲ ਨੰਬਰ ਫॉर ਅਲਟਰਨੇਟਿਵ। ਤੁਸੀਂ ਇਹ ਦੋ ਡਾਇਗਰਾਮਾਂ ਦੇਖਣੀਆਂ ਔਰ ਇਸ ਦੇ ਵਿੱਚ ਕੀ ਪੈਟਰਨ ਚੱਲ ਰਿਹਾ ਉਸ ਮੁਤਾਬਿਕ ਜਿਹੜਾ ਇੱਥੇ ਕੁਐਸਚਨ ਮਾਰਕ ਹੈ ਇਸ ਦੇ ਤੁਸੀਂ ਨੰਬਰ ਲਗਾਉਣਾ। ਦੇਖੋ ਇਸ ਪੈਟਰਨ ਨੂੰ ਸੋਲਵ ਕਰਨ ਦਾ ਤਰੀਕਾ ਕੀ ਹੁੰਦਾ, ਜਿਹੜੇ ਨੰਬਰ ਨੀਚੇ ਦਿੱਤਾ ਤੁਹਾਡੇ ਕੋਲ 4 ਐਂਡ 5 ਇਸ ਨੂੰ ਤੁਸੀਂ ਕੀ ਕਰਨਾ ਹੈ ਪਲੱਸ 4 ਔਰ 5 ਕੀ ਹੋ ਗਿਆ 9। ਉਹ ਜਿਹੜੇ 8 ਡਿਜਿਟ ਨੇ 4 ਐਂਡ 2 ਇਸ ਨੂੰ ਤੁਸੀਂ ਕੀ ਕਰਨਾ ਹੈ ਪਲੱਸ, ਇੱਥੇ ਕਿੰਨਾ ਹੋ ਗਿਆ 6। ਫਿਰ ਉਸ ਤੋਂ ਬਾਅਦ 9 ਤੇ 6 ਨੂੰ ਤੁਸੀਂ ਕੀ ਕਰ ਦੇਣਾ ਹੈ ਮਲਟੀਪਲਾਈ। ਆਨਸਰ ਕੀ ਹੋ ਗਿਆ ਸਾਡੇ ਕੋਲ ਇੱਥੇ ਦੇਖੋ 54। ਇਸੇ ਤਰੀਕੇ ਨਾਲ ਨੈਕਸਟ 2 ਐਂਡ 5 ਪਲੱਸ ਕੀਤੇ ਤਾਂ ਆਨਸਰ ਆਇਆ ਸਾਡੇ ਕੋਲ 7। 1 ਐਂਡ 5 ਪਲੱਸ ਕੀਤੇ ਤਾਂ ਆਨਸਰ ਹੋਇਆ ਸਾਡੇ ਕੋਲ 6। 7 ਐਂਡ 6 ਨੂੰ ਮਲਟੀਪਲਾਈ ਕੀਤਾ ਤਾਂ ਆਨਸਰ ਕੀ ਹੋ ਗਿਆ ਸਾਡੇ ਕੋਲ 42। ਇਸੇ ਤਰੀਕੇ ਨਾਲ ਨੈਕਸਟ ਦੇਖਾਂਗੇ ਅਸੀਂ 1 ਐਂਡ 4 ਨੂੰ ਪਲੱਸ ਕੀਤਾ ਤਾਂ ਆਨਸਰ ਕੀ ਹੋਇਆ ਸਾਡੇ ਕੋਲ 5। 2 ਐਂਡ 4 ਨੂੰ ਪਲੱਸ ਕੀਤਾ ਤਾਂ ਆਨਸਰ ਕੀ ਹੋਇਆ ਸਾਡੇ ਕੋਲ 6। 5 ਐਂਡ 6 ਦਾ ਇੱਥੇ ਕੀ ਹੋਇਆ ਫਿਰ 30। ਆਪਸ਼ਨ ਨੰਬਰ 4 30 ਆਨਸਰ। ਨੈਕਸਟ 54 ਨੰਬਰ ਤੇ ਸੇਮ ਉਸੇ ਤਰੀਕੇ ਨਾਲ ਤੁਹਾਨੂੰ ਡਾਇਗਰਾਮ ਦਿੱਤੀਆਂ ਦੋ ਔਰ ਇੱਥੇ ਤੁਸੀਂ ਫਾਈਂਡ ਆਊਟ ਕਰਨਾ ਹੈ ਕੁਐਸਚਨ ਮਾਰਕ। ਹੁਣ ਇਹਦੇ ਵਿੱਚ ਕੀ ਹੋ ਰਿਹਾ ਤੁਸੀਂ ਧਿਆਨ ਨਾਲ ਦੇਖੋ, ਇਹ 16 ਕੀ ਹੈ 4 ਦਾ ਸਕੁਅਰ, 9 ਕੀ ਹੈ 3 ਦਾ ਸਕੁਅਰ, 25 5 ਦਾ ਸਕੁਅਰ, 36 6 ਦਾ ਸਕੁਅਰ। ਹੁਣ ਤੁਸੀਂ ਕੀ ਕਰਨਾ, ਜਿਹੜੇ ਇਹ ਡਿਜਿਟ ਆਏ ਤੁਹਾਡੇ ਕੋਲ 4 6 3 ਐਂਡ 5 ਇਹਨਾਂ ਨੂੰ ਤੁਸੀਂ ਪਲੱਸ ਕਰੋਗੇ 4 6 5 ਐਂਡ 3 ਨੂੰ ਪਲੱਸ ਕਰਕੇ ਕਿੰਨਾ ਆਇਆ ਸਾਡੇ ਕੋਲ ਆਨਸਰ 18। 18 ਦਾ ਡਬਲ ਕੀ ਹੋਇਆ ਸਾਡੇ ਕੋਲ 36। ਤਾਂ ਦੇਖੋ ਇੱਥੇ ਸੈਂਟਰ 'ਚ ਕੀ ਪਾਇਆ ਤੁਹਾਡੇ ਕੋਲ 36। ਹੁਣ ਇਸੇ ਤਰੀਕੇ ਨਾਲ ਅਸੀਂ ਸੋਲਵ ਕਰਨ ਦੀ ਟਰਾਈ ਕਰਦੇ ਹਾਂ। ਇੱਥੇ 81 ਕਿਸ ਦਾ ਸਕੁਅਰ ਹੈ 9 ਦਾ, 16 4 ਦਾ, 49 7 ਦਾ, 1 ਜਿਹੜਾ ਹੈ ਉਹ 1 ਦਾ ਹੀ। ਹੁਣ ਇਹਨਾਂ ਨੂੰ ਪਲੱਸ ਕਰਾਂਗੇ 9 + 4 + 7 + 1। ਆਨਸਰ ਆਇਆ ਸਾਡੇ ਕੋਲ 9 ਤੇ 4 13, 13 ਔਰ 7 20, 20 ਔਰ 1 21। ਤਾਂ ਇਸ ਨੂੰ ਮਲਟੀਪਲਾਈ ਕੀਤਾ 2 ਨਾਲ ਯਾਨੀ ਡਬਲ ਕਰਤਾ ਇਸ ਦਾ, ਤਾਂ ਆਨਸਰ ਆ ਗਿਆ ਸਾਡੇ ਕੋਲ 42। ਉਹੀ ਦੇਖੋ ਇੱਥੇ ਸਰਕਲ ਦੇ ਵਿੱਚ ਲਗਾਇਆ ਹੋਇਆ। ਹੁਣ ਇਸੇ ਤਰੀਕੇ ਨਾਲ ਅਸੀਂ ਆਪਣਾ ਆਨਸਰ ਜਿਹੜਾ ਫਾਈਂਡ ਆਊਟ ਕਰਾਂਗੇ 4 ਕਿਸ ਦਾ ਸਕੁਅਰ ਹੈ 2 ਦਾ, 81 9 ਦਾ, 64 8 ਦਾ, 25 5 ਦਾ। ਤਾਂ ਤੁਸੀਂ ਉਹੀ ਜਿਹੜੇ ਡਿਜਿਟ ਇੱਥੇ ਲਿਖ ਲੈਣੇ ਇਹਨਾਂ ਨੂੰ ਪਲੱਸ ਕਰ ਦੇਣਾ 2 + 9 + 8 + 5 ਪਲੱਸ ਕਰਕੇ ਆਨਸਰ ਆਇਆ ਸਾਡੇ ਕੋਲ 2 ਔਰ 9 11 11 ਔਰ 8 19 19 ਔਰ 5 24 24 ਦਾ ਡਬਲ ਕੀਤਾ ਤਾਂ ਆਨਸਰ ਹੋ ਗਿਆ ਸਾਡੇ ਕੋਲ 48 ਯਾਨੀ ਇੱਥੇ ਆਏਗਾ ਸਾਡੇ ਕੋਲ 48 ਆਪਸ਼ਨ ਨੰਬਰ 1। 55 ਨੰਬਰ ਕੁਐਸਚਨ ਵੀ ਮੈਂ ਤੁਹਾਨੂੰ ਲਾਈਵ ਸੈਸ਼ਨ ਦੇ ਵਿੱਚ ਕਰਾਵਾਂਗਾ ਜਿਹੜਾ ਕਿ 12 ਫਰਵਰੀ ਸੰਡੇ 11:30 AM ਤੇ ਹੋਏਗਾ ਔਰ ਇਹਦੇ ਵਿੱਚ ਹੋਰ ਇਸ ਤੋਂ ਇਲਾਵਾ ਐਕਸਟਰਾ ਵੀ ਤੁਹਾਨੂੰ ਟਿਪਸ ਐਂਡ ਟ੍ਰਿਕਸ ਜਿਹੜੇ ਜ਼ਰੂਰ ਦੱਸਾਂਗਾ ਔਰ ਤੁਸੀਂ ਵੀ ਇਸ ਕੁਐਸਚਨ ਨੂੰ ਟਰਾਈ ਕਰੋ, ਟਰਾਈ ਕਰਕੇ ਮੈਨੂੰ ਆਨਸਰ ਵੀ ਦੱਸਿਓ। 56 ਨੰਬਰ ਤੇ ਦੇਖੋ ਤੁਹਾਡੇ ਕੋਲ ਕੀ ਆ, ਇੱਕ ਕਾਲਮ ਦਿੱਤਾ ਹੋਇਆ ਉਹਦੇ ਵਿੱਚ ਡਿਜਿਟ ਦਿੱਤੇ ਹੋਏ ਨੇ ਔਰ ਇੱਥੇ ਇੱਕ ਕੁਐਸਚਨ ਮਾਰਕ ਲਗਾਇਆ ਹੋਇਆ। ਹੁਣ ਤੁਸੀਂ ਇਸ ਨੂੰ ਸੋਲਵ ਕਰਨ ਲਈ ਕੀ ਕਰਨਾ ਹੈ, ਤੁਸੀਂ ਇੱਕ ਪੈਟਰਨ ਦੇਖਣਾ ਵੀ ਕੀ ਪੈਟਰਨ ਬਣ ਰਿਹਾ। ਤਾਂ ਪੈਟਰਨ ਦੇਖੋ ਇਹਦੇ ਵਿੱਚ ਕੀ ਬਣ ਰਿਹਾ, 7 ਨੂੰ 4 ਨਾਲ ਮਲਟੀਪਲਾਈ ਕੀਤਾ 28, ਫਿਰ ਇੱਥੇ 7 ਨੂੰ 7 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਕੀ ਆ ਗਿਆ ਸਾਡੇ ਕੋਲ 49 ਯਾਨੀ ਇੱਥੇ 7 ਨਾਲ ਇੱਥੇ 4 ਨਾਲ। ਫਿਰ 9 ਦੇ ਵਿੱਚ ਦੇਖੋ ਇੱਥੇ 5 ਦੇ ਨਾਲ ਔਰ ਇੱਥੇ 9 ਦੇ ਵਿੱਚ ਕਿੰਨਾ ਆ ਰਿਹਾ 9 ਦੇ ਨਾਲ। ਹੁਣ ਇੱਥੇ ਦੇਖੋ ਸਟੂਡੈਂਟ ਤੁਹਾਨੂੰ ਨੈਕਸਟ ਪੈਟਰਨ ਸਮਝਣ ਦੇ ਲਈ ਤੁਸੀਂ ਕੀ ਕਰੋਗੇ, ਕਈ ਸਟੂਡੈਂਟ ਇੱਥੇ ਗਲਤੀ ਵੀ ਕਰ ਸਕਦੇ ਨੇ, ਜਿਵੇਂ ਉਹਨਾਂ ਨੇ ਦੇਖ ਲਿਆ ਵੀ ਇੱਥੇ 4 ਚੱਲ ਰਿਹਾ ਇੱਥੇ 5 ਆ ਗਿਆ ਤਾਂ ਉਹ ਕਹਿਣਗੇ ਵੀ ਇੱਥੇ 6 ਨਾਲ ਕਰਕੇ ਆਨਸਰ ਆ ਜਾਏਗਾ। ਹੁਣ ਫਰਜ਼ ਕਰੋ ਮੈਂ ਤੁਹਾਨੂੰ ਇੱਥੇ 6 ਨਾਲ ਕਰਕੇ ਦਿਖਾਣਾ 48, ਉਹਨਾਂ ਨੇ ਇੱਥੇ ਆਨਸਰ ਟਿਕ ਕਰ ਲੈਣਾ 48।
पर तुसी ये नहीं देखना कि नैक्सट भी असी पैटर्न देख लीए, इसे गल का तुसी ध्यान रखना, तुसी नैक्सट पैटर्न भी देखना है कि वो भी बन रहा। हुण जे इत्थे 7 सीगा, इत्थे 9 सीगा, तो इट मीनस इत्थे तो 2 छड्ड के आ रहा है, 7 तो बाद 9, तो 9 तो बाद की होना चाहिए सीगा 11 और 8 11 का 88, पर जद कि इत्थे की बन रहा है 56। फिर उस लिए असीं देखांगे की करांगे इसनूं, देखो इत्थे 4 चल रहा, इत्थे 5, इत्थे फिर असीं 4 नाल लगा के देखांगे, 8 4 दा 32, और इत्थे फिर असीं बैक जाके देखांगे, इत्थे 7 है, इत्थे 9 है, असीं फिर 7 लगावांगे, 7 नाल की आया साडे कोल 56, यानी आंसर साडा पैटर्न ए चल रहा, 4 5 फिर 4 7 9 फिर 7, तो आंसर की बन गया साडे कोल ऑप्शन नंबर 2 32। नेक्स्ट 58 नंबर ते आ देखो सर्कल दिते हुए ने तुहानू, थर्ड सर्कल दे विच इस तरीके दा एक क्वेश्चन मार्क पाया, तुसीं ओह देखना है। ਉਹ ਦੇਖਣ ਦੇ ਲਈ ਤੁਸੀਂ ਪਹਿਲੇ ਜਿਹੜੇ 2 ਸਰਕਲ ਦਿੱਤੇ ਨੇ ਉਹਨਾਂ ਨੂੰ ਧਿਆਨ ਨਾਲ ਦੇਖ ਲੈਣਾ ਇਹਦੇ ਚ ਕੀ ਪੈਟਰਨ ਬਣ ਰਿਹਾ। ਦੇਖੋ ਇਹਦੇ ਚ ਕੀ ਹੋ ਰਿਹਾ ਹੈ, 7 42 ਹੈ, 7 ਦੇ ਟੇਬਲ 'ਚ 42 ਕਿੱਥੇ ਆ ਰਿਹਾ, 6 ਤੇ, ਫਿਰ ਇਸੇ ਤਰੀਕੇ ਨਾਲ 9 ਦੇ ਟੇਬਲ 'ਚ 18 ਕਿੱਥੇ ਆ ਰਿਹਾ, 2 ਤੇ, ਪਰ ਇਹ ਮੈਂ ਲਗਾਇਆ ਕਿੱਥੋਂ, ਤੁਸੀਂ ਹੁਣ ਦੂਜੇ ਸਰਕਲ, ਤੁਸੀਂ ਹੁਣ ਦੂਜੇ ਹਾਫ ਸਰਕਲ ਦੇ ਵਿੱਚ ਜਿਹੜੇ ਡਿਜਿਟ ਦੇਖਣੇ ਹੁਣ ਉਹਨਾਂ ਨੂੰ ਦੇਖੋ, ਇੱਥੇ ਮਲਟੀਪਲਾਈ ਹੋਇਆ 3 2 ਦਾ 6, तो 6 ਨਾਲ ਹੀ ਮੈਂ ਇੱਥੇ ਫਿਰ ਮਲਟੀਪਲਾਈ ਕੀਤਾ, ਇੱਥੇ ਕੀ ਹੋਇਆ 2 1 ਦਾ 2, ਉਹ ਇਸੇ 2 ਨਾਲ ਮੈਂ ਇੱਥੇ ਮਲਟੀਪਲਾਈ ਕੀਤਾ। ਹੁਣ ਇਸੇ ਤਰੀਕੇ ਨਾਲ ਦੇਖੋ 3 2 ਦਾ 6 ਮਾਈਨਸ ਮਾਈਨਸ, ਇਸ ਦਾ ਵੀ ਧਿਆਨ ਰੱਖਣਾ ਹੈ, ਮਾਈਨਸ ਮਾਈਨਸ प्लस, यानी 5 और 6 का आंसर मल्टीप्लाई करांगे तो की आएगा साडे कोल 30। देखो ये तुहानू इत्थे कंफ्यूज करन दे लई माइनस ही लगाया गया, और इस गल दा तुसी ध्यान रखना है। ऑप्शन की होएगा साडे कोल 30। नेक्स्ट 59 नंबर ते की आ, इफ a इज इक्वल टू प्लस, कहंदे अगर a दी जगह ते असी प्लस लगा दिए, b इज इक्वल टू डिवाइड, b दी जगह ते डिवाइड लगा दिए, d इज इक्वल टू मल्टीप्लाई एंड d दी जगह ते मल्टीप्लाई पा दिए, तो फिर आंसर की बनेगा साडे कोल। देखो इत्थे एक मिसिंग आ, c जेड़ा मिसिंग कीता होया, पर असी c दी जगह ते असी हुण माइनस मान लैंदे आ, और इसनों असी रिप्रेजेंट करते हैं 15 माइनस 3 डिवाइड 4। नेक्स्ट 60 नंबर ते आ, कहते इफ प्लस इज इक्वल टू माइनस, कहते जे प्लस की जगह ते असी माइनस लगा दिए, माइनस इज इक्वल टू प्लस, माइनस की जगह ते असी प्लस कर दिए, डिवाइड इज इक्वल टू मल्टीप्लाई, डिवाइड की जगह ते असी मल्टीप्लाई कर दिए, एंड मल्टीप्लाई इज इक्वल टू डिवाइड, ते मल्टीप्लाई जगह असी डिवाइड कर दिए। फिर इसनू सॉल्व करना तुसी, हुण देखो असी इस तरीके नाल लिखांगे 16 मल्टीप्लाई 2 प्लस 4 माइनस 28 डिवाइड 7। हुण तुसी इसनू सॉल्व करन दे लई किहड़ा तरीका लगाओगे, बोडोमास दा। बोडोमास दा मतलब की हुंदा है, B ओदा मतलब ब्रैकेट ओपन, D तो डिवाइड, M तो मल्टीप्लाई, A तो प्लस, S तो सबट्रैक्ट, माइनस। तो सब तो पहला असीं की करांगे, डिवाइड वाला देखांगे, डिवाइड वाला देखदे कित्थे है, 28 और 7 दे विच डिवाइड है, तो आंसर कितना आएगा साडे कोल 4। फिर नेक्स्ट असीं करना है मल्टीप्लाई, मल्टीप्लाई किहदे विच है, 16 और 2 दे विच, इत्थे आंसर कितना आया 32। फिर असीं करांगे ऐड, 32 दे विच 4 प्लस कीते, एंड फिर उस तो बाद की करना है माइनस, माइनस करके इत्थे आंसर साडा बचिया होया सीगा 4। देखो 4 दे विचों 4 माइनस कीता ते बचा की साडे कोल 32। आंसर क्या आ गया साडे कोल ऑप्शन नंबर 1 32। स्टूडेंट तुसी इस क्वेश्चन नु बस यही ध्यान रखना, जेडे तुहाडे कोल साइन दिते होणगे ਉਹ ਤੁਹਾਨੂੰ ਚੇਂਜ ਕਰਨ ਲਈ ਕਿਹਾ ਹੋਊਗਾ, ਤੁਸੀਂ ਚੇਂਜ ਕਰਕੇ ਹੀ ਉਸ ਦਾ ਆਨਸਰ ਕੱਟ ਕੇ ਰੱਖਣਾ। ਨੈਕਸਟ ਹੈ ਸਾਡੇ ਕੋਲ 61 ਨੰਬਰ ਕੁਐਸਚਨ, ਜੇਕਰ k ਦਾ ਮਤਲਬ ਮਲਟੀਪਲਾਈ, b ਦਾ ਮਤਲਬ ਡਿਵਾਈਡ, t ਦਾ ਮਤਲਬ ਮਾਈਨਸ ਐਂਡ m ਦਾ ਮਤਲਬ ਪਲੱਸ ਹੋਵੇ ਤਾਂ ਤੁਸੀਂ ਇਸ ਨੂੰ ਸੋਲਵ ਕਰਨਾ ਹੈ। ਦੇਖੋ ਸਿੰਪਲ ਹੀ ਆ, k ਦੀ ਜਗ੍ਹਾ ਤੇ ਤੁਸੀਂ ਮਲਟੀਪਲਾਈ ਲਗਾ ਦਿਓ, b ਦੀ ਜਗ੍ਹਾ ਤੇ ਡਿਵਾਈਡ ਲਗਾ ਦਿਓ, t ਦੀ ਜਗ੍ਹਾ ਤੇ ਮਾਈਨਸ ਲਗਾ ਦਿਓ, ਐਂਡ m ਦੀ ਜਗ੍ਹਾ ਤੇ प्लस लगा दो, और इसमें तुसी इस तरीके नाल लिख लो 40 डिवाइड 8 माइनस 6 प्लस 3 मल्टीप्लाई 4। हुण तुहानूं पता ही है किहड़ा इत्थे असीं तरीका यूज करदे हुंदे आ, बोडोमास दा। ठीक है जी, पहला असीं की करांगे डिवाइड, BO दा मतलब हुंदा ब्रैकेट ओपन, सो उस बाद की है फर्स्ट नंबर ते डिवाइड, तो पहला असीं डिवाइड करांगे इसनूं, 40 और 8 ਨੂੰ डिवाइड ਕੀਤਾ ਤਾਂ आंसर आ गया ਸਾਡੇ ਕੋਲ 5। ਫਿਰ ਕਰਾਂਗੇ ਅਸੀਂ ਮਲਟੀਪਲਾਈ, 4 और 3 ਦੇ ਵਿੱਚ ਦੇਖੋ ਮਲਟੀਪਲਾਈ ਹੈ ਤਾਂ ਦੋਨਾਂ ਨੂੰ ਮਲਟੀਪਲਾਈ ਕੀਤਾ, ਕੀ ਆਨਸਰ ਆਇਆ ਸਾਡੇ ਕੋਲ 12। ਫਿਰ -6 प्लस 12 ਇਸ ਤਰੀਕੇ ਨਾਲ ਬਣ ਗਿਆ। ਹੁਣ ਉਹ ਕੀ ਕਹਿ ਰਿਹਾ, ਐਡ। ਹੁਣ ਐਡ ਦੇਖਣਾ ਤੁਸੀਂ ਇਹ ਨਹੀਂ ਦੇਖਣਾ ਕਿ ਇਹਨਾਂ ਦੋਨਾਂ ਦੇ ਵਿੱਚ ਐਡ ਹੈ, ਉਹ ਇਸ ਤਰ੍ਹਾਂ ਵੀ ਜਾਂਦਾ ਹੈ, ਪਰ ਤੁਸੀਂ ਇੱਕ ਤਰੀਕਾ ਹੋਰ ਯਾਦ ਰੱਖਣਾ ਹੈ ਕਿ ਦੇਖੋ ਜਿਸ ਤਰ੍ਹਾਂ 5 ਹੈ, 5 ਦੇ ਅੱਗੇ ਕਿਹੜਾ ਸਾਈਨ ਲੱਗਿਆ, ਕੁਛ ਨਹੀਂ, ਤਾਂ ਅਸੀਂ ਕੀ ਮੰਨਦੇ ਆ प्लस। ਹੁਣ ਦੇਖ ਲਓ ਤਾਂ 5 ਦੇ ਅੱਗੇ ਪਲੱਸ ਲੱਗਿਆ, ਇੱਕ 12 ਤੋਂ ਅੱਗੇ ਪਲੱਸ ਲੱਗਿਆ, ਇਹਨਾਂ ਨੂੰ ਅਸੀਂ ਪਹਿਲਾਂ ਪਲੱਸ ਵਾਲੇ ਨੇ ਇਹ,
ਤਾਂ ਇਸ ਕਰਕੇ ਇਹਨਾਂ ਨੂੰ ਅਸੀਂ ਪਲੱਸ ਕਰ ਲੈਣਾ 5 और प्लस 12 कितना हो गया 17 और माइनस ਜਿਹੜਾ ਇਹ ਬਚਿਆ -6 ਇਸ ਨੂੰ ਅਸੀਂ -6 ਕਰ ਦੇਣਾ ਤਾਂ ਆਨਸਰ ਕੀ ਬਚੇਗਾ ਸਾਡੇ ਕੋਲ 11। ਸੋ ਆਪਸ਼ਨ ਨੰਬਰ 2 ਆਨਸਰ 11। ਨੈਕਸਟ ਹੈ ਸਾਡੇ ਕੋਲ 62 ਨੰਬਰ ਤੇ a cube of a side 8 cm is cut into small cube of side 2 cm। ਕਹਿੰਦੇ ਜਿਹੜੀ ਕਿਊਬ ਹੈ 8 cm ਦੀ ਉਸ ਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਕੱਟ ਦਿੱਤਾ ਤੇ ਉਸ ਦੀ ਇੱਕ ਸਾਈਡ ਜਿਹੜੀ ਉਸ ਦੀ 2 cm ਬਣ ਗਈ। ਹਾਊ ਮੈਨੀ ਸਮਾਲ ਕਿਊਬਸ ਆਫ ਸਾਈਡ 2 cm। ਤਾਂ ਕਹਿੰਦੇ ਕਿੰਨੀਆਂ ਜਿਹੜੀਆਂ ਇਹ ਕਿਊਬ ਜਿਹੜੀਆਂ ਬਣ ਕੇ ਆਈਆਂ ਜਿਹਦੀ ਇੱਕ ਸਾਈਡ 2 cm ਬਣੀ ਹੈ। ਇਸ ਨੂੰ ਕੱਢਣ ਲਈ ਪਹਿਲਾਂ ਅਸੀਂ ਲਿਖਾਂਗੇ h of cube 8 cm, ਵੋਲਿਊਮ ਆਫ ਕਿਊਬ ਦਾ ਫਾਰਮੂਲਾ ਕੱਢਾਂਗੇ ਵੋਲਿਊਮ ਲਾ ਕੇ। ਵੋਲਿਊਮ ਆਫ ਕਿਊਬ ਹੁੰਦਾ ਹੈ AQ यानी h ਦਾ Q h ਦੀ ਪਾਵਰ 3। h ਕਿੰਨਾ ਦਿੱਤਾ ਸਾਨੂੰ 8 ਇਸ ਦੀ ਪਾਵਰ 3 8 ਦੀ 3 ਦੀ ਪਾਵਰ ਮਤਲਬ 8 ਨੂੰ 8 ਨਾਲ ਹੀ 3 ਵਾਰੀ ਮਲਟੀਪਲਾਈ ਕਰਨਾ ਤਾਂ ਆਨਸਰ ਆਏਗਾ ਸਾਡੇ ਕੋਲ 512 ਸੈਂਟੀਮੀਟਰ ਕਿਊਬ। ਨੈਕਸਟ ਅਸੀਂ ਲਿਖਾਂਗੇ h ਆਫ ਈਚ ਕਿਊਬ। ਜਦੋਂ ਕਿਊਬ ਨੂੰ ਕੱਟ ਕਰ ਦਿੱਤਾ ਫਿਰ ਉਹਦਾ h ਕਿੰਨਾ ਬਣ ਗਿਆ 2 ਸੈਂਟੀਮੀਟਰ। ਹੁਣ ਇਸ ਦਾ ਕਰ ਲਾਂਗੇ ਵੋਲਿਊਮ ਆਫ ਈਚ ਸਮਾਲ ਕਿਊਬ। ਇਸ ਦਾ ਵੋਲਿਊਮ ਕੱਢ ਕੇ ਉਦਾਂ ਹੀ AQ ਦਾ ਫਾਰਮੂਲਾ ਲਗਾ ਕੇ 2 ਦੀ ਪਾਵਰ 3 ਆਨਸਰ ਆ ਗਿਆ ਸਾਡੇ ਕੋਲ 8। ਹੁਣ ਸਿੰਪਲ ਹੈ ਜੀ ਬਸ ਨੰਬਰ ਆਫ ਕਿਊਬ ਕੱਢਣਾ ਸੀ ਅਤੇ ਫਾਰਮੂਲਾ ਲਗਾਵਾਂਗੇ ਵੋਲਿਊਮ ਆਫ ਬਿਗ ਕਿਊਬ ਅਪਨ ਵੋਲਿਊਮ ਆਫ ਸਮਾਲ ਕਿਊਬ। ਬਿਗ ਕਿਊਬ ਦਾ ਆਇਆ ਸੀਗਾ 512 ਇਹਦੇ ਤੇ ਪੁੱਟ ਕਰ ਦਾਂਗੇ ਔਰ ਨੀਚੇ ਵੋਲਿਊਮ ਆਫ ਸਮਾਲ ਕਿਊਬ ਦਾ ਆਇਆ ਸੀਗਾ 8 ਨੀਚੇ ਰੱਖ ਡਿਵਾਈਡ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 64 ਕਿਊਬ ਜਿਹੜਾ ਇਸ ਦਾ ਆਨਸਰ ਹੋ ਜਾਏਗਾ। ਦੇਖੋ ਆਪਸ਼ਨ ਕੀ ਹੈ ਸਾਡੇ ਕੋਲ 63 ਨੰਬਰ ਦੇ ਆ। ਇੱਕ ਵਿਦਿਆਰਥੀ ਨੇ ਇੱਕ ਟੈਸਟ ਵਿੱਚ ਠੀਕ ਕੀਤੇ ਸਵਾਲਾਂ ਨਾਲੋਂ ਦੁੱਗਣੇ ਸਵਾਲ ਗਲਤ ਕੀਤੇ ਯਾਨੀ ਕਿਸੇ ਸਟੂਡੈਂਟ ਨੇ ਇੱਕ ਟੈਸਟ ਦੇ ਵਿੱਚੋਂ ਜਿੰਨੇ ਵੀ ਠੀਕ ਸਵਾਲ ਕੀਤੇ ਉਹਦੇ ਨਾਲੋਂ ਡਬਲ ਜਿਹੜੇ ਨੇ ਉਸਨੇ ਉਹ ਗਲਤ ਕਰ। ਜੇਕਰ ਉਸਨੇ ਕੁੱਲ 48 ਸਵਾਲ ਹੱਲ ਕੀਤੇ ਹੋਣ ਤਾਂ ਉਸਨੇ ਕਿੰਨੇ ਸਵਾਲ ਠੀਕ ਹੱਲ ਕੀਤੇ। ਦੇਖੋ ਸਿੰਪਲ ਹੈ ਜੀ ਪਹਿਲਾਂ ਤੁਸੀਂ ਲੈਟ ਮੰਨ ਲਓ ਰਾਈਟ ਆਨਸਰ x ਰੋਂਗ ਆਨਸਰ ਹੋ ਗਿਆ ਜੀ ਆਪਣੇ ਕੋਲ 2x ਕਿਉਂਕਿ ਉਸਨੇ ਕੀ ਕਿਹਾ ਸੀਗਾ ਵੀ ਜਿੰਨੇ ਉਸਨੇ ਠੀਕ ਕੀਤੇ ਆ ਉਸ ਤੋਂ ਡਬਲ ਜਿਹੜੇ ਉਸਨੇ ਗਲਤ ਵੀ ਕੀਤੇ ਆ ਤਾਂ ਟੋਟਲ ਹੋ ਗਏ ਸਾਡੇ ਕੋਲ ਇਹ 3x ਤੇ ਕੁੱਲ ਕੁਐਸਚਨ ਉਹਨੇ ਕੀਤੇ 48 x is equal to 48 upon 3 ਇਸ ਨੂੰ ਡਿਵਾਈਡ ਕਰਕੇ ਕਟਿੰਗ ਕਰਕੇ ਆਨਸਰ ਆ ਜਾਏਗਾ 16 ਤਾਂ ਆਨਸਰ ਹੋ ਜਾਏਗਾ ਸਾਡੇ ਕੋਲ 16। ਨੈਕਸਟ ਹੈ ਸਾਡੇ ਕੋਲ 64 ਨੰਬਰ ਤੇ ਜੇਕਰ 1 ਜਨਵਰੀ 2001 ਨੂੰ ਸੋਮਵਾਰ ਸੀ ਤਾਂ 31 ਦਸੰਬਰ 2001 ਨੂੰ ਹਫਤੇ ਦਾ ਕਿਹੜਾ ਦਿਨ ਸੀ। ਦੇਖੋ ਇਸ ਨੂੰ ਕੱਢਣ ਲਈ ਬੜਾ ਸਿੰਪਲ ਜਿਹਾ ਟ੍ਰਿਕ ਹੈ ਇੱਕ। ਤੁਸੀਂ ਦੇਖੋ 1 ਈਅਰ ਦੇ ਵਿੱਚ ਕਿੰਨੇ ਦਿਨ ਹੁੰਦੇ ਆ ਟੋਟਲ 365 ਠੀਕ ਹੈ ਜੀ। ਉਹਦੇ ਵਿੱਚ ਉਹਨੇ ਕੀ ਕੀਤਾ 1 ਜਿਹੜਾ ਉਹਨੇ ਇੱਥੇ ਮੰਨ ਲਿਆ 1 ਜਨਵਰੀ 2001 ਨੂੰ ਸੋਮਵਾਰ ਸੀ ਯਾਨੀ ਇਸ ਨੂੰ ਤੁਸੀਂ ਖਤਮ ਕਰ ਪਿੱਛੇ ਕਿੰਨੇ ਦਿਨ ਰਹਿ ਗਏ ਜੀ 364। ਹੁਣ 364 ਨੂੰ ਤੁਸੀਂ ਕੀ ਕਰੋ ਡਿਵਾਈਡ ਕਰ ਦਿਓ 7 ਦੇ ਨਾਲ 7 ਨਾਲ ਡਿਵਾਈਡ ਕਰੋਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ ਉੱਪਰ ਆ ਜਾਏਗਾ 52 ਥੱਲੇ ਕੁਝ ਨਹੀਂ ਬਚਿਆ 0। ਦੇਖੋ ਮੇਨ ਜਿਹੜਾ ਇਹਦਾ ਪਾਰਟ ਜਿਹੜਾ ਤੁਸੀਂ ਦੇਖਣਾ ਹੁੰਦਾ ਕੁਐਸਚਨ ਦਾ ਜਿਹੜੇ ਨੀਚੇ ਰਿਮਾਈਂਡਰ ਬਚਦਾ ਹੁਣ ਇੱਥੇ ਰਿਮਾਈਂਡਰ ਕੁਝ ਨਹੀਂ ਬਚਿਆ 0 ਤਾਂ ਅਸੀਂ ਕੀ ਕਰਦੇ ਹੁੰਦੇ ਆ ਤਾਂ ਜਿਹੜਾ ਦਿਨ ਉਹਨੇ ਕਿਹਾ ਪਹਿਲਾਂ ਮੰਡੇ ਉਹਦੇ ਵਿੱਚ 0 ਹੀ ਪਲੱਸ ਕਰ ਦੇਣਾ। ਮੰਨ ਲਓ ਕਿਸੇ ਦੇ ਵਿੱਚ 1 ਦੇ ਵਿੱਚ 0 ਪਲੱਸ ਕਰੋਗੇ ਤਾਂ ਆਨਸਰ 1 ਆਉਂਦਾ ਇਸ ਕਰਕੇ ਮੰਡੇ ਵਿੱਚ 0 ਪਲੱਸ ਕੀਤਾ ਤਾਂ ਆਨਸਰ ਆ ਗਿਆ ਸਾਡੇ ਕੋਲ ਮੰਡੇ। तो ਇੱਥੇ ਵੀ ਕੀ ਹੋਏਗਾ ਮੰਡੇ ਇਸ ਦਾ ਆਨਸਰ ਹੋਏਗਾ। 65 ਨੰਬਰ ਤੇ ਆ ਜੇ ਕਿਸੇ ਕੋਡ ਭਾਸ਼ਾ ਵਿੱਚ ਜੇਕਰ ਕੋਵਿਡ 53 ਹੈ ਸੋਸ਼ਲ 59 ਹੈ ਤਾਂ ਡਿਸਟੈਂਸ ਕਿੰਨਾ ਹੋਏਗਾ। ਇਹਦੇ ਲਈ ਸਿੰਪਲ ਹੈ ਜੀ ਤੁਸੀਂ ਇਹ ਦੇਖ ਲੈਣਾ ਬਸ ਸੀ ਕਿਹੜੇ ਨੰਬਰ ਤੇ ਆ। ਜਿਸ ਤਰ੍ਹਾਂ ਕੋਵਿਡ ਲਿਖਿਆ ਤਾਂ ਕੋਵਿਡ ਦੇ ਵਿੱਚ ਸੀ ਕਿਹੜੇ ਨੰਬਰ ਤੇ ਆ 3 ਨੰਬਰ ਤੇ। ਇਸੇ ਤਰੀਕੇ ਨਾਲ ਉਹ ਦੇਖ ਲੈਣਾ ਇਸ ਤਰੀਕੇ ਨਾਲ 20 ਦੇਖ ਲੈਣਾ ਤਾਂ ਜਦੋਂ ਉਹਨਾਂ ਨੂੰ ਤੁਸੀਂ ਪਲੱਸ ਕਰ ਦੋਗੇ ਤਾਂ ਆਨਸਰ ਕੀ ਆ ਜਾਏਗਾ ਤੁਹਾਡੇ ਕੋਲ 53। ਇਸੇ ਤਰੀਕੇ ਨਾਲ ਜਦੋਂ ਡਿਸਟੈਂਸ ਦੇ ਤੁਸੀਂ ਦੇਖੋਗੇ ਕਿ ਡੀ ਕਿੰਨੇ ਨੰਬਰ ਤੇ ਆ 4 ਤੇ ਫਿਰ I ਕਿੰਨੇ ਨੰਬਰ ਤੇ ਆ 20 ਨੰਬਰ ਤੇ S ਕਿਹੜੇ ਨੰਬਰ ਤੇ ਆ 19 ਨੰਬਰ ਤੇ T ਕਿਹੜੇ ਨੰਬਰ ਤੇ ਆ। ਡਿਸਟੈਂਸ ਵਿੱਚ ਤੁਸੀਂ ਉਸਦੇ ਅਲਫਾਬੈਟਿਕ ਦੇ ਹਿਸਾਬ ਨਾਲ ਨੰਬਰ ਦੇਖ ਲੈਣਾ ਤੁਸੀਂ ਜਿਵੇਂ D ਦੇਖਣਾ ਸੀ D ਕਿਹੜੇ ਨੰਬਰ ਤੇ ਆ ਜੀ 4 ਨੰਬਰ ਤੇ ਆ ਰਿਹਾ I ਕਿਹੜੇ ਨੰਬਰ ਤੇ ਆ ਰਿਹਾ 9 ਨੰਬਰ ਤੇ S ਹੈਗਾ 19 ਤੇ T ਹੈਗਾ 20 ਤੇ A ਹੈ 1 ਤੇ N ਹੈਗਾ 14 ਤੇ C ਹੈਗਾ 3 ਤੇ ਐਂਡ E ਹੈ 5 ਤੇ। ਹੁਣ ਸਾਰਿਆਂ ਨੂੰ ਤੁਸੀਂ ਪਲੱਸ ਕਰ ਦਿਓ ਤਾਂ ਇਸ ਨੂੰ ਪਲੱਸ ਕਰਕੇ ਆਨਸਰ ਆ ਜਾਏਗਾ ਸਾਡੇ ਕੋਲ 75। ਆਪਸ਼ਨ ਨੰਬਰ 2 75। 66 ਨੰਬਰ ਤੇ ਆ ਜੀ ਹਰਜੀਤ ਦੱਖਣ ਦਿਸ਼ਾ ਵਾਲੇ ਪਾਸੇ ਜਾ ਰਿਹਾ ਹੈ ਖੱਬੇ ਪਾਸੇ ਮੁੜ ਗਿਆ ਫਿਰ ਖੱਬੇ ਪਾਸੇ ਮੁੜ ਗਿਆ ਅੰਤ ਤੋਂ ਸੱਜੇ ਪਾਸੇ ਮੁੜ ਗਿਆ ਕਿਹੜੀ ਦਿਸ਼ਾ ਵਿੱਚ ਹੈ। ਬੜਾ ਹੀ ਸਿੰਪਲ ਕੁਐਸਚਨ ਹੈ। ਦੇਖੋ ਇਹਦੇ ਲਈ ਤੁਹਾਨੂੰ ਡਾਇਰੈਕਸ਼ਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਤਰ੍ਹਾਂ ਦਾ ਉੱਥੇ ਇੱਕ ਪਲੱਸ ਵਾਲਾ ਸਾਈਨ ਬੁਲਾ ਲੈਣਾ ਇਹ ਵੈਸਟ ਹੈ ਈਸਟ ਉੱਪਰ ਨਾਰਥ ਸਾਊਥ ਜਿਸ ਨੂੰ ਅਸੀਂ ਪੂਰਬ ਪੱਛਮ ਉੱਤਰ ਐਂਡ ਦੱਖਣ ਕਹਿ ਦਿੰਦੇ। ਹੁਣ ਸਿੰਪਲ ਦੇਖੋ ਹਰਜੀਤ ਦੱਖਣ ਦਿਸ਼ਾ ਵਾਲੇ ਪਾਸੇ ਜਾ ਰਿਹਾ ਤੁਸੀਂ ਕੀ ਕਰਨਾ ਮੰਨ ਲਓ ਇੱਥੇ ਹਰਜੀਤ ਤੁਸੀਂ ਇੱਥੇ ਸਟੈਂਡ ਕਰਵਾਤਾ ਉਹਨੂੰ ਠੀਕ ਹੈ ਜੀ। ਉਹ ਕੀ ਕਹਿ ਰਿਹਾ ਦੱਖਣ ਦਿਸ਼ਾ ਵਾਲੇ ਪਾਸੇ ਜਾ ਰਿਹਾ ਉਹਨੂੰ ਦੱਖਣ ਦਿਸ਼ਾ ਵਾਲੇ ਪਾਸੇ ਲੈ ਕੇ ਆਓ ਤੇ ਉਹ ਸਾਊਥ ਵਾਲੇ ਪਾਸੇ ਆ ਗਿਆ ਫਿਰ ਉਹ ਖੱਬੇ ਪਾਸੇ ਮੁੜ ਗਿਆ ਯਾਨੀ ਇੱਥੋਂ ਤੁਸੀਂ ਦੇਖਣਾ ਤੁਸੀਂ ਇੱਥੇ ਗਲਤੀ ਕੀ ਕਰਦੇ ਹੋ
ਤੁਸੀਂ ਸਾਹਮਣੇ ਇੱਥੋਂ ਕੱਟੇ ਹੋ ਤਾਂ ਤੁਸੀਂ ਉਹਨੂੰ ਖੱਬੇ ਪਾਸੇ ਸਾਈਡ ਮੋੜ ਦੇਣਾ, ਜਦ ਕਿ ਉਹ ਤੁਹਾਡਾ ਖੱਬਾ ਹੈ। ਪਰ ਹਰਜੀਤ ਦਾ ਖੱਬਾ ਕੀ ਆ ਰਿਹਾ, ਜੇ ਤੁਸੀਂ ਉਸ ਤਰੀਕੇ ਨਾਲ ਦੇਖੋਗੇ ਤਾਂ ਫਿਰ ਉਸਦਾ ਖੱਬਾ ਕੀ ਬਣੇਗਾ, ਇਹ ਸਾਈਡ ਉਹਦਾ ਰਾਈਟ ਸਾਈਡ ਉਹਦਾ ਖੱਬਾ ਬਣ ਜਾਏਗਾ। ਠੀਕ ਹੈ ਜੀ, ਉਹ ਇੱਧਰ ਨੂੰ ਮੁੜ ਗਿਆ, ਉਹ ਖੱਬੇ ਵਾਲੇ ਪਾਸੇ ਮੁੜ ਗਿਆ। ਖੱਬੇ ਪਾਸੇ ਮੁੜਨ ਤੋਂ ਬਾਅਦ ਉਹ ਫਿਰ ਖੱਬੇ ਪਾਸੇ ਮੁੜ ਗਿਆ, ਯਾਨੀ ਆਪਣੇ ਇਸ ਪੁਆਇੰਟ ਤੋਂ ਉਹ ਫਿਰ ਖੱਬੇ ਪਾਸੇ। ਨੈਕਸਟ ਕਹਿ ਰਿਹਾ ਦੇਖੋ ਅੰਤ ਉਹ ਸੱਜੇ ਪਾਸੇ ਮੁੜ ਗਿਆ, ਯਾਨੀ ਰਾਈਟ ਮੁੜ ਗਿਆ ਫਿਰ ਉਹ, ਯਾਨੀ ਆਪਣੇ ਇਸ ਪੁਆਇੰਟ ਤੋਂ ਫਿਰ ਉਹ ਰਾਈਟ ਚਲੇ ਗਿਆ। ਠੀਕ ਹੈ ਜੀ, ਹੁਣ ਉਹ ਕਹਿੰਦਾ ਹਰਜੀਤ ਕਿਸ ਦਿਸ਼ਾ ਵਿੱਚ ਹੈ, ਯਾਨੀ ਕਿਸ ਦਿਸ਼ਾ ਵਿੱਚ ਆ ਰਿਹਾ। ਦੇਖੋ ਇਹ ਕਿਹੜੀ ਡਾਇਰੈਕਸ਼ਨ ਹੈ ਵਾਲੀ, ਈਸਟ ਵਾਲੀ, ਤਾਂ ਆਨਸਰ ਹੋ ਜਾਏਗਾ ਸਾਡੇ ਕੋਲ ਪੂਰਬ, ਯਾਨੀ ਈਸਟ। 67 ਨੰਬਰ ਦਾ ਦੇਖੋ, ਪ੍ਰਦੀਪ ਆਪਣੇ ਦਫ਼ਤਰ ਤੋਂ 17 ਮੀਟਰ ਪੱਛਮ ਵੱਲ ਚੱਲਿਆ, ਫਿਰ ਉਹ ਖੱਬੇ ਪਾਸੇ ਮੁੜ ਕੇ 14 ਮੀਟਰ ਚੱਲਿਆ, ਫਿਰ ਉਹ 27 ਮੀਟਰ ਪੂਰਬ ਵੱਲ ਚੱਲਿਆ, ਫਿਰ ਉਸਨੇ ਖੱਬੇ ਪਾਸੇ ਵੱਲ ਮੁੜ ਕੇ 14 ਮੀਟਰ ਦੂਰੀ ਤੈਅ ਕੀਤੀ। ਹੁਣ ਉਹ ਆਰੰਭਿਕ ਬਿੰਦੂ ਤੋਂ ਕਿੰਨੀ ਦੂਰੀ ਤੇ ਹੈ। ਦੇਖੋ ਉਹੀ ਫਿਰ ਸਿੰਪਲ ਕੁਐਸਚਨ ਆ ਗਿਆ ਤੁਹਾਡੇ ਕੋਲ। ਹੁਣ ਇੱਥੇ ਡਾਇਰੈਕਸ਼ਨ ਤੁਹਾਨੂੰ ਪਹਿਲਾਂ ਪਤਾ ਹੋਣੀ ਚਾਹੀਦੀ ਆ, ਜਿਸ ਨੂੰ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਤੁਸੀਂ ਕਰਨਾ ਇੱਥੇ ਆਪਣੇ ਵੱਲੋਂ ਇੱਕ ਪੁਆਇੰਟ ਲਗਾਉਣਾ, ਆਪਣੇ ਦਫ਼ਤਰ ਤੋਂ। ਹੁਣ ਦੱਸਿਆ ਕਹਿ ਰਿਹਾ ਸਟਾਰਟਿੰਗ ਦੇ ਵਿੱਚ ਪ੍ਰਦੀਪ ਆਪਣੇ ਦਫ਼ਤਰ ਤੋਂ 17 ਮੀਟਰ ਪੱਛਮ ਵੱਲ ਚੱਲਿਆ। ਤੁਸੀਂ ਮੰਨ ਲਓ ਇਹ ਉਹਦਾ ਦਫ਼ਤਰ ਹੈ, ਇਹ ਪੁਆਇੰਟ ਉਹਦਾ ਦਫ਼ਤਰ ਮੰਨ ਲਓ। ਇੱਥੋਂ ਪੱਛਮ ਵੱਲ ਚੱਲਿਆ ਮੀਨਸ ਵੈਸਟ ਵੱਲ ਚੱਲਿਆ। ਵੈਸਟ ਕਿਹੜੀ ਸਾਈਡ ਹੈ ਸਾਨੂੰ ਪਤਾ, ਇਸ ਸਾਈਡ ਹੈ। ਫਿਰ ਉਹ ਖੱਬੇ ਪਾਸੇ ਮੁੜ ਕੇ 14 ਮੀਟਰ ਚੱਲਿਆ। ਹੁਣ ਇੱਥੇ ਉਸਦਾ ਖੱਬਾ ਪਾਸਾ ਕਿਹੜਾ ਹੋਇਆ ਜੀ, ਆਹ ਵਾਲਾ। ਠੀਕ ਹੈ ਜੀ, ਇੱਥੋਂ ਉਹ 14 ਮੀਟਰ ਚੱਲਿਆ, ਯਾਨੀ ਪਹਿਲਾਂ ਇੱਥੇ ਤੁਸੀਂ ਲਿਖ ਲੈਣੀ ਹੈ 17, ਫਿਰ ਇਹ ਆ ਗਿਆ ਮੰਨ ਲਓ 14, ਫਿਰ ਉਹ 27 ਮੀਟਰ ਪੂਰਬ ਵੱਲ ਚੱਲਿਆ। ਹੁਣ ਇੱਥੋਂ ਉਹ ਕਿੱਥੇ ਗਿਆ, ਪੂਰਬ ਵੱਲ, ਯਾਨੀ ਈਸਟ ਵੱਲ। ਇਹ ਮੰਨ ਲਓ ਤੁਸੀਂ ਇੱਥੋਂ ਜਿਸ ਤਰੀਕੇ ਨਾਲ ਤੁਹਾਨੂੰ ਉਹ ਗਿਣਤੀ ਗਏਗਾ 27, 17, 14, ਤੁਸੀਂ ਲਾਈਨ ਦੀ ਥੋੜੀ ਵੀ ਉਸ ਤਰੀਕੇ ਨਾਲ ਹੀ ਵਧਾਈ ਜਾਣੀ। ਹੁਣ 27 ਗਿਆ ਤਾਂ ਆਪਾਂ ਥੋੜਾ ਜਿਹਾ ਇਸਨੂੰ ਵੱਡਾ ਲੈ ਗਏ 17। ਉਸ ਤੋਂ ਬਾਅਦ ਕੀ ਕੀਤਾ, ਫਿਰ ਉਸਨੇ ਖੱਬੇ ਪਾਸੇ ਵੱਲ ਮੁੜ ਕੇ 14 ਮੀਟਰ ਦੀ ਦੂਰੀ ਤੈਅ ਕੀਤੀ। ਹੁਣ ਆਪਣੇ ਇਸ ਪੁਆਇੰਟ ਤੋਂ ਫਿਰ ਖੱਬੇ ਪਾਸੇ ਮੁੜ ਗਿਆ, ਇੱਥੋਂ ਕਿੰਨਾ ਗਿਆ 14। ਦੇਖੋ ਇਹ ਵੀ 14 ਸੀਗਾ ਔਰ ਇਸ ਸਾਈਡ ਵੀ ਉਹ 14 ਆ ਗਿਆ। ਹੁਣ ਕੁਐਸਚਨ ਕੀ ਪੁੱਛ ਰਿਹਾ, ਆਰੰਭਿਕ ਬਿੰਦੂ ਤੋਂ, ਯਾਨੀ ਇਹ ਪੁਆਇੰਟ ਉਹਦਾ ਸਟਾਰਟਿੰਗ ਜਿਹੜਾ ਸੀ ਦਫ਼ਤਰ ਮੰਨਿਆ ਸੀ, ਇੱਥੋਂ ਇਹ ਪੁਆਇੰਟ ਜਿਹੜਾ ਕਿੰਨੀ ਦੂਰ ਤੇ ਹੈ। ਹੁਣ ਦੇਖੋ ਸਿੰਪਲ ਹੈ ਜੀ, ਇਹ ਟੋਟਲ ਜਿਹੜੀ ਨੀਚੇ ਲਾਈਨ ਦੇਖੋ ਕਿੰਨੀ ਹੈ 27, ਔਰ ਇਹ ਕਿੰਨੀ ਸੀਗੀ ਉੱਪਰ, ਇੱਥੇ ਤੋਂ ਇਸ ਤੱਕ ਇਹ ਦੋਨੋਂ ਪੈਰਲਲ ਹੈ। ਇਸ ਕਰਕੇ ਕੀ ਹੋਇਆ, ਉੱਪਰ 17 ਹੈ ਔਰ 27 ਦੇ ਵਿੱਚੋਂ ਅਸੀਂ 17 ਮਾਈਨਸ ਕਰ ਦਾਂਗੇ ਤਾਂ ਆਨਸਰ ਕੀ ਬਚੇਗਾ ਸਾਡੇ ਕੋਲ 10। ਇਟ ਮੀਨਸ ਕੀ ਹੋਇਆ, ਜਿਹੜੀ ਆਹ ਵਾਲੀ ਲਾਈਨ ਹੈ ਸਾਡੇ ਕੋਲ ਇਹ 10 ਮੀਟਰ ਦੀ ਹੋਈ। ਤੇ ਆਨਸਰ ਆ ਜਾਏਗਾ ਆਪਸ਼ਨ ਨੰਬਰ 3, 10 ਮੀਟਰ। ਬਹੁਤ ਹੀ ਸਿੰਪਲ ਹੈ ਦੇਖੋ ਕੁਐਸਚਨ ਸਟੂਡੈਂਟ। ਇਹ ਬਸ ਥੋੜਾ ਜਿਹਾ ਤੁਸੀਂ ਉਸ ਡਾਇਰੈਕਸ਼ਨ ਨੂੰ ਸਮਝ ਕੇ ਉਸ ਤਰੀਕੇ ਨਾਲ ਜਿਸ ਤਰ੍ਹਾਂ ਸਭ ਕਹਿ ਰਿਹਾ ਬਸ ਉਸ ਤਰੀਕੇ ਨਾਲ ਤੁਸੀਂ ਡਰਾ ਕਰਕੇ ਤੇ ਉਹਦਾ ਆਨਸਰ ਕੱਢ ਲਓਗੇ। ਨੈਕਸਟ ਦੇਖੋ ਕਹਿ ਰਿਹਾ ਉਹ 5 ਮਿੱਤਰ ਇੱਕ ਬੈਂਚ ਤੇ ਬੈਠੇ ਹਨ। ਦੇਖੋ ਮੰਨ ਲਓ ਵੀ ਇਹ ਇੱਕ ਬੈਂਚ ਹੈ। ਠੀਕ ਹੈ ਜੀ, ਹੁਣ ਅੱਗੇ ਕੀ ਕਹਿ ਰਿਹਾ, A B ਦੇ ਖੱਬੇ ਪਾਸੇ ਬੈਠਾ। ਮੰਨ ਲਓ A ਜਿਹੜਾ ਹੈਗਾ ਉਹ B ਦੇ ਖੱਬੇ ਪਾਸੇ ਬੈਠਾ ਹੈ, ਤਾਂ B ਕਿਹੜੀ ਸਾਈਡ ਹੋਇਆ, ਇਸ ਸਾਈਡ। ਹੁਣ B ਦੇ ਖੱਬੇ ਹੋ ਗਿਆ ਇਹ A, ਪਰ C ਦੇ ਸੱਜੇ ਪਾਸੇ ਹੈ। ਕੌਣ ਸੱਜੇ ਪਾਸੇ ਹੈ ਜੀ, A ਜਿਹੜਾ ਹੈਗਾ ਉਹ C ਦੇ ਸੱਜੇ ਪਾਸੇ ਹੈ। ਹੁਣ ਇੱਥੇ ਮੰਨ ਲਓ ਇਹ C ਹੈ, ਉਹ C ਦੇ ਆਟੋਮੈਟਿਕਲੀ ਕੀ ਹੋ ਗਿਆ, A ਜਿਹੜਾ ਉਹ ਸੱਜੇ ਪਾਸੇ ਹੋ ਗਿਆ। ਫਿਰ ਨੈਕਸਟ ਕੀ ਕਹਿ ਰਿਹਾ, ਦੇਖੋ D B ਦੇ ਸੱਜੇ ਪਾਸੇ ਹੈ। ਹੁਣ B ਦੇ ਸੱਜੇ ਪਾਸੇ ਕੀ ਹੈ, D, ਪਰ E ਦੇ ਖੱਬੇ ਪਾਸੇ ਹੈ। ਕੌਣ E ਦੇ ਖੱਬੇ ਪਾਸੇ ਹੈ, ਇਹ D ਦੀ ਹੀ ਗੱਲ ਕਰ ਰਿਹਾ। ਤੁਸੀਂ ਇਸੇ ਗੱਲ ਦਾ ਬਸ ਧਿਆਨ, E ਦੇ ਖੱਬੇ ਪਾਸੇ ਕੌਣ ਹੋ ਗਿਆ, D। ਠੀਕ ਹੈ ਜੀ, ਹੁਣ ਕੁਐਸਚਨ ਕੀ ਪੁੱਛ ਰਿਹਾ, ਦੋਵੇਂ ਪਾਸੇ ਕਿਨਾਰਿਆਂ ਤੋਂ ਕੌਣ-ਕੌਣ ਬੈਠੇ। ਹੁਣ ਇਹ ਕਿਨਾਰੇ ਤੇ ਔਰ ਐਂਡ ਇਸ ਕਿਨਾਰੇ ਤੇ ਕੌਣ-ਕੌਣ ਹੈ, C ਐਂਡ E। ਆਨਸਰ ਹੋ ਜਾਏਗਾ ਆਪਸ਼ਨ ਨੰਬਰ 4, C ਐਂਡ E। 69 ਨੰਬਰ ਤੇ ਦੇਖੋ, ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਰਾਹੁਲ ਨੂੰ ਕਿਹਾ, ਉਸਦਾ ਪੁੱਤਰ ਮੇਰੇ ਪੁੱਤਰ ਦਾ ਅੰਕਲ ਹੈ, ਤਾਂ ਉਸ ਆਦਮੀ ਦਾ ਰਾਹੁਲ ਨਾਲ ਕੀ ਰਿਸ਼ਤਾ ਹੈ। ਸਿੰਪਲ ਹੈ ਜੀ, ਪਿਤਾ ਹੋਏਗਾ ਯਾਨੀ ਫਾਦਰ ਹੋ ਜਾਏਗਾ। 70 ਨੰਬਰ ਤੇ ਹੈ, ਸਿਮਰਨ ਯੁਵਰਾਜ ਦੀ ਭੈਣ ਹੈ, ਯੁਵਰਾਜ ਸੁਭਾਸ਼ ਦਾ ਪੁੱਤਰ ਹੈ, ਪੂਨਮ ਸੁਭਾਸ਼ ਦੀ ਪਤਨੀ ਹੈ, ਪੂਨਮ ਸਿਮਰਨ ਦੀ ਕੀ ਲੱਗਦੀ ਹੈ। ਆਨਸਰ ਹੋ ਜਾਏਗਾ ਜੀ ਇਸ ਦਾ ਮਾਤਾ, ਮਦਰ। ਨੈਕਸਟ ਆਈ ਦੇਖੋ, ਨੀਚੇ ਜਿਹੜੀਆਂ ਤੁਹਾਨੂੰ ਫਿਗਰ ਦਿੱਤੀਆਂ ਹੋਈਆਂ, ਅਕੋਰਡਿੰਗ ਟੂ ਦਾ ਗਿਵਨ ਪੈਟਰਨ ਬਾਈ ਸਿਲੈਕਟਿੰਗ ਫਰੋਮ ਦਾ ਗਿਵਨ ਅਲਟਰਨੇਟਿਵ। ਤੁਸੀਂ ਜਿਸ ਤਰੀਕੇ ਦਾ ਪੈਟਰਨ ਬਣਾ ਰਹੇ ਹੋ ਇੱਥੇ ਪਿਕਚਰ ਦੇ ਵਿੱਚ, ਕਹਿੰਦੇ ਜਿਸ ਤਰੀਕੇ ਦਾ ਇਹ ਪਿਕਚਰ ਦੇ ਵਿੱਚ ਪੈਟਰਨ ਬਣਿਆ ਹੋਇਆ, ਤੁਸੀਂ ਉਸ ਤਰੀਕੇ ਦਾ ਹੀ ਪੈਟਰਨ ਜਿਹੜਾ ਇੱਥੋਂ ਲੱਭਣਾ। ਤਾਂ ਦੇਖੋ ਇੱਥੇ ਕੁਐਸਚਨ ਮਾਰਕ ਪਾਇਆ ਹੋਇਆ ਸਾਡੇ ਕੋਲ, ਔਰ ਤੁਸੀਂ ਪੈਟਰਨ ਦੇਖੋ ਕਿਸ ਤਰ੍ਹਾਂ ਬਣ ਰਿਹਾ। ਇਹ ਲਾਈਨ ਹੈ, ਯਾਨੀ ਇੱਥੇ ਵੀ ਇੱਕ ਲਾਈਨ ਆਏਗੀ। ਠੀਕ ਹੈ ਜੀ, ਫਿਰ ਇੱਥੇ ਇੱਕ ਡਰਾ ਹੋਏਗਾ, ਇੱਥੇ ਡਰਾ ਹੋਏਗਾ। ਇਸ ਦੇ ਨਾਲ ਦੀ ਪਿਕਚਰ ਕਿਸ ਤਰ੍ਹਾਂ ਹੈ, ਆਪਸ਼ਨ ਨੰਬਰ 4। 72 ਨੰਬਰ ਤੇ ਦੇਖੋ, ਇਹ ਜਿਹੜਾ ਬਾਕਸ ਦਾ ਖਾਲੀ ਦਿੱਤਾ ਹੋਇਆ ਸਾਡੇ ਕੋਲ। ਦੇਖੋ ਸਟੂਡੈਂਟ, ਜਿਸ ਤਰੀਕੇ ਦੀ ਪਿਕਚਰ ਹੈ ਉਸੇ ਤਰੀਕੇ ਤੁਸੀਂ ਫਾਈਂਡ ਆਊਟ ਕਰਨੀ ਆ। ਤੁਸੀਂ ਇਹ ਬਿਲਕੁਲ ਬਰੀਕੀ ਗੱਲਾਂ ਦਾ ਵੀ ਧਿਆਨ ਰੱਖਣਾ ਹੈ। ਜਿਵੇਂ ਦੇਖੋ ਇਸ ਦੇ ਪਿਕਚਰ ਦੇ ਵਿੱਚ ਲਾਈਨ ਲੱਗੀ ਆ, ਉਹ ਲਾਈਨ ਵੀ ਲੱਗੀ ਹੋਣੀ ਚਾਹੀਦੀ ਆ। ਹੁਣ ਤੁਸੀਂ ਦੇਖੋ ਕਈ ਸਟੂਡੈਂਟ ਜਿਹੜੇ ਨੇ ਇਸ ਨੂੰ ਪਿਕਚਰ ਨੂੰ ਕਾਲੀ ਨਾਲ ਟਿਕ ਕਰ ਦੇਣਗੇ, ਪਰ ਇਹਦੇ ਨੀਚੇ ਲਾਈਨ ਨਹੀਂ ਹੈਗੀ। ਠੀਕ ਹੈ ਜੀ, ਜੇ ਲਾਈਨ ਵਾਲੀ ਦੇਖ ਲੈਣਗੇ ਉਹ ਕਈ ਵਾਰੀ ਇਹ ਵੀ ਦੇਖ ਸਕਦੇ ਨੇ 4th ਨੰਬਰ ਤੇ ਪਈ ਹੈ ਇੱਕ ਲਾਈਨ ਵਾਲੀ, ਪਰ ਇਹ ਪਿਕਚਰ ਕੀ ਆ, ਦੇਖੋ ਓਰੀਜਨਲ ਪਿਕਚਰ ਦੇ ਨਾਲੋਂ ਇਹ ਛੋਟੀ ਹੈ। ਠੀਕ ਹੈ ਨਾ ਜੀ, ਹੁਣ ਇਹਦੇ ਇਸ ਦੇ ਨਾਲ ਦੀ ਬਿਲਕੁਲ ਹੂਬਹੂ ਪਿਕਚਰ ਕਿਹੜੀ ਆ, ਦੇਖੋ ਇਹ 3rd ਨੰਬਰ ਤੇ ਪਈ ਆ, ਜਿਸ ਦੇ ਲਾਈਨ ਵੀ ਲੱਗੀ ਹੋਈ ਆ ਔਰ ਸਾਈਜ਼ ਵੀ ਇਸਦਾ ਸੇਮ ਹੈ। ਸੋ ਆਨਸਰ ਕੀ ਹੋਇਆ ਸਾਡੇ ਕੋਲ, ਆਪਸ਼ਨ ਨੰਬਰ 3। ਦੇਖੋ ਸਟੂਡੈਂਟ, ਤੁਸੀਂ ਥੋੜਾ ਜਿਹਾ ਇਸ ਨੂੰ ਟਾਈਮ ਲਗਾ ਕੇ ਜੇ ਉੱਥੇ ਕੁਐਸਚਨ ਕਰੋਗੇ ਤਾਂ ਕਾਫੀ ਕੁਐਸਚਨ ਜਿਹੜੇ ਤੁਹਾਡੇ ਉਹ ਠੀਕ ਜਾਣ। ਦੇਖੋ ਇਸ ਦੇ ਵਿੱਚ ਉੱਪਰ 2 ਪਿਕਚਰ ਬਣੀਆਂ ਹੋਈਆਂ,
ਇੱਕ ਦਾ ਫੇਸ ਰਾਈਟ ਸਾਈਡ ਦਾ, ਇੱਕ ਦਾ ਫੇਸ ਲੈਫਟ ਸਾਈਡ ਹੈ। ਹੁਣ ਇਸ ਦਾ ਫੇਸ ਰਾਈਟ ਸਾਈਡ ਹੈ ਔਰ ਜਿਹੜੀ ਪਿਕਚਰ ਆਏਗੀ ਉਸਦਾ ਫੇਸ ਕਿਹੜੀ ਹੋਏਗਾ, ਲੈਫਟ ਸਾਈਡ ਦਾ। ਤਾਂ ਇਹਦੇ ਵੀ ਪਿਕਚਰ 'ਚ ਦੇਖੋ ਕਿਹੜਾ ਫੇਸ ਲੈਫਟ ਸਾਈਡ ਹੈ, ਸੈਕਿੰਡ ਨੰਬਰ ਤੇ ਆਪਸ਼ਨ ਨੰਬਰ 2। 74 ਨੰਬਰ ਤੇ ਹੁਣ ਇਸ ਤਰੀਕੇ ਦੀ ਪਿਕਚਰ ਕਿੱਥੇ ਆ, ਦੇਖੋ ਆਪਸ਼ਨ ਨੰਬਰ 1 ਦੇ ਵਿੱਚ। ਨੈਕਸਟ ਕੁਐਸਚਨ ਆ ਸਾਡੇ ਕੋਲ, ਪ੍ਰਸ਼ਨ ਨੰਬਰ 3 ਦੇ ਸਥਾਨ ਤੇ ਕਿਹੜਾ ਚਿੱਤਰ ਆਵੇਗਾ। ਆਪਾਂ ਫਿਗਰ ਦੇਖਣੀ ਆ ਦੇ ਵਿੱਚੋਂ ਤੇ ਕੁਐਸਚਨ ਨੰਬਰ ਦੇਖੋ ਇਸ ਫਿਗਰ ਦਿੱਤਾ ਹੈ, ਇੱਥੇ ਕਿਹੜਾ ਪਿਕਚਰ ਆਏਗੀ। ਤੁਸੀਂ ਦੇਖਣਾ ਪਹਿਲੀਆਂ ਜਿਹੜੀਆਂ ਦੋ ਪਿਕਚਰਾਂ ਇਸ ਤਰੀਕੇ ਨਾਲ ਚੱਲ ਰਹੀਆਂ, ਦੇਖੋ ਪਹਿਲੀ ਦੇ ਵਿੱਚ ਇੱਕ ਬਲੈਕ ਹੈ ਔਰ ਇੱਕ ਵਾਈਟ ਪੁਆਇੰਟ ਹੈ, ਇਹਦੇ ਵਿੱਚ ਫਿਰ ਦੋ ਵਾਈਟ ਹੋ ਗਏ, ਇੱਕ ਬਲੈਕ ਹੋ ਗਿਆ। ਹੁਣ ਨੈਕਸਟ ਕੀ ਹੋਏਗਾ, ਤੁਹਾਡੇ ਕੋਲ ਤਿੰਨ ਜਿਹੜੇ ਨੇ ਉਹ ਇਸ ਤਰੀਕੇ ਦੇ ਡਰਾ ਹੋ ਜਾਣਗੇ, ਵਾਈਟ ਐਂਡ ਇੱਕ ਹੋ ਜਾਏਗਾ ਬਲੈਕ। ਯਾਨੀ ਇਸ ਦੇ ਨਾਲ ਦੀ ਪਿਕਚਰ ਕਿਹੜੀ ਹੈ ਤੁਹਾਡੇ ਕੋਲ, ਆਪਸ਼ਨ ਨੰਬਰ 4। 76 ਨੰਬਰ ਤੇ ਦੇਖੋ ਪਿਕਚਰ, ਦੇਖੋ ਪਹਿਲਾਂ ਇੱਥੇ ਸਿੰਗਲ ਹੈ, ਫਿਰ ਉਸ ਤੋਂ ਬਾਅਦ ਡਬਲ ਹੋ ਗਏ, ਫਿਰ ਟ੍ਰਿਪਲ ਹੋ ਗਏ, ਫਿਰ ਸਿੰਪਲ। ਆਬਵੀਅਸਲੀ ਅੱਗੇ ਜਾ ਕੇ ਕੀ ਹੋ ਜਾਏਗਾ, 4 ਟਾਈਮ ਇਸ ਤਰੀਕੇ ਦੀ ਬਾਕਸ ਜਿਹੜੇ ਨੇ ਉਹ ਬਣ ਜਾਣਗੇ। ਆਪਸ਼ਨ ਨੰਬਰ ਕੀ ਹੋ ਜਾਏਗਾ ਸਾਡੇ ਕੋਲ 1। ਨੈਕਸਟ ਹੈ 77 ਤੇ, ਦੇਖੋ ਪਹਿਲਾਂ ਇੱਥੇ ਦੋ ਸਟੈਪ ਬਣੇ ਨੇ, ਫਿਰ ਦੋ ਸਟੈਪ ਦੇ ਉੱਪਰ ਇੱਕ ਬੋਲ ਟਾਈਪ ਰੱਖਿਆ ਹੋਇਆ, ਫਿਰ ਬੋਲ ਦੇ ਉੱਪਰ ਇੱਕ ਸਟੈਪ ਬਣਾ ਦਿੱਤਾ। ਤਾਂ ਇਸ ਤਰੀਕੇ ਨਾਲ ਨੈਕਸਟ ਸਾਡੇ ਕੋਲ ਪਿਕਚਰ ਕੀ ਬਣੇਗੀ ਫਿਰ, ਸੈਕਿੰਡ ਨੰਬਰ ਤੇ, ਯਾਨੀ ਇੱਕ ਜਿਹੜਾ ਬੋਲ ਜਿਹੜਾ 4 ਉੱਪਰ ਆਏਗਾ, ਆਪਸ਼ਨ ਨੰਬਰ 2। 78 ਨੰਬਰ ਤੇ ਦੇਖੋ ਕੁਐਸਚਨ ਕੀ ਹੈ, 78 79 ਤੇ ਕਹਿੰਦੇ ਮਿਰਰ ਇਮੇਜ ਆਫ ਫਿਗਰ। ਕਹਿੰਦੇ ਹੁਣ ਤੁਸੀਂ ਇਸ ਫਿਗਰ ਨੂੰ ਇਸ ਤਰੀਕੇ ਨਾਲ ਦੇਖਣਾ ਵੀ ਤੁਸੀਂ ਇਸ ਨੂੰ ਮਿਰਰ ਦੇ ਵਿੱਚ ਦੇਖ ਰਹੇ ਹੋ। ਤਾਂ ਜਦੋਂ ਮਿਰਰ 'ਚ ਦੇਖਦੇ ਆ ਆਪਾਂ, ਜਿਹੜੀ ਉਹਦੀ ਡਾਇਰੈਕਸ਼ਨ ਆ ਉਹ ਚੇਂਜ ਹੋ ਜਾਂਦੀ ਆ। ਮੰਨ ਲਓ ਇਹ ਲੈਫਟ ਸਾਈਡ ਇਸ ਦਾ ਫੇਸ ਹੈ, ਤਾਂ ਇਸਦਾ ਫੇਸ ਕੀ ਹੋ ਜਾਏਗਾ, ਰਾਈਟ ਸਾਈਡ ਹੋ ਜਾਏਗਾ। ਆਨਸਰ ਕੀ ਹੋ ਜਾਏਗਾ ਇਸਦਾ, ਆਪਸ਼ਨ ਨੰਬਰ 3। ਇਸੇ ਤਰੀਕੇ ਨਾਲ 79 ਦੇ ਵਿੱਚ ਦੇਖੋ ਆਹ ਡਾਇਰੈਕਸ਼ਨ ਦੇਖੋ ਨੀਚੇ ਇਸ ਸਾਈਡ ਹੈ, ਇਹ ਡਾਇਰੈਕਸ਼ਨ ਦੂਜੀ ਸਾਈਡ ਹੋ ਜਾਏਗੀ। ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ, ਆਪਸ਼ਨ ਨੰਬਰ 4। ਨੈਕਸਟ ਹੈ ਸਾਡੇ ਕੋਲ 80 ਔਰ 81। ਹੇਠ ਦਿੱਤੇ ਹਰੇਕ ਪ੍ਰਸ਼ਨ ਲਈ ਪਾਣੀ ਦੇ ਠੀਕ ਪ੍ਰਤੀਬਿੰਬੀ ਦਿੱਤੇ ਵਿਕਲਪਾਂ ਵਿੱਚੋਂ ਚੋਣ ਕਰੋ। ਤੁਸੀਂ ਇਸ ਤਰੀਕੇ ਨਾਲ ਦੇਖਣਾ ਜਿਵੇਂ ਇਹ ਪਾਣੀ ਦੇ ਵਿੱਚ ਦੇਖ ਰਹੇ ਹੋਏ ਆ ਇਸ ਨੂੰ। ਤਾਂ ਦੇਖੋ ਇਸ ਨੂੰ ਜਦੋਂ ਅਸੀਂ ਵਾਟਰ ਦੇ ਵਿੱਚ ਦੇਖਦੇ ਆ ਤਾਂ ਉਹ ਕੁਝ ਇਸ ਤਰੀਕੇ ਦੀ ਚੇਂਜ ਹੋ ਜਾਂਦੀ ਹੈ, ਜਿਵੇਂ ਆਪਸ਼ਨ ਨੰਬਰ 1 ਦੇ ਵਿੱਚ ਦਿਖਾ ਰਹੇ ਆ। ਤਾਂ ਇਸਦਾ ਆਨਸਰ ਕੀ ਹੋ ਜਾਏਗਾ, ਆਪਸ਼ਨ ਨੰਬਰ 1। 81 ਨੰਬਰ ਤੇ ਇਸਦਾ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ 4। ਨੈਕਸਟ ਹੈ ਜੀ, ਨੈਕਸਟ ਦੋ ਕੁਐਸਚਨ 82 ਐਂਡ 84। ਹੇਠ ਦਿੱਤੇ ਪ੍ਰਸ਼ਨਾਂ ਵਿੱਚ A, B, C ਅਤੇ D ਸਮੱਸਿਆ ਚਿੱਤਰ ਹਨ। 1 2 3 ਅਤੇ 4 ਉੱਤਰ ਚਿੱਤਰ ਹਨ। ਕਹਿੰਦੇ ਇਹ ਤੁਹਾਡੇ ਕੋਲ ਕੁਐਸਚਨ ਹੈ, ਇਹ ਤੁਹਾਡੇ ਕੋਲ ਨੀਚੇ 1 2 3 4 ਆਨਸਰ ਦਿੱਤੇ ਹੋਏ ਨੇ। A ਐਂਡ B ਦੇ ਵਿੱਚ ਕੋਈ ਸੰਬੰਧ ਹੈ, ਕਹਿੰਦੇ A ਔਰ B ਦੇ ਵਿੱਚ ਤੁਹਾਨੂੰ ਕੋਈ ਰਿਲੇਸ਼ਨ ਦਿਖਾਇਆ ਹੋਇਆ, ਉਸੇ ਤਰ੍ਹਾਂ ਦਾ ਸੰਬੰਧ C ਤੇ D 'ਚ ਸਥਾਪਿਤ ਕਰਨ ਲਈ ਸਹੀ ਚਿੱਤਰ ਤੁਸੀਂ ਚੂਜ਼ ਕਰਨਾ ਹੈ। ਇਸੇ ਤਰੀਕੇ ਨਾਲ ਕਹਿੰਦੇ C ਤੇ D ਦੇ ਵਿੱਚ ਤੁਸੀਂ ਇੱਕ ਸਹੀ ਜਿਹੜਾ ਰਿਲੇਸ਼ਨਸ਼ਿਪ ਆ ਉਹ ਤੁਸੀਂ ਦੇਖਣਾ ਹੈ ਕਿ ਕੀ ਰਿਲੇਸ਼ਨ ਬਣਦਾ। ਕਹਿਣ ਦਾ ਮਤਲਬ ਕੀ ਹੈ ਕਿ ਜਿਸ ਤਰੀਕੇ ਦੀ ਦੇਖੋ ਇਹ ਫਿਗਰ ਇੱਥੇ ਦਿਖਾਈ ਹੈ, ਮੰਨ ਲਓ ਇੱਥੇ ਟ੍ਰਾਇੰਗਲ ਉੱਪਰ ਹੈ, ਟ੍ਰਾਇੰਗਲ ਇੱਥੇ ਦੂਜੀ ਸਾਈਡ ਵੀ ਉੱਪਰ ਹੈ, ਪਰ ਇੱਥੇ ਕੀ ਚੇਂਜ ਕੀ ਹੋਇਆ, ਜਿਹੜਾ ਇਹ ਬਲੈਕ ਪੁਆਇੰਟ ਹੈ ਇਹ ਦੂਜੀ ਪਿਕਚਰ ਦੇ ਵਿੱਚ ਇੱਥੇ ਨੀਚੇ ਚਲੇ। ਹੁਣ ਇਸੇ ਤਰੀਕੇ ਨਾਲ ਦੇਖੋ ਜੇ ਇੱਥੇ ਉੱਪਰ ਬਲੈਕ ਪੁਆਇੰਟ ਹੈ, ਜਿਹੜੀ ਨੈਕਸਟ ਫਿਗਰ ਹੋਏਗੀ ਇੱਥੇ ਉਹ ਇੱਥੇ ਜਿਹੜਾ ਟ੍ਰਾਇੰਗਲ ਬਣਿਆ ਹੋਏਗਾ ਉਸ ਦੇ ਵਿੱਚ ਬਲੈਕ ਪੁਆਇੰਟ ਇਸ ਤਰੀਕੇ ਦਾ। ਤਾਂ ਇਹਦਾ ਆਨਸਰ ਕੀ ਹੋਇਆ ਜੀ, ਆਪਸ਼ਨ ਨੰਬਰ 4, ਜਿੱਥੇ ਬਲੈਕ ਪੁਆਇੰਟ ਦੇਖੋ ਇੱਥੇ ਨਿਕਲਿਆ ਤੁਹਾਨੂੰ। ਨੈਕਸਟ ਹੈ ਜੀ 83 ਦੇ ਵਿੱਚ, ਦੇਖੋ ਫਸਟ ਪਿਕਚਰ ਦੇ ਵਿੱਚ ਤੁਹਾਨੂੰ ਇਸ ਤਰੀਕੇ ਦਾ ਬਾਕਸ ਦਿਖਾਇਆ, ਦੂਜੇ ਦੇ ਵਿੱਚ ਇਸ ਤਰੀਕੇ ਦਾ ਬਣ ਗਿਆ। ਹੁਣ ਕਹਿੰਦਾ ਇਹ ਜਿਹੜੀ ਪਿਕਚਰ ਹੈ D ਦੇ ਵਿੱਚ ਜਾ ਕੇ ਕਿਵੇਂ ਬਣੇਗੀ। ਤਾਂ ਇਸ ਤਰੀਕੇ ਦਾ ਆਨਸਰ ਬਣ ਜਾਏਗਾ। ਦੇਖੋ ਇਹਦੇ ਵਿੱਚ ਇੱਕ ਜਦੋਂ B ਦੇ ਵਿੱਚ ਇੱਕ ਦੇਖੋ ਸੈਂਟਰ 'ਚ ਲਾਈਨ ਆ ਗਈ, ਤਾਂ ਇਹਦੇ ਵਿੱਚ ਵੀ ਅਸੀਂ ਕੀ ਕਰਾਂਗੇ, ਇੱਥੇ ਇੱਕ ਸੈਂਟਰ 'ਚ ਲਾਈਨ ਬਣਾਤੀ, ਆਪਸ਼ਨ ਨੰਬਰ 1। 84 ਨੰਬਰ ਤੇ ਕੁਐਸਚਨ ਹੈ, ਇਹਦੇ ਵਿੱਚ ਦੋ ਪਿਕਚਰਾਂ ਦੇਖ ਲਓ, ਦੇਖੋ ਇੱਥੇ ਦੋ ਲਾਈਨਸ ਵੱਜੀਆਂ ਹੋਈਆਂ, ਇੱਥੇ 4 ਹੋ ਗਈਆਂ। ਹੁਣ ਇੱਥੇ 2 ਆ ਔਰ ਵਿੱਚ ਰੈਕਟੈਂਗਲ ਦੀ ਸ਼ੇਪ ਆ, ਤਾਂ ਇੱਥੇ ਕੀ ਹੋ ਜਾਏਗਾ, 4 ਹੋ ਜਾਣਗੀਆਂ। ਆਨਸਰ ਕੀ ਬਣ ਗਿਆ ਦੇਖੋ 4 ਵਾਲਾ ਦਾ, ਆਪਸ਼ਨ ਨੰਬਰ 3। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਇਹਦੇ ਕੀ ਕਰਨਾ ਸੀ, ਕਿਊਬਸ ਦੀ ਕਾਊਂਟਿੰਗ ਕਰਨੀ ਹੈ। ਕਿਊਬਸ ਦੀ ਕਾਊਂਟਿੰਗ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਕੀ ਆ ਜਾਏਗਾ, 30। ਜਦੋਂ ਤੁਸੀਂ ਗਿਣੋਗੇ ਸਾਰੀਆਂ ਤਾਂ ਫਿਰ ਕਿੰਨੇ ਆਏਗੇ, 30 ਆਉਣਗੀਆਂ। ਨੈਕਸਟ ਤੁਸੀਂ ਇੱਥੇ ਕਿਊਬਸ ਗਿਣਨੀ ਹੈ, ਤਾਂ ਜਦੋਂ ਤੁਸੀਂ ਇਹ ਗਿਣੋਗੇ ਤਾਂ ਕਿੰਨੀਆਂ ਆਣਗੀਆਂ ਤੁਹਾਡੇ ਕੋਲ, 15 ਆਣਗੀਆਂ ਜਦ ਤੁਸੀਂ ਇਸ ਨੂੰ ਗਿਣੋਗੇ। ਨੈਕਸਟ ਆਈ ਸਾਡੇ ਕੋਲ, ਕਹਿੰਦੇ ਇੱਕ ਪਿਕਚਰ ਦਿੱਤੀ ਹੋਈ ਆ ਇੱਕ ਦੇ ਅਨੁਸਾਰ, ਤੇ ਦੂਜੀ ਪਿਕਚਰ ਦੇ ਵਿੱਚ ਕੀ ਕੀਤਾ, ਉਸ ਨੂੰ ਮੋੜਿਆ ਗਿਆ, ਤੇ ਥਰਡ ਦੇ ਵਿੱਚ ਇਸ ਨੂੰ ਫਿਰ ਕੱਟ ਦਿੱਤਾ। ਤੇ ਕੱਟੇ ਹੋਏ ਚਿੱਤਰ ਨੂੰ ਖੋਲਣ ਤੋਂ ਬਾਅਦ ਉਹ ਕਿਸ ਤਰ੍ਹਾਂ ਦਾ ਨਜ਼ਰ ਆਏਗਾ, ਤਾਂ ਉਸ ਨੂੰ ਤੁਸੀਂ ਧਿਆਨ ਰੱਖਣਾ ਹੈ। ਕਿ ਥੋੜਾ ਜਿਹਾ ਤੁਸੀਂ ਇਸ ਨੂੰ ਟੈਕਨੀਕਲੀ ਮਾਈਂਡ ਦੇ ਵਿੱਚ ਇਸ ਨੂੰ ਘੁਮਾ ਕੇ ਤੁਸੀਂ ਦੇਖ ਸਕਦੇ ਹੋ। 87 ਦਾ ਜਿਹੜਾ ਆਨਸਰ ਹੋ ਜਾਏਗਾ ਉਹ ਆਪਸ਼ਨ ਨੰਬਰ 2। 88 ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ 1। 89 ਦਾ ਬਣ ਜਾਏਗਾ ਆਪਸ਼ਨ ਨੰਬਰ 3 ਐਂਡ 90 ਦਾ ਬਣ ਜਾਏਗਾ ਸਾਡੇ ਕੋਲ ਆਪਸ਼ਨ ਨੰਬਰ 3। ਸੋ ਇਹ ਸੀ ਜੀ ਮੈਂਟਲ ਐਬਿਲਿਟੀ ਦੇ ਕੁਐਸਚਨਸ। ਇਸ ਤਰੀਕੇ ਦੇ ਹੀ ਕੁਐਸਚਨ ਸਟੂਡੈਂਟ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ ਔਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਕੇ ਵਾਚ ਆਊਟ ਕਰ ਲੈਣਾ। ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।